ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਅੱਜ ਅਸੀਂ ਵਿਚਾਰਾਂਗੇ ਜੀ ਕੁਝ ਖਾਸ ਖਬਰਾਂ ਜਿਨ੍ਹਾਂ ਉੱਤੇ ਡਿਸਕਸ਼ਨ ਕਰਾਂਗੇ ਤੇ ਤੁਹਾਡੇ ਵੀ ਵਿਚਾਰ ਜਾਣਾਂਗੇ। ਸਾਨੂੰ ਪ੍ਰੋਗਰਾਮ ਦੇ ਅੱਧ ਤੋਂ ਬਾਅਦ ਯਾਨੀ ਕਿ ਲਗਭਗ ਅੱਧੇ ਘੰਟੇ ਬਾਅਦ ਤੁਸੀਂ ਕਾਲਸ ਜਿਹੜੀਆਂ ਉਹ ਕਰ ਸਕਦੇ ਹੋ, ਕਿਉਂਕਿ ਪ੍ਰੋਗਰਾਮ ਦੇ ਪਹਿਲੇ ਹਾਫ ਐਨ ਆਵਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੱਧ ਤੋਂ ਵੱਧ ਨਿਊਜ਼ ਡਿਸਕਸ ਕਰ ਸਕੀਏ ਉਹ ਤੁਹਾਡੇ ਰੂਬਰੂ ਕਰੀਏ। ਸੋ ਉਸ ਤੋਂ ਬਾਅਦ ਜੇਕਰ ਕਿਸੇ ਨਿਊਜ਼ ਦੇ ਉੱਤੇ ਤੁਸੀਂ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ, ਆਪਣੀ ਕੋਈ ਰਾਏ ਰੱਖਣਾ ਚਾਹੁੰਦੇ ਹੋ, ਸਾਨੂੰ ਕੋਈ ਨੌਲੇਜ ਦੇਣਾ ਚਾਹੁੰਦੇ ਹੋ, ਸਾਡੇ ਨਾਲ ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਵਿੱਚ ਤੁਹਾਡੀ ਕਾਲ ਦਾ ਇੰਤਜ਼ਾਰ ਰਹੇਗਾ। ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿਦ ਨਾਚੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ। ਤਰਨ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਨਮਸਕਾਰ, ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਬਿਲਕੁਲ। ਤੇ ਸਰ ਕਿਵੇਂ ਦਾ ਚੱਲ ਰਿਹਾ ਦਿਨ? ਤੇ ਅਸੀਂ ਦੇਖ ਰਹੇ ਹਾਂ ਮੌਸਮ ਵੀ ਲਗਾਤਾਰ ਵਧੀਆ ਹੁੰਦਾ ਜਾ ਰਿਹਾ। ਪੈਂਡੈਮਿਕ ਦੇ ਦੌਰਾਨ ਹੁਣ ਹੌਲੀ ਹੌਲੀ ਖੁੱਲਣਾ ਸ਼ੁਰੂ ਹੋ ਚੁੱਕਿਆ, ਕੇਸਿਸ ਵੀ ਘਟ ਰਹੇ ਨੇ, ਕੀ ਕਹਿਣਾ ਚਾਹੋਗੇ? ਸਹੀ ਗੱਲ ਹੈ ਤਰਨ, ਮੌਸਮ ਤਾਂ ਸੱਚੀ ਬਹੁਤ ਸੋਹਣਾ। ਅਸੀਂ ਗਰਮੀ ਪਤਾ ਗੱਲ ਕੀ ਹੈ, ਅਸੀਂ ਕੈਨੇਡੀਅਨਸ ਆਪਦੀ ਗੱਲ ਕਰ ਰਹੇ ਹਾਂ ਜੀ। ਅਸੀਂ ਇਹ ਜੀ ਧੁੱਪ ਮਸਾਂ ਉਡੀਕਦੇ ਹਾਂ, ਕਿਉਂਕਿ ਇੰਡੀਆ 'ਚ ਜਿੰਨੀ ਇਹ ਗਰਮੀ ਆ ਤਾਂ ਉੱਥੇ ਗਰਮੀ ਬਹੁਤ ਲੱਗਣ ਆਉਂਦੀ, ਕਿਉਂਕਿ ਲਗਾਤਾਰ ਗਰਮੀ ਚੱਲਦੀ ਆ। ਇੱਥੇ ਸਾਨੂੰ ਕਿਤੇ ਕਿਤੇ ਗਰਮੀ ਮਿਲਦੀ ਹੈ ਜੀ, ਬਹੁਤ ਥੋੜੇ ਦਿਨ ਹੁੰਦੇ, ਗਿਣਤੀ ਦੇ ਦਿਨ ਹੁੰਦੇ ਆ। ਸੋ ਜਦੋਂ ਧੁੱਪ ਨਿਕਲਦੀ ਆ 30 ਡਿਗਰੀ ਦੇ ਨੇੜੇ ਟੈਂਪਰੇਚਰ ਚਲਾ ਜਾਂਦਾ, ਸਾਨੂੰ ਬੜਾ ਚੰਗਾ ਲੱਗਦਾ। ਪਰ ਜਿਹੜਾ ਕੋਵਿਡ ਵਾਲਾ ਉਹਦੇ ਕਰਕੇ ਤਾਂ ਹਲੇ ਬੰਦ ਹੈ। ਹੋਪਫੁਲੀ ਕੋਵਿਡ ਕੰਟਰੋਲ 'ਚ ਆ ਜਾਵੇਗਾ, ਆ ਰਿਹਾ ਲੱਗਦਾ। ਸਾਡੀਆਂ ਸਰਕਾਰਾਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਉਹਦੇ ਮੁਤਾਬਕ ਉਹਦਾ ਜਿਹੜੇ ਸਾਨੂੰ ਰਿਜ਼ਲਟਸ ਆ ਰਹੇ ਨੇ, ਪੋਜ਼ੀਟਿਵ ਰਿਜ਼ਲਟਸ ਨੇ ਕਿ ਕੰਟਰੋਲ ਦੇ ਵਿੱਚ ਹੈਗਾ। ਹੋਪਫੁਲੀ ਸਾਰਾ ਕੰਟਰੋਲ 'ਚ ਆ ਜਾਵੇਗਾ ਤੇ ਸਾਰੀ ਦੁਨੀਆ ਜਿਵੇਂ ਪਹਿਲਾਂ ਤੋਂ ਜ਼ਿੰਦਗੀ ਚੱਲਦੀ ਸੀ ਉਵੇਂ ਛੇਤੀ ਹੋਈ ਮੰਨਣ ਲੱਗ ਪੈਣਗੇ। ਪਰ ਹਾਂ ਸਰ, ਨਾਲ ਇਹ ਜ਼ਰੂਰ ਦੱਸ ਦਈਏ ਕਿ ਪ੍ਰੀਕਾਸ਼ਨਸ ਹਜੇ ਵੀ ਰੱਖਣੇ ਜ਼ਰੂਰੀ ਨੇ। ਹਜੇ ਦਵਾਈ ਨਹੀਂ ਜੀ ਆਈ, ਆਪਾਂ ਹਰ ਵਾਰੀ ਗੱਲ ਕਰਦੇ ਦਵਾਈ ਨਹੀਂ ਅਜੇ ਆਈ, ਭਾਈ ਖਿਆਲ ਰੱਖੋ ਜੀ। ਬਿਲਕੁਲ। ਤੇ ਸਰ ਖਬਰਾਂ ਡਿਸਕਸ ਕਰਨੀਆਂ ਸਟਾਰਟ ਕਰੀਏ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੀਆਂ ਅੱਜ ਪ੍ਰਮੁੱਖ ਖਬਰਾਂ ਦੇ ਉੱਤੇ ਅਸੀਂ ਨਜ਼ਰ ਮਾਰਨ ਜਾ ਰਹੇ ਹਾਂ। ਜ਼ਰੂਰ ਜੀ। ਸੋ ਅੱਜ ਜੀ ਦੱਸ ਦਈਏ ਜਿਨ੍ਹਾਂ ਖਬਰਾਂ ਉੱਤੇ ਨਜ਼ਰ ਮਾਰਨ ਜਾ ਰਹੇ ਹਾਂ। ਮਿਸਟਰ ਬੋਲਟਨ ਦੀ ਜਿਹੜੀ ਕਿਤਾਬ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਟਰੂਡੋ ਸਾਹਿਬ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਮਿਸਟਰ ਟਰੰਪ। ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਇੱਕ ਪੁਲਿਸ ਅਫਸਰ ਗੋਲੀ ਦੇ ਨਾਲ ਹਲਾਕ, ਇੱਕ ਜ਼ਖਮੀ। ਅਮਰੀਕਾ ਦੇ ਵਿੱਚ ਇਸ ਵਕਤ ਚੀਨ ਨੂੰ ਲੈ ਕੇ ਇੱਕ ਨਵਾਂ ਬਿਆਨ ਜਾਰੀ ਆਇਆ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਦੀ ਨਾਲ ਇਹ ਵੀ ਦੱਸਾਂਗੇ ਕਿ ਆਸਟ੍ਰੇਲੀਆ ਵਿੱਚ ਜਿੱਥੇ ਕੱਲ ਅਸੀਂ ਰੇਸਿਜ਼ਮ ਦੀ ਗੱਲ ਕੀਤੀ ਸੀ, ਅੱਜ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ, ਕਿੱਥੇ ਕੀਤੀ ਗਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਆਸਟ੍ਰੇਲੀਆ ਦੇ ਉੱਤੇ ਸਾਈਬਰ ਅਟੈਕ ਹੋਇਆ, ਆਸਟ੍ਰੇਲੀਆ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਭਾਰਤ ਵਿੱਚ ਇਸ ਵੇਲੇ ਚੀਨੀ ਸਮਾਨ ਨੂੰ ਬਾਈਕਾਟ ਕਰਨ ਦੀ ਇਸ ਵਕਤ ਜਿਹੜੀ ਮੁਹਿੰਮ ਜ਼ੋਰ ਸ਼ੋਰ ਫੜ ਰਹੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਟਰੂਡੋ ਸਾਹਿਬ ਨੇ ਆਪਣੇ ਪਾਰਲੀਮੈਂਟ ਦੇ ਦੌਰਾਨ ਇੱਕ ਜਿਹੜਾ ਗੱਲਬਾਤ ਕੀਤੀ ਹੈ, ਇੱਕ ਮਿਨਿਸਟਰ ਨੂੰ ਉਹਦੇ ਉੱਤੇ ਦੋਸ਼ ਲੱਗੇ ਸੀ, ਇਸ ਦੇ ਬਾਵਜੂਦ ਉਹਨਾਂ ਨੂੰ ਇਲੈਕਸ਼ਨਸ ਵਿੱਚ ਖੜਾ ਕੀਤਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਜਗਮੀਤ ਸਿੰਘ ਨੇ ਮੁਆਫੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਇਹ ਵੀ ਡਿਸਕਸ ਕਰਾਂਗੇ। ਤੇ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਖਬਰਾਂ ਡਿਸਕਸ ਕਰਾਂਗੇ। ਸਰ ਸ਼ੁਰੂਆਤ ਕਰਦੇ ਹਾਂ। ਚੀਨ ਨੇ ਜੋ 2 ਕੈਨੇਡੀਅਨ ਨਾਗਰਿਕ ਫੜੇ ਸੀ ਤੇ ਹੁਣ ਉਹਨਾਂ ਨਾਗਰਿਕਾਂ ਉੱਤੇ ਸਪਾਈ ਦਾ ਯਾਨੀ ਕਿ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ, ਕਿੰਨਾ ਕੁ ਸਹੀ ਹੈ ਦੋਸ਼? ਤਰਨ ਦੇਖੋ, ਇਹ ਲੱਗਦਾ ਇਸ ਹਿਸਾਬ ਦੇ ਵਿੱਚ ਹੈ ਕਿ ਸਾਰਾ ਪੋਲੀਟੀਕਲ ਚੱਕਰ ਹੈ ਜੀ। ਕੋਈ ਜੀ ਸਾਡੇ ਹੁਵਾਵੇ ਦੀ ਜਿਹੜੀ CFO ਹੈ, ਉਹਦੇ ਹੁਵਾਵੇ ਦੇ ਜਿਹੜਾ ਓਨਰ ਹੈ ਉਹਦੀ ਬੇਟੀ ਹੈ, ਉਹ ਸਾਡੇ ਇਸ ਵੇਲੇ ਵੈਨਕੂਵਰ ਦੇ ਵਿੱਚ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੈ USA ਦੇ ਕਹਿਣ ਕਰਕੇ। USA ਦੇ ਵਿੱਚ ਉਹ ਲੋੜੀਂਦੀ ਹੈਗੀ ਆ, ਕੇਸ ਚੱਲਦਾ ਐਕਸਟ੍ਰਾਡਾਈਟ ਕਰਨ ਦਾ। ਉਹ ਕੇਸ ਸਾਡੀ BC ਕੋਰਟ ਨੇ ਪਿਛਲੇ ਮਹੀਨੇ ਅਲਾਉ ਕਰ ਦਿੱਤਾ ਸੀ ਕਿ ਉਹ ਕੇਸ ਚੱਲ ਸਕਦਾ ਹੈਗਾ। ਇਹ ਲੱਗਦਾ ਉਹਦੀ ਰਿਟੈਲੀਏਸ਼ਨ ਹੈ। ਜਿਹੜੇ ਸਾਡੇ 2 ਉੱਥੇ ਸਾਡੇ ਕੈਨੇਡੀਅਨਸ ਚਾਈਨਾ ਗਵਰਨਮੈਂਟ ਨੇ ਪਹਿਲਾਂ ਫੜੇ ਹੋਏ ਸੀਗੇ, ਮਾਈਕਲ ਕੋਵਰਿਗ ਤੇ ਮਾਈਕਲ ਸਪਾਵੋਰ। ਉਹਨਾਂ ਨੂੰ ਜੀ ਇਸ ਇੱਕ ਨੂੰ ਤਾਂ ਬੀਜਿੰਗ ਦੇ ਵਿੱਚ ਫੜਿਆ ਗਿਆ ਸੀਗਾ, ਇੱਕ ਨੂੰ ਨਾਰਥ ਕੋਰੀਆ ਦੇ ਕਹਿੰਦੇ ਬਾਰਡਰ ਦੇ ਕੋਲੇ ਫੜਿਆ ਗਿਆ, ਔਰ ਦੋਨਾਂ ਦੇ ਜਿਹੜੇ ਸਪਾਈਂਗ ਦੇ ਲਾਏ ਗਏ ਨੇ ਜੀ। ਔਰ ਉਹ ਹੁਣ ਜਿਹੜੀ ਸਾਡੀ ਸਰਕਾਰ ਹੈ ਕੈਨੇਡੀਅਨ ਨੇ ਕੋਸ਼ਿਸ਼ ਤਾਂ ਬਥੇਰੀ ਕੀਤੀ ਹੈ, ਮੇਰੇ ਖਿਆਲ ਬਿਹਾਈਂਡ ਦਾ ਡੋਰਸ ਵੀ, ਬਿਹਾਈਂਡ ਦਾ ਜਿਹੜਾ ਪਰਦੇ ਦੇ ਪਿੱਛੇ ਵੀ ਜੋ ਕੁਛ ਹੈ ਜਾਂ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹਜੇ ਤੱਕ ਗੱਲ ਨਹੀਂ ਬਣੀ। ਤੇ ਅੱਜ ਜਸਟਿਨ ਟਰੂਡੋ ਸਾਹਿਬ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ। ਉਹ ਕਹਿੰਦੇ ਵੀ ਅਸੀਂ ਸਾਡੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਇਹਨਾਂ ਨੂੰ ਵਾਪਸ ਕੈਨੇਡਾ ਲੈ ਕੇ ਆਂਦਾ ਜਾਵੇ, ਪਰ ਹੁਣ ਇਉਂ ਲੱਗਦਾ ਹੈ ਕਿ ਗੱਲ ਲੰਬੀ ਬਹੁਤ ਹੋ ਜਾਵੇਗੀ। ਇਹ ਛੇਤੀ ਕੀਤੇ ਇਹਨਾਂ ਨੂੰ ਉੱਥੇ ਲਿਆਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਜਦ ਤੱਕ ਡਿਪਲੋਮੈਟਿਕ ਲੈਵਲ ਦੇ ਉੱਤੇ ਕੋਈ ਰਾਜੀਨਾਮਾ ਨਹੀਂ ਹੁੰਦਾ, ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਚਾਈਨਾ ਨੇ ਇਹ ਜਿਹਨੂੰ ਆਪਾਂ ਕਹਿੰਦੇ ਪੌਨਸ ਨੇ, ਇਹ ਪਿਆਦੇ ਨੇ ਸ਼ਤਰੰਜ ਦੀ ਖੇਡ ਦੇ ਵਿੱਚ, ਉਹਨਾਂ ਦੇ 2 ਬਹੁਤ ਵੱਡੇ ਉਹਨਾਂ ਦੇ ਹੱਥ ਵਿੱਚ ਆਏ ਹੋਏ ਨੇ। ਔਰ ਜਿਹੜੀ ਹੁਵਾਵੇ ਦੀ ਜਿਹੜੀ CFO ਹੈਗੀ ਆ, ਉਹਨੂੰ ਉਹਦੇ ਨਾਲ ਬਰਾਬਰ ਤੁਲਨਾ ਹੋਏਗੀ ਜੀ। ਤੇ ਜੇ ਉਹਨੂੰ ਛੱਡਣਗੇ ਤਾਂ ਉਹਨਾਂ ਨੂੰ ਛੱਡਣਗੇ, ਤਾਂ ਲੱਗਦਾ ਇਸ ਹਿਸਾਬ 'ਚ ਕਿ ਇਹ ਗੱਲ ਛੇਤੀ ਨਿਬੜਨ ਵਾਲੀ ਨਹੀਂ, ਕਿਉਂਕਿ US ਹੁਵਾਵੇ ਦੀ ਜਿਹੜੀ CFO ਉਹਨੂੰ ਚਾਹੁੰਦਾ ਜੀ ਤੇ ਉਹਦਾ ਕੇਸ ਚੱਲ ਰਿਹਾ।
ਸਰ ਚਾਈਨਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਨਾਲ ਕਾਫੀ ਉਹਨਾਂ ਦੇ ਨਾਲ ਵਪਾਰਕ ਸੰਬੰਧ ਵੀ ਰਹੇ ਨੇ ਤੇ ਪਿੱਛੇ ਜੇ ਮਿਸਟਰ ਟਰੂਡੋ ਇਸ ਗੱਲ ਨੂੰ ਲੈ ਕੇ ਵੀ ਜ਼ਰਾ ਹੋਏ ਸੀਗੇ, ਉਹਨਾਂ ਦੀ ਨਿਖੇਧੀ ਵੀ ਹੋਈ ਸੀ ਕਿ ਮਾਰਗੇजेस ਨੂੰ ਲੈ ਕੇ, ਕਿ ਜਦੋਂ ਪਤਾ ਲੱਗਿਆ ਸੀ ਕਿ ਚਾਈਨੀਜ਼ ਬੈਂਕ ਤੋਂ ਮਾਰਗੇजेस ਵਗੈਰਾ ਜਾਂਦੀਆਂ ਨੇ, ਸੋ ਅਜਿਹੇ ਵਿੱਚੋਂ ਖੁੱਲ ਕੇ ਕੋਈ ਡਿਸੀਜਨ ਨਹੀਂ ਲੈ ਪਾ ਰਹੇ ਜਾਂ ਖੁੱਲ ਕੇ ਕਿਸੇ ਵੀ ਗੱਲ ਦੀ ਨਿਖੇਧੀ ਨਹੀਂ ਕਰ ਪਾ ਰਹੇ ਚਾਈਨਾ ਨੂੰ ਲੈ ਕੇ। ਗੱਲ ਇਹ ਤਰਨ ਜਿਹੜੇ ਸਾਡੇ ਫੋਰਨ ਮਿਨਿਸਟਰ ਸਾਹਿਬ ਨੇ ਉਹਨਾਂ ਨੇ 2 ਮਾਰਗੇजेस ਲਈ ਹੋਈਆਂ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਔਰ ਉਹਨਾਂ ਤੇ ਇਤਰਾਜ਼ ਹੋਇਆ ਕਿ ਜੇ ਸਾਡੀ ਚਾਈਨਾ ਨਾਲ ਬਣ ਨਹੀਂ ਰਹੀ ਤੇ ਅਸੀਂ ਚਾਈਨੀਜ਼ ਬੈਂਕਸ ਤੋਂ ਕਿਉਂ ਮਾਰਗੇਜ ਲਈਆਂ ਨੇ। ਔਰ ਗੱਲ ਬਣਦੀ ਲੱਗਦਾ ਵੀ ਜਾਇਜ਼, ਕਿਉਂਕਿ ਜਾਂ ਤਾਂ ਇਹ ਹੋਵੇ ਸਿਰਫ ਇੱਕ ਬੈਂਕ ਹੀ ਹੈ ਜਾਂ 2 ਬੈਂਕਸ ਹੀ ਨੇ, ਉਹਨਾਂ ਵਿੱਚੋਂ ਉਹਨਾਂ ਨੇ, ਸਾਡੇ ਤਾਂ ਕੈਨੇਡਾ ਦੇ ਵਿੱਚ ਬੜੇ ਬੈਂਕ ਨੇ 6 ਤਾਂ ਬੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ, ਐਂਡ ਦੇ ਆਰ ਵੈਰੀ ਸੇਫ ਇੰਸਟੀਟਿਊਸ਼ਨ। ਸਾਡੀਆਂ ਜਿਹੜੀਆਂ ਕੈਨੇਡੀਅਨ ਇੰਸਟੀਟਿਊਸ਼ਨਸ ਨੇ ਤਰਨ, ਜਦੋਂ ਕੁਝ ਸਾਲ ਪਹਿਲਾਂ US ਦੇ ਵਿੱਚ ਕਈ ਬੈਂਕਾਂ ਬੈਂਕਰਪਟ ਹੋ ਗਈਆਂ ਸਨ, ਉਸ ਵੇਲੇ ਜਿਹੜਾ ਸਾਡਾ ਬੈਂਕਿੰਗ ਸਿਸਟਮ ਹੈ ਇੰਨਾ ਵਧੀਆ ਸੀ, ਇਹਨੇ ਸਸਟੇਨ ਕੀਤਾ ਸੀਗਾ। ਔਰ ਜੇ ਅਸੀਂ ਇੰਨੀਆਂ ਵਧੀਆ ਬੈਂਕਿੰਗ ਸਿਸਟਮ ਦੇ ਨੂੰ ਅਸੀਂ ਆਪ ਨਹੀਂ ਉਹਨਾਂ ਤੋਂ ਮਾਰਗੇजेस ਲੈਂਦੇ, ਅਸੀਂ ਆਪ ਨਹੀਂ ਉਹਨਾਂ ਦੀ ਸਪੋਰਟ ਕਰਦੇ, ਤਾਂ ਅਸੀਂ ਕੀ ਆਸ ਰੱਖਦੇ ਹਾਂ ਜਿਹੜੇ ਸਾਡੇ ਬਾਕੀ ਦੇ ਲੋਕਾਂ ਨੂੰ ਅਸੀਂ ਉਹਨਾਂ ਬੈਂਕਾਂ ਤੋਂ ਸਪੋਰਟ ਲੈਣ ਦੀ। ਸੋ ਇਹ ਗੱਲ ਬਿਲਕੁਲ ਜਾਇਜ਼ ਹੈ ਜੀ ਕਿ ਜਿਹੜੇ ਫੋਰਨ ਮਿਨਿਸਟਰ ਸਾਹਿਬ ਚਾਈਨੀਜ਼ ਬੈਂਕ ਤੋਂ ਕਿਉਂ ਲਿਆ ਉਹਨਾਂ ਨੇ ਲੋਨ, ਔਰ ਖਾਸ ਕਰਕੇ ਹੁਣ ਜਦੋਂ ਅਜਿਹਾ ਹੋ ਗਿਆ ਹੈ ਔਰ ਜਿਹੜੀ ਮਾਰਗੇਜ ਆ ਉਹ ਟ੍ਰਾਂਸਫਰ ਕਰਨੀ ਕੋਈ ਔਖੀ ਨਹੀਂ ਹੈ, ਐਂਡ ਜਸਟ ਫॉर द PR ਸੇਕ ਆਫ ਦ PR ਜੇ ਪਬਲਿਕ ਰਿਲੇਸ਼ਨਸ ਆ ਉਹਦੇ ਸੇਕ ਵਾਸਤੇ ਵੀ ਉਹਨਾਂ ਨੂੰ ਜ਼ਰੂਰ ਇਸ ਗੱਲ ਨੂੰ ਬਦਲ ਲੈਣਾ ਚਾਹੀਦਾ ਜੀ। ਜੀ ਬਿਲਕੁਲ ਸਰ, ਅਗਲੀ ਖਬਰ ਵੱਲ ਵਧੀਏ ਤਾਂ ਇਸ ਵਕਤ ਜੋ ਖਬਰ ਬਹੁਤ ਜ਼ਿਆਦਾ ਤੂਲ ਫੜ ਰਹੀ ਹੈ, ਮਿਸਟਰ ਟਰੂਡੋ ਦੇ ਉੱਤੇ ਇੱਕ ਖਬਰ ਆਈ ਹੈ ਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਇੱਕ ਕੈਂਡੀਡੇਟ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਦੋਸ਼ ਲੱਗੇ ਹੋਏ ਨੇ, ਇਸ ਦੇ ਬਾਵਜੂਦ ਉਹਨਾਂ ਨੂੰ ਸੀਟ ਦਿੱਤੀ ਗਈ ਹੈ। ਕਿਸੇ ਟਾਈਮ ਮੀ ਟੂ ਜਿਹੜੀ ਮੁਹਿੰਮ ਬਹੁਤ ਜ਼ਿਆਦਾ ਉਹਨੇ ਜ਼ੋਰ ਫੜਿਆ ਸੀ ਤੇ ਉਸ ਦੌਰਾਨ ਬਹੁਤ ਸਾਰੇ ਕਈ ਅਜਿਹੇ ਸਿਆਸਤਦਾਨ ਸੀ ਜਿਨ੍ਹਾਂ ਨੂੰ ਆਪਣੀਆਂ ਕੁਰਸੀਆਂ ਤੱਕ ਛੱਡਣੀਆਂ ਪਈਆਂ ਸੀ, ਕਈਆਂ ਨੂੰ ਅਸਤੀਫੇ ਦੇਣੇ ਪਏ ਸੀ। ਇੱਥੇ ਸੈਕਸ਼ੂਅਲ ਹਰਾਸਮੈਂਟ ਦਾ ਦੋਸ਼ ਲੱਗਣ ਦੇ ਬਾਵਜੂਦ, ਹਾਲਾਂਕਿ ਉਹ ਸਾਬਿਤ ਹੋਇਆ ਨਹੀਂ ਹੋਇਆ ਇੱਕ ਵੱਖਰੀ ਗੱਲ ਹੈ, ਦੋਸ਼ ਲੱਗਣ ਦੇ ਬਾਵਜੂਦ ਉਹਨਾਂ ਨੂੰ ਅੱਗੇ ਚੋਣਾਂ ਲੜਾਈਆਂ ਜਾਂਦੀਆਂ ਨੇ। ਤਰਨ 2015 ਦੇ ਵਿੱਚ ਜਦੋਂ ਪਿਛਲੀ ਵਾਰੀ ਇਹ ਮੈਂਬਰ ਪਾਰਲੀਮੈਂਟ ਬਣੇ ਸਨ, ਮਾਰਵਨ ਟਬਾਰਾ ਜੀ ਇਹਨਾਂ ਦਾ ਨਾਮ, ਇਹ ਕਿਚਨਰ ਵਾਟਰਲੂ ਦੇ ਕਿਚਨਰ ਸਾਊਥ ਹੈਸਪਲਰ ਉਸ ਏਰੀਆ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਨੇ ਜੀ, ਔਰ ਉਦੋਂ ਦਾ ਵੀ ਪਤਾ ਸੀਗਾ ਕਿ ਇਹਨਾਂ ਤੇ ਇਹ ਦੋਸ਼ ਲੱਗੇ ਹੋਏ ਨੇ। ਤੇ ਹੁਣ ਜਦੋਂ ਜਿਹੜੀ ਪਿਛਲੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ ਪਾਸ ਕਰਨ ਵਾਸਤੇ ਪਾਰਟੀ ਨੇ ਤਕਰੀਬਨ 6 ਮਹੀਨੇ ਲਾਏ ਸੀ, ਇਮੇਜਿਨ ਕਰੋ। ਸੋ ਸਮਥਿੰਗ ਵਾਸ ਗੋਇੰਗ ਔਨ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਬੜੀ ਹੋਈ ਹੈ ਕਿ ਜਦੋਂ ਪਿਛਲੀ ਵਾਰੀ ਜੋ ਕੁਝ ਦਿਨ ਪਹਿਲਾਂ ਇੱਕ ਕੇਸ ਬਾਹਰ ਆਇਆ, ਜਦੋਂ ਗੋਲਫ ਦੇ ਵਿੱਚ ਇਹ ਸਾਡੇ ਇੱਕ ਲੋਕਲ ਜਿਹੜਾ ਕੈਨੇਡੀਅਨ ਟੋਰਾਂਟੋ ਦਾ ਗਲੋਬਲ ਹੈ ਜੀ, ਉਹਨੇ ਇਸ ਦੀ ਖਬਰ ਬਾਹਰ ਕੱਢੀ ਸੀਗੀ, ਔਰ ਉਦੋਂ ਜਿਹੜਾ ਜਸਟਿਨ ਟਰੂਡੋ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਮੈਨੂੰ ਤਾਂ ਜੂਨ ਦੇ ਸ਼ੁਰੂ ਵਿੱਚ ਹੀ ਪਤਾ ਲੱਗਿਆ। ਇਹ 2 ਗੱਲਾਂ ਮੈਚ ਨਹੀਂ ਕਰਦੀਆਂ, ਕਿਉਂਕਿ ਇਹ ਹੋਣਾ ਬਹੁਤ ਮੁਸ਼ਕਿਲ ਹੈ ਕਿ ਉਦੋਂ ਉਸ ਵੇਲੇ ਜਦੋਂ ਇਸ ਮਾਰਵਨ ਟਬਾਰਾ ਸਾਹਿਬ ਨੂੰ ਅਪਰੂਵ ਕੀਤਾ ਜਾ ਰਿਹਾ ਸੀ ਪਾਰਟੀ ਵੱਲੋਂ, ਤੇ ਤੁਸੀਂ ਲੀਡਰ ਹੋ ਪਾਰਟੀ ਦੇ, ਇਹ ਐਂਡ ਚਾਂਸਸ ਆ ਕਿ ਤੁਹਾਡੇ ਕੋਲ ਇਹ ਖਬਰ ਆਈ ਜ਼ਰੂਰ ਹੋਵੇਗੀ, ਤੁਹਾਨੂੰ ਜ਼ਰੂਰ ਪਤਾ ਹੋਵੇਗਾ। ਜੇ ਨਹੀਂ ਪਤਾ ਤਾਂ ਤੁਸੀਂ ਕਿਹੜੀ ਗੱਲ ਦੇ ਲੀਡਰ ਹੋ ਤੁਸੀਂ, ਜਾਣੀ ਦੀ ਇਸ ਗੱਲ ਨੂੰ ਜਿਹੜਾ ਅੱਖੋਂ ਪਰੋਖੇ ਕੀਤਾ ਗਿਆ ਔਰ ਇਹਨਾਂ ਨੂੰ ਦੁਬਾਰੇ ਫੇਰ ਟਿਕਟ ਦਿੱਤਾ ਗਿਆ। ਹੁਣ ਉਹ ਦੁਬਾਰੇ ਫੇਰ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਹੁਣ ਕੇਸ ਚੱਲ ਪਿਆ। ਹੁਣ ਇਹ ਗੱਲਾਂ ਨੂੰ ਮੰਨਿਆ ਜਾ ਰਿਹਾ, ਪਹਿਲਾਂ ਕਿਉਂ ਨਹੀਂ ਮੰਨਿਆ ਗਿਆ, ਪਹਿਲਾਂ ਹੋਈ ਐਸੀ ਗੱਲ ਕਿਉਂ ਨਹੀਂ ਕੀਤੀ ਗਈ ਕਿ ਇਹਨਾਂ ਨੂੰ, ਜੇ ਇਹਨਾਂ ਤੇ ਕੇਸ ਚੱਲਦੇ ਸੀਗੇ, ਪਤਾ ਸੀਗਾ ਵੀ ਇਹਨਾਂ ਦੇ ਹਾਲਾਤ ਅਜਿਹੇ ਬਣ ਜਾਣਗੇ ਕਿ ਚੈਲੰਜ ਵੀ ਹੋਣਗੇ, ਤਾਂ ਇਹਨਾਂ ਨੂੰ ਜ਼ਰੂਰ ਉਸ ਵੇਲੇ ਰਿਜੈਕਟ ਕਰ ਦੇਣਾ ਚਾਹੀਦਾ ਸੀਗਾ, ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਕੈਂਡੀਡੇਟ ਆਉਣਾ ਚਾਹੀਦਾ ਸੀਗਾ ਜੀ। ਜੀ ਬਿਲਕੁਲ ਸਰ, ਇਸ ਤੋਂ ਬਾਅਦ ਪਰਸੋਂ ਚੌਥੇ ਸੁਰਖੀਆਂ 'ਚ ਛਾਏ ਹੋਏ ਨੇ NTP ਆਗੂ ਜਗਮੀਤ ਸਿੰਘ। ਕੋਈ ਅਜਿਹਾ ਉਹ ਕਮੈਂਟ ਕਰਦੇ ਨੇ, ਉਸ ਤੋਂ ਬਾਅਦ ਮਿਸਟਰ ਟਰੂਡੋ ਉਹਨਾਂ ਦੇ ਬਚਾਅ ਵਿੱਚ ਆਉਂਦੇ ਨੇ ਤੇ ਅੱਜ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਮੁਆਫੀ ਨਹੀਂ ਮੰਗਣਗੇ ਉਹ ਆਪਣੀ, ਜੋ ਉਹਨਾਂ ਨੇ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਤੇ ਖਾਸ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਸੋ ਇਸ ਲਈ ਮੁਆਫੀ ਮੰਗਣਾ ਭੁੱਲ ਜਾਣ। ਜਿਹੜੇ ਬਲਾਕ ਲੀਡਰ ਨੇ ਜੀ ਮਾਰੀਓ ਫ੍ਰੈਂਚ ਬਲੈਂਸ਼ਾਰਡ, ਉਹਨਾਂ ਲੀਡਰ ਨੇ ਜੀ, ਉਹਨਾਂ ਨੇ ਅੱਜ ਫੇਰ ਇਹ ਮੰਗ ਦੁਹਰਾਈ ਆ, ਕਹਿੰਦੇ ਮਾਫੀ ਮੰਗਣੀ ਪਏਗੀ, ਤੇ ਜਗਮੀਤ ਹੋਣਾ ਨੇ ਇਸ ਗੱਲ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਉਹਨਾਂ ਨੇ ਬੇਸ ਕੀ ਕਿਹਾ, ਉਹ ਕਹਿੰਦੇ ਨੇ ਜੀ ਮੈਂ ਜੇ ਹੁਣ ਮੁਆਫੀ ਮੰਗ ਲੈਣਾ ਤਾਂ ਮੈਂ ਉਹਨਾਂ ਸਾਰੇ ਲੋਕਾਂ ਵੱਲੋਂ ਮੁਆਫੀ ਮੰਗ ਰਿਹਾ ਹਾਂ ਜਿਹੜੇ ਕਿ ਬਲੈਕ ਲਾਈਵਸ ਮੈਟਰ ਵਾਲੇ ਨੇ, ਜਿਹੜੇ ਨੇਟਿਵ ਇੰਡੀਅਨਸ ਨੇ, ਉਹਨਾਂ ਦੇ ਨਾਲ ਜੋ ਧੱਕਾ ਹੁੰਦਾ, ਜਿਹੜੇ ਮਾਈਨੋਰਟੀਜ਼ ਨਾਲ ਧੱਕਾ ਹੁੰਦਾ, ਕਹਿੰਦਾ ਮੈਂ ਉਹਨਾਂ ਦੇ ਬਿਹਾਫ ਤੇ ਮਾਫੀ ਮੰਗਾਂਗਾ, ਜਿਹੜੀ ਕਿ ਮੈਂ ਬਿਲਕੁਲ ਨਹੀਂ ਮੰਗਾਂਗਾ ਇਹਦੀ ਮੈਨੂੰ ਕੋਈ ਵੀ ਕੀਮਤ ਦੇਣੀ ਪੈ ਜਾਵੇ। ਹੁਣ ਕੰਮ ਅੜ ਗਿਆ ਜੀ। ਔਰ ਜਿਹੜੀ ਇਹ ਗੱਲ ਹੋਈ ਆ, ਆਪਾਂ ਕੱਲ ਥੋੜੀ ਜਿਹੀ ਗੱਲ ਕੀਤੀ ਸੀਗੀ ਕਿ ਪਾਰਲੀਮੈਂਟ ਵਿੱਚ ਹੋਇਆ ਕੀ ਸੀਗਾ, ਅੱਜ ਉਹ ਗੱਲ ਕੁਝ ਹੋਰ ਵੱਧ ਕੇ ਆਈ ਹੈ ਕਿ ਜਦੋਂ ਇਸ ਨੂੰ ਪਾਸ ਕਰਨ ਬਾਰੇ ਗੱਲ ਚੱਲੀ ਸੀਗੀ, ਸਾਰੀ ਪਾਰਲੀਮੈਂਟ ਜਿਹੜੀ ਬੈਠੀ ਸੀ ਉਸ ਵੇਲੇ ਸਾਰਿਆਂ ਵੱਲੋਂ ਆਲਮੋਸਟ ਅਪਰੂਵਲ ਸੀ, ਸਿਰਫ ਇੱਕੋ ਬੰਦਾ
ਜਿਹਨੇ ਬਹੁਤ ਉੱਚੀ ਨੋ ਗੱਲ ਕਹੀ ਸੀਗੀ ਔਰ ਜਦੋਂ ਮੁੜ ਕੇ ਜਗਮੀਤ ਹੋਣਾ ਨੇ ਵਾਪਸ ਉਹਦੇ ਵੱਲ ਦੇਖਿਆ ਵੀ ਹੈ ਪਰ ਉਹਨੇ ਉਸੇ ਵੇਲੇ ਜਿਹੜਾ ਆਪਾਂ ਹੱਥ ਮਾਰਨ ਦੀ ਗੱਲ ਕੀਤੀ ਸੀਗੀ ਉਸ ਵੇਲੇ ਇਸ਼ਾਰਾ ਉਸ ਵੇਲੇ ਉਹ ਕੀਤਾ ਗਿਆ ਸੀਗਾ। ਇਹ ਐਸੀ ਗੱਲ ਹੁਣ ਹੋ ਗਈ ਹੈ ਕਿ ਜਿਹੜਾ ਕਬੈਕ ਦੀ ਸੁਸਾਇਟੀ ਹੈ ਤਰਨ ਇਟਸ ਡਿਫਰੈਂਟ ਦੈਨ ਰੈਸਟ ਆਫ ਦ ਕੰਟਰੀ। ਕਬੈਕ ਦੇ ਵਿੱਚ ਅੱਗੇ ਵੀ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ ਕਿ ਸਿਰ ਦੇ ਉੱਤੇ ਜਿਹੜਾ ਮੁਸਲਿਮਸ ਵੱਲੋਂ ਜਿਹੜਾ ਵੇਲ ਲਿਆ ਜਾਂਦਾ ਹੈਗਾ ਉਹਦੇ ਉੱਤੇ ਰੌਲਾ ਪਿਆ ਸੀਗਾ, ਜਿਹੜੀ ਦਸਤਾਰ ਆ ਉਹਦੇ ਉੱਤੇ ਰੌਲਾ ਪਿਆ ਸੀਗਾ ਔਰ ਫਰਾਂਸ ਦੇ ਵਿੱਚ ਵੀ ਦਸਤਾਰ ਦੇ ਉੱਤੇ ਬੜਾ ਰੌਲਾ ਪਿਆ ਸੀਗਾ ਔਰ ਉਹ ਸੁਸਾਇਟੀ ਦੇ ਵਿੱਚ ਇਹ ਗੱਲਾਂ ਹੈਗੀਆਂ ਨੇ, ਕੋਈ ਮੰਨੇ ਜਾਂ ਨਾ ਮੰਨੇ, ਕਿਉਂਕਿ ਉੱਥੇ ਜ਼ਰੂਰ ਜਿਹੜੇ ਬਾਹਰਲੇ ਲੋਕ ਆ ਉਹਨਾਂ ਨੂੰ ਕਈ ਮੈਨੂੰ ਧਾਰਮਿਕ ਚਿੰਨ੍ਹ ਪਾ ਕੇ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਬਿਲਕੁਲ ਸਹੀ ਗੱਲ ਸਰ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਮੈਟਰ ਕਰਦੀਆਂ ਨੇ ਔਰ ਜਗਮੀਤ ਹੁਣ ਜਿਹੜੀ ਗੱਲ ਤੇ ਅੜੇ ਹੋਏ ਨੇ ਔਰ ਬਾਕੀ ਜਿਹੜੀ ਸਪੋਰਟ ਦੇ ਉੱਤੇ ਇਹਨਾਂ ਦੇ ਹੱਕ ਦੇ ਵਿੱਚ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਅਜੇ ਕੰਜ਼ਰਵੇਟਿਵਸ ਇਸ ਗੱਲ ਦੇ ਉੱਤੇ ਬਿਲਕੁਲ ਚੁੱਪ ਬੈਠੇ ਨੇ। ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਉਹਨਾਂ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਬਿਆਨ ਕਿਉਂ ਨਹੀਂ ਆਇਆ ਜੀ। ਸਰ ਜਦੋਂ ਵੀ ਕੋਈ ਪ੍ਰੋਟੈਸਟ ਹੁੰਦੇ ਆ ਕਿਸੇ ਚੰਗੇ ਲਈ ਪ੍ਰੋਟੈਸਟ ਹੁੰਦੇ ਆ, ਆਪਣੇ ਅਧਿਕਾਰਾਂ ਲਈ ਪ੍ਰੋਟੈਸਟ ਹੁੰਦੇ ਆ, ਪਰ ਕਈ ਵਾਰੀ ਪ੍ਰੋਟੈਸਟ ਜਿਹੜੇ ਆ ਉਹ ਆਪਣੀ ਦਿਸ਼ਾ ਨੂੰ ਭੁੱਲ ਬੈਠਦੇ ਆ। ਪ੍ਰੋਟੈਸਟ ਹੋ ਰਹੇ ਨੇ, ਹੁਣ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਹੋ ਰਿਹਾ ਹਰ ਜਗ੍ਹਾ ਦੇ ਉੱਤੇ, ਹਰ ਦੇਸ਼ ਦੇ ਵਿੱਚ ਹੁਣ ਇੰਨਾ ਜ਼ਿਆਦਾ ਪ੍ਰੋਟੈਸਟ ਹੋਣ ਲੱਗ ਪਏ ਨੇ। ਟੋਰਾਂਟੋ ਦੀ ਗੱਲ ਕਰੀਏ ਤਾਂ ਪੁਲਿਸ ਹੈੱਡਕੁਆਟਰ ਦੇ ਅੱਗੇ ਵੀ ਪ੍ਰੋਟੈਸਟ ਹੋ ਰਹੇ ਨੇ। ਅੱਜ ਵੀ ਜਿਵੇਂ ਤੁਸੀਂ ਸਾਨੂੰ ਦੱਸ ਰਹੇ ਸੀ, ਜਾਣਕਾਰੀ ਦੇ ਰਹੇ ਸੀ ਕਿ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਹੋਏ ਨੇ, ਪ੍ਰਦਰਸ਼ਨ ਕਰ ਰਹੇ ਨੇ। ਸਰ ਮੈਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਸੀ, ਮਿਸਟਰ ਫਲੋਇਡ ਜਿਹੜੇ ਉਹਨਾਂ ਦੇ ਕਾਤਲ ਸੀ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਪੁਲਿਸ ਅਫਸਰ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਜਾਨ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਦੋਸ਼ ਆਇਦ ਕਰ ਦਿੱਤੇ ਗਏ ਨੇ। ਇਸ ਦੇ ਬਾਅਦ ਹੁਣ ਹਿੰਸਕ ਰੂਪ ਨਾਲ ਕਈ ਥਾਵਾਂ ਤੇ ਪ੍ਰੋਟੈਸਟ ਹੋ ਰਹੇ ਨੇ। ਇਹ ਸਮਝ ਵਿੱਚ ਨਹੀਂ ਆ ਰਿਹਾ ਹੈਗਾ ਕਿ ਹੁਣ ਇਸ ਗੱਲ ਨੂੰ ਇੰਨਾ ਜ਼ਿਆਦਾ ਕਿਉਂ ਵਧਾਇਆ ਜਾ ਰਿਹਾ। ਤੁਹਾਨੂੰ ਯਾਦ ਹੋਵੇਗਾ ਤਰਨ ਜਿਹੜੇ ਜਾਰਜ ਫਲੋਇਡ ਦੀ ਡੈਥ ਹੋਈ ਹੈ ਤੇ ਉਹਦੇ ਬ੍ਰਦਰ ਦਾ ਬਿਆਨ ਆਇਆ ਸੀ ਕੁਝ ਦਿਨਾਂ ਦੇ ਬਾਅਦ। ਉਹ ਕਹਿੰਦਾ ਸੀਗਾ ਕਿ ਜਿਹੜਾ ਸੁਨੇਹਾ ਦੇਣਾ ਸੀਗਾ ਉਹ ਸੁਨੇਹਾ ਤਾਂ ਹੁਣ ਤੁਸੀਂ ਪਰੇ ਜਾ ਰਹੇ ਹੋ, ਜਿਹੜੀਆਂ ਇੰਨੀਆਂ ਅੱਗਾਂ ਲੱਗ ਰਹੀਆਂ ਇਹ ਕੁਝ ਹੋ ਰਿਹਾ। ਅੱਜ ਟੋਰਾਂਟੋ ਦੇ ਵਿੱਚ ਪੁਲਿਸ ਹੈੱਡਕੁਆਟਰ ਸੀ ਸਾਡੇ ਕਾਲਜ ਸਟਰੀਟ ਦੇ ਉੱਤੇ, ਰਾਈਟ ਇਨ ਡਾਊਨਟਾਊਨ ਟੋਰਾਂਟੋ। ਉਸ ਜਗ੍ਹਾ ਤੇ ਇਸ ਵੇਲੇ ਕਾਲਜ ਸਟਰੀਟ ਬੰਦ ਹੈ ਜੀ ਮੁਜ਼ਾਹਰਾਕਾਰੀਆਂ ਕਰਕੇ। ਇੱਕ ਉੱਥੇ ਹੋ ਰਿਹਾ, ਇੱਕ ਨੇਥਨ ਫਿਲ ਸਕੁਆਇਰ ਹੈ ਜੀ, ਸਾਡੇ ਇੱਕ ਜਿਹੜਾ ਸਿਟੀ ਹਾਲ ਆ ਸਾਡੇ ਉਹਦੇ ਬਾਹਰਲੇ ਪਾਸੇ ਜਿਹੜਾ ਬਹੁਤ ਖੁੱਲਾ ਥਾਂ ਜੀ ਉਹਨੂੰ ਨੇਥਨ ਫਿਲ ਸਕੁਆਇਰ ਕਹਿੰਦੇ, ਉਸ ਜਗ੍ਹਾ ਤੇ ਦੋਨੋਂ ਥਾਵਾਂ ਤੇ ਹੋ ਰਿਹਾ। ਔਰ ਉੱਥੇ ਡਿਮਾਂਡ ਪਤਾ ਕੀ ਹੈ ਕਿ ਜਿਹੜੀ ਪੁਲਿਸ ਫੋਰਸ ਨੂੰ ਡਿਫੰਡ ਕੀਤਾ ਜਾਵੇ। ਇੱਕ ਥਾਂ ਤੇ ਡਿਮਾਂਡ ਇਹ ਹੈ ਕਿ ਪੁਲਿਸ ਫੋਰਸ ਉਹਨੂੰ ਖਤਮ ਕੀਤਾ ਜਾਵੇ। ਹਾਊ ਇਜ਼ ਇਟ ਪੋਸੀਬਲ? ਕਿਵੇਂ ਹੋ ਸਕਦਾ? ਤੁਹਾਨੂੰ ਪੁਲਿਸ ਨੂੰ ਫੰਡਿੰਗ ਕਰਨੀ ਪਵੇਗੀ। ਸਾਰੀ ਪੁਲਿਸ ਤਾਂ ਮਾੜੀ ਨਹੀਂ ਹੈ, ਕੁਛ ਮਾੜੇ ਨੇ, ਸਾਰੀ ਦੁਨੀਆ ਹੀ ਹੈ। ਦੁਨੀਆ 'ਚ ਮਾੜੇ ਥੋੜੇ ਹੁੰਦੇ, ਚੰਗੇ ਬਹੁਤੇ ਹੁੰਦੇ ਨੇ, ਪਰ ਮਾੜੇ ਮੂਹਰੇ ਆ ਜਾਂਦੇ ਨੇ। ਇਹਦਾ ਮਤਲਬ ਇਹ ਨਹੀਂ ਤੁਸੀਂ ਉਸ ਪੁਲਿਸ ਫੋਰਸ ਨੂੰ ਖਤਮ ਕਰਕੇ ਫੇਰ ਕੀ ਕਰੋਗੇ? ਕਿਸੇ ਹੋਰ ਨੂੰ ਲੈ ਕੇ ਆਉਂਗੇ? ਕੋਈ ਉਹ ਤਾਂ ਕੰਮ ਕਿਸੇ ਨੇ ਕਰਨਾ ਹੀ ਕਰਨਾ। ਇਹ ਜਿਹੜੀ ਡਿਮਾਂਡ ਸ਼ੁਰੂ ਹੋਈ ਹੈ ਕਿ ਉਹਨੂੰ ਖਤਮ ਕੀਤਾ ਜਾਵੇ ਜਾਂ ਡਿਫੰਡ ਕੀਤਾ ਜਾਵੇ, ਉਹਨੂੰ ਫੰਡਿੰਗ ਨਾ ਦਿੱਤੀ ਜਾਵੇ, ਇਹ ਕੋਈ ਬਹੁਤੀ ਠੀਕ ਡਿਮਾਂਡ ਨਹੀਂ ਹੈ। ਔਰ ਜਿਹੜਾ ਇਹ ਰੌਲਾ ਪੈ ਰਿਹਾ, ਠੀਕ ਹੈ, ਰੌਲਾ ਹੁਣ ਹਾਈਲਾਈਟ ਹੋ ਗਿਆ, ਸਭ ਨੇ ਕੀਤਾ, ਆਲ ਓਵਰ ਦਾ ਵਰਲਡ ਹੋਇਆ ਹੋਇਆ। ਨਾਓ ਆਈ ਗੈਸ ਮੇਰਾ ਖਿਆਲ ਆ ਵੀ ਇਹ ਥੋੜਾ ਜਿਹਾ ਜ਼ਿਆਦਾ ਹੋਣ ਲੱਗ ਪਿਆ। ਅਸੀਂ ਹੁਣ ਉਹ ਲਾਈਨ ਨੂੰ ਕ੍ਰਾਸ ਕਰਨ ਲੱਗੇ ਹਾਂ ਜਿੱਥੇ ਕਿ ਇਹਦਾ ਅਸਰ ਹੁਣ ਘਟਣ ਲੱਗ ਪਿਆ ਹੈਗਾ। ਹੁਣ ਲੋੜੋਂ ਵੱਧ ਮੁਜ਼ਾਹਰਾ, ਹਰ ਅਸੀਂ ਖਬਰ ਇਹੀ ਸੁਣਿਆ, ਮੁਜ਼ਾਹਰਾ ਹੋ ਰਿਹਾ, ਅੱਗਾਂ ਲੱਗ ਰਹੀਆਂ, ਬਲੈਕ ਲਾਈਵਸ ਮੈਟਰ, ਸਭ ਕੁਝ। ਆਈ ਐਮ ਮਿਨੋਰਟੀ, ਆਪਾਂ ਮਿਨੋਰਟੀ ਦੇ ਵਿੱਚ ਹੈ, ਪਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ। ਮੈਨੂੰ ਇਉਂ ਲੱਗਦਾ ਹੈ ਕਿਤੇ ਇਹ ਨਾ ਗੱਲ ਹੋਵੇ ਕਿ ਇਸ ਚੀਜ਼ ਦਾ ਜਿਹੜਾ ਐਕਚੁਅਲ ਜੋ ਸੁਨੇਹਾ ਦੇਣਾ ਚਾਹੁੰਦੇ ਆ ਲੋਕ, ਉਹ ਸੁਨੇਹੇ ਤੋਂ ਹੁਣ ਪਰੇ ਹੋ ਰਹੇ ਨੇ। ਔਰ ਇਹ ਸੁਨੇਹਾ ਕਿਤੇ ਉਹ ਨਾ ਹੋਵੇ ਕਿ ਅਖੀਰ ਇਹ ਸੁਨੇਹਾ ਵੈਸੇ ਹੀ ਖਤਮ ਹੋ ਜਾਵੇ। ਲੋਕੀ ਆਮ ਕਹਿਣਾ ਛੱਡੋ ਪਰ ਯਾਰ ਬਲੈਕ ਲਾਈਵਸ ਮੈਟਰ ਵਾਲੇ ਅੱਗੇ ਫੇਰ ਪਹਿਲਾਂ ਵੀ ਰੌਲਾ ਪਾਉਂਦੇ ਸੀ। ਇਹ ਗੱਲ ਤੋਂ ਰੋਕਣ ਵਾਸਤੇ ਮੇਰਾ ਖਿਆਲ ਆ ਮੁਜ਼ਾਹਰਾਕਾਰੀ ਨੂੰ ਹੁਣ ਮੁਜ਼ਾਹਰੇ ਬੰਦ ਕਰ ਦੇਣੇ ਚਾਹੀਦੇ ਆ। ਅਗਲੀ ਵਾਰੀ ਕਿਤੇ ਕੋਈ ਘਟਨਾ ਵਾਪਰਦੀ ਹੈ ਫਿਰ ਸ਼ੁਰੂ ਕਰ ਲਓ, ਦੈਟਸ ਅ ਡਿਫਰੈਂਟ ਸਟੋਰੀ। ਪਰ ਮੈਨੂੰ ਲੱਗਦਾ ਵੀ ਹੁਣ ਕਿਉਂਕਿ ਜਾਰਜ ਫਲੋਇਡ ਦੇ ਜਿਹੜੇ ਕਾਤਲ ਨੇ ਉਹ ਫੜੇ ਗਏ ਨੇ, ਉਹਨਾਂ ਨੂੰ ਚਾਰਜ ਕਰ ਲਿਆ ਗਿਆ ਹੈਗਾ। ਹੁਣ ਮੇਰੇ ਖਿਆਲ ਸੋਚਣਾ ਜ਼ਰੂਰ ਚਾਹੀਦਾ ਕਿ ਸਾਨੂੰ ਇਸ ਦੇ ਮਾਮਲੇ, ਹਾਂ ਗੱਲਬਾਤ ਸ਼ੁਰੂ ਹੋ ਗਈ ਹੈ, ਗੱਲਬਾਤ ਰਹਿਣੀ ਚਾਹੀਦੀ ਹੈ, ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ। ਸਾਡੇ ਲੀਡਰਸ ਇਸ ਗੱਲ ਨੂੰ ਮੰਨੇ ਆ ਕਿ ਇਹ ਗੱਲ ਹੈਗੀ ਹੈ, ਸੋ ਕਿਉਂ ਨਾ ਗੱਲ ਚੱਲਦੀ ਰੱਖੀ ਜਾਵੇ, ਨਾ ਕਿ ਮੁਜ਼ਾਹਰੇ ਕੀਤੇ ਜਾਣ। ਬਿਲਕੁਲ ਸਰ, ਜਿਵੇਂ ਤੁਸੀਂ ਮੁਜ਼ਾਹਰਿਆਂ ਦੀ ਗੱਲ ਕੀਤੀ ਹੈ, ਕਿਉਂਕਿ ਕਈ ਵਾਰੀ ਏਦਾਂ ਹੁੰਦਾ ਹੈ ਕਿ ਤੁਸੀਂ ਗਲਤ ਹੁੰਦੇ ਹੋ, ਸਹੀ ਨਹੀਂ ਹੁੰਦੇ। ਪਰ ਇਸ ਚੀਜ਼ ਨੂੰ ਹੁਣ ਕਈ ਥਾਵਾਂ ਤੇ ਅਸੀਂ ਦੇਖਿਆ ਕਿ ਹਰ ਚੀਜ਼ ਨੂੰ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਨਾਲ ਜੋੜ ਕੇ ਦੇਖਿਆ ਜਾ ਰਿਹਾ। ਜੇ ਕੋਈ ਤੁਹਾਨੂੰ ਕੋਈ ਸਵਾਲ ਵੀ ਕਰਦਾ, ਉਹਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਵਕਤ ਸਾਡੇ ਨਾਲ ਰੇਸਿਜ਼ਮ ਕਰ ਰਹੇ ਹੋ। ਹਰ ਚੀਜ਼ ਨੂੰ ਹੁਣ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ, ਸ਼ਾਇਦ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਹੋ ਰਹੀ ਹੈ। ਨੈਚੁਰਲੀ ਹੈ ਜੀ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਵੀ ਇਹ ਅਖੀਰ ਇਹਦਾ ਅਸਰ ਘਟਣਾ ਸ਼ੁਰੂ ਹੋ ਗਿਆ, ਮੰਨੋ ਜਾਂ ਨਾ ਮੰਨੋ। ਇਹ ਜੇ ਇਹ ਜਿਹੀ ਗੱਲ ਹੋਰ ਹਫਤਾ ਚੱਲਦੀ ਰਹੀ ਤਾਂ ਲੋਕਾਂ ਨੇ ਇਸ ਚੀਜ਼ ਨੂੰ ਇਗਨੋਰ ਕਰਨ ਲੱਗ ਜਾਣਾ। ਜਿਹੜੇ ਲੋਕ
ਅਸਲੀ ਮਨੋਂ ਨਾਲ ਜੁੜੇ ਹੋਏ ਸੀਗੇ ਉਹ ਫਿਰ ਪਿੱਛੇ ਹਟਣ ਲੱਗ ਜਾਂਦੇ, ਉਹਨਾਂ ਕਹਿੰਦੇ ਦਿਸ ਇਜ਼ ਗੈਟਿੰਗ ਟੂ ਮੱਚ। ਜਦੋਂ ਆਮ ਜਨਤਾ ਦੀ ਲਾਈਫ ਦੇ ਵਿੱਚ ਡਿਸਟਰਬੈਂਸ ਆਉਣ ਲੱਗ ਜਾਂਦੀ ਹੈ, ਜਿਹੜੇ ਮੁਜ਼ਾਹਰੇ ਨਿੱਤ ਹੋਣ ਲੱਗ ਜਾਂਦੇ ਨੇ, ਆਮ ਬੰਦਾ ਇਹ ਚਾਹੁੰਦਾ ਵੀ ਮੈਂ ਇਹ ਚੀਜ਼ ਨਹੀਂ ਚਾਹੁੰਦਾ, ਮੇਰੀ ਲਾਈਫ ਡਿਸਟਰਬ ਹੁੰਦੀ ਹੈ, ਇਹ ਹੋਣਾ ਨਹੀਂ ਚਾਹੀਦਾ। ਹਾਂ, ਜਦੋਂ ਅਸੀਂ ਸੁਨੇਹਾ ਦੇਣਾ ਸੀ, ਸੁਨੇਹਾ ਦਿੱਤਾ ਸੀ, ਉਸ ਵੇਲੇ ਨਾਲ ਸਾਲ ਹੌਲੀ ਹੌਲੀ ਲੋਕ ਮੈਨੂੰ ਲੱਗਦਾ ਇਸ ਤੋਂ ਪਰੇ ਹੋਣ ਲੱਗ ਜਾਣਗੇ ਜੇ ਇਹ ਚੀਜ਼ ਮੇਰੇ ਖਿਆਲ ਹੁਣ ਵੇਲੇ ਨਾਲ ਨਹੀਂ ਰੋਕੀ ਜਾਂਦੀ। ਜੀ ਬਿਲਕੁਲ। ਤੇ ਸਰ ਹੁਣ ਇਸ ਤੋਂ ਬਾਅਦ ਗੱਲ ਕਰੀਏ ਪੇਡ ਲੀਵਸ ਨੂੰ ਲੈ ਕੇ, ਹਰ ਥਾਂ ਤੇ ਕਾਫੀ ਜ਼ਿਆਦਾ ਮੁੱਦਾ ਗਰਮ ਹੋਇਆ ਹੈ ਤੇ ਕਈ ਥਾਵਾਂ ਦੇ ਉੱਤੇ ਪੇਡ ਲੀਵਸ ਜਿਹੜੀਆਂ ਘਟਾਉਣ ਦੀ ਗਿਣਤੀ ਦੇ ਸਮਰਥਕ ਜਿਹੜੇ ਮੌਜੂਦ ਸੀ, ਕਿਤੇ ਕਿਹਾ ਜਾ ਰਿਹਾ ਸੀ ਕਿ ਨਹੀਂ ਇਹਨਾਂ ਨੂੰ ਓਨਾ ਹੀ ਬਰਕਰਾਰ ਰੱਖਣਾ ਚਾਹੀਦਾ। ਇਹਦੇ ਉੱਤੇ ਹੁਣ ਓਨਟਾਰੀਓ ਦੇ ਪ੍ਰੀਮੀਅਰ ਮਿਸਟਰ ਫੋਰਡ ਦਾ ਬਿਆਨ ਆਇਆ, ਉਹ ਕੀ ਕਰ ਰਹੇ ਨੇ, ਕੀ ਇਸ ਦੇ ਸਮਰਥਨ ਵਿੱਚ ਹੈਗਾ ਘਟਾਉਣ ਦੇ ਜਾਂ ਨਹੀਂ? ਮਿਸਟਰ ਫੋਰਡ ਨੂੰ ਬਿਆਨ ਕਿਉਂ ਦੇਣਾ ਪਿਆ ਤਰਨ? ਇਹ ਹੁਣ ਗੱਲ ਹੌਲੀ ਹੌਲੀ ਬਾਹਰ ਆ ਰਹੀ ਹੈ, ਖੁਸਰ ਫੁਸਰ ਤੋਂ ਪਤਾ ਲੱਗਣ ਲੱਗਿਆ ਹੈ। ਜਿਹੜੀ ਲੀਵ ਹੈਗੀ ਹੈ ਇੱਥੇ ਤਕਰੀਬਨ 9 ਦਿਨਾਂ ਦੀ ਹੈਗੀ ਹੈ, ਉਹਨੂੰ 9 ਤੋਂ 3 ਦਿਨ ਕਰਨ ਲੱਗੇ ਸੀਗੇ, ਜਿਹੜੀਆਂ ਮੈਂਡੇਟਰੀ ਸਟੈਚੂਟਰੀ ਹੌਲੀਡੇਜ਼ ਹੈਗੀਆਂ। ਰੀਜ਼ਨ ਇਹ ਸੀਗਾ ਕਿ ਜਿਹੜਾ ਕੋਵਿਡ-19 ਕਰਕੇ ਇੰਨਾ ਨੁਕਸਾਨ ਹੋਇਆ ਜਿਹੜੇ ਸਾਰੇ ਰਿਟੇਲ ਬਿਜ਼ਨੈਸਿਸ ਨੂੰ, ਇਉਂ ਕੀਤਾ ਜਾਵੇ ਕਿ ਉਹਨਾਂ ਛੁੱਟੀਆਂ ਘੱਟ ਕਰ ਦਿੱਤੀਆਂ ਜਾਣ, ਉਹਦੀ ਬਹੁਤੀ ਦੇਰ ਉਹ ਖੁੱਲਣਗੇ। ਜੇ ਬਹੁਤੀ ਦੇਰ ਖੁੱਲਣਗੇ ਤਾਂ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਫਾਇਦਾ ਹੋਏਗਾ, ਪਰ ਜਿਹੜਾ ਬੰਦਾ ਕੰਮ ਕਰਨਾ ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਉਹਦੀ ਜਿਹੜੇ ਬੰਦੇ ਨੇ ਲਗਾਤਾਰ ਕੰਮ ਕਰ ਰਿਹਾ ਉਹਨੂੰ ਵੀ ਛੁੱਟੀ ਚਾਹੀਦੀ ਹੈ। ਵੈਸੇ ਤਰਨ ਫੋਰਡ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਇਹਨਾਂ ਦੀ ਜਿਹੜੀ ਹੈਗੀ ਆ ਕੈਬਨਿਟ ਦੇ ਵਿੱਚ ਇਹ ਗੱਲ ਚੱਲੀ ਜ਼ਰੂਰ ਸੀਗੀ, ਪਰ ਇਹ ਗੱਲ ਕਹੀ ਹੈ ਇਸ ਚੀਜ਼ ਨੂੰ ਅਸੀਂ ਇਵੇਂ ਦਾ ਇਵੇਂ ਰਹਿਣ ਦੇਣਗੇ। ਜਿਹੜੀ 9 ਹੈਗੀਆਂ ਨੇ ਸਟੈਚੂਟਰੀ ਹੌਲੀਡੇਜ਼, ਉਹਨਾਂ ਨੂੰ ਉਵੇਂ ਹੋ ਹੀ ਰੱਖਿਆ ਜਾਵੇਗਾ, ਉਹਦੇ ਵਿੱਚ ਘਟਾ ਨਹੀਂ ਹੋਏਗਾ। ਨਾਲ ਇੱਕ ਗੱਲ ਹੋਰ ਆ ਤਰਨ, ਇਹ ਆਲਰੇਡੀ ਲਾਅ ਬਣਿਆ ਹੋਇਆ ਇਨ ontario ਕਿ ਜਿਹੜੇ ਮਿਊਨਿਸਪੈਲਿਟੀ ਹੈ ਉਹ ਸਟੈਚੂਟਰੀ ਹੌਲੀਡੇਜ਼ ਨੂੰ ਕੰਟਰੋਲ ਕਰ ਸਕਦੀ ਹੈ। ਮੈਂ ਉਹਦੀ ਐਗਜ਼ਾਮਪਲ ਦਿੰਦਾ ਤੁਹਾਨੂੰ, ਟੋਰਾਂਟੋ ਦਾ ਤੇ ਬਾਕੀ ਦੇ ਜਿਹੜੇ ਸਿਟੀਜ਼ ਹੈਗੇ ਨੇ ਅਰਾਊਂਡ ਟੋਰਾਂਟੋ, ਜਿਹੜੇ ontario ਵਿੱਚ ਬਾਕੀ ਦੇ ਸਿਟੀਜ਼ ਹੈਗੇ ਨੇ, ਉਹਨਾਂ ਦੀਆਂ ਸਟੈਚੂਟਰੀ ਹੌਲੀਡੇਜ਼ ਤੇ ਟੋਰਾਂਟੋ ਦੀਆਂ ਦਾ ਫਰਕ ਹੈ। ਐਗਜ਼ਾਮਪਲ, ਕ੍ਰਿਸਮਸ ਦੇ ਦਿਨਾਂ ਵਿੱਚ ਜਿਹੜੇ ਟੋਰਾਂਟੋ ਦੇ ਪਲਾਜ਼ੇ ਆ ਦੇ ਆਰ ਅਲਾਉਡ ਟੂ ਓਪਨ, ਬਾਕੀ ਥਾਵਾਂ ਤੇ ਨਹੀਂ ਹੈਗੇ ਆ, ਕਿਉਂਕਿ ਉਹ ਕਹਿੰਦੇ ਵੀ ਇਹ ਹੌਲੀਡੇ ਏਰੀਆ ਲੋਕੀ ਆਉਂਦੇ ਆ, ਇਸ ਕਰਕੇ ਪਲਾਜ਼ੇ ਖੁੱਲੇ ਹੋਣੇ ਚਾਹੀਦੇ ਆ। ਸੋ ਮਿਊਨਿਸਪੈਲਿਟੀਜ਼ ਦੇ ਕੋਲੇ ਆਲਰੇਡੀ ਇਹ ਹੱਕ ਹੈਗਾ ਕਿ ਉਹ ਕਦੋਂ ਛੁੱਟੀ ਕਰਨਾ ਚਾਹੁੰਦੇ ਆ ਤੇ ਕਦੋਂ ਨਹੀਂ ਕਰਨਾ ਚਾਹੁੰਦੇ। ਸੋ ਫੋਰਡ ਸਾਹਿਬ ਨੇ ਠੀਕ ਹੈ, ਕੈਬਨਿਟ ਨੇ ਕਈ ਵਾਰੀ ਐਸਾ ਫੈਸਲਾ ਕਰਨਾ ਜਿਹੜਾ ਕਿ ਸਾਰੇ ਦੇ ਸਾਰੇ ontario ਤੋਂ ਲਾਗੂ ਹੋਏਗਾ, ਪਰ ਇਹ ਕਾਨੂੰਨ ਆਲਰੇਡੀ ਮਿਊਨਿਸਪੈਲਿਟੀਜ਼ ਦੇ ਕੋਲੇ ਹੈਗਾ, ਉਹ ਕਿਸੇ ਵੀ ਵੇਲੇ ਇਸ ਕਾਨੂੰਨ ਨੂੰ ਵਰਤ ਸਕਦੇ ਨੇ ਜੀ। ਤੇ ਇਸ ਤੋਂ ਬਾਅਦ ਸਰ ਐਜੂਕੇਸ਼ਨ ਮਿਨਿਸਟਰ ਦਾ ਵੀ ਬਿਆਨ ਸਾਹਮਣੇ ਆਇਆ, ਕਿਉਂਕਿ ਹੌਲੀ ਹੌਲੀ ਕਰਕੇ ਸਕੂਲਸ ਐਂਡ ਯੂਨੀਵਰਸਿਟੀਜ਼ ਓਪਨ ਹੋਣ ਦੀ ਜਦੋਂ ਗੱਲ ਹੋ ਰਹੀ ਸੀ, ਤਾਂ ਅੱਜ ਉਹਨਾਂ ਦਾ ਇੱਕ ਲੇਟੈਸਟ ਬਿਆਨ ਸਾਹਮਣੇ ਆਇਆ। ਤੁਹਾਨੂੰ ਕੀ ਲੱਗ ਰਿਹਾ ਕਿ ontario ਵਿੱਚ ਹੁਣ ਛੇਤੀ ਹੀ ਸਕੂਲ ਵੀ ਓਪਨ ਹੋ ਸਕਦੇ ਆ? ਸਟੀਵਨ ਲੈਚਰ ਸਾਹਿਬ ਨੇ ਜੀ, ਸਾਡੇ ontario ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ, ਵੈਰੀ ਬ੍ਰਾਈਟ ਯੰਗ ਮੁੰਡਾ ਜੀ, ਬਹੁਤ ਯੰਗ ਹੈ, ਬਹੁਤ ਸ਼ਾਰਪ ਹੈ ਜੀ ਗੱਲਾਂ। ਆਈ ਰੀਅਲੀ ਐਡਮਾਇਰ ਦ ਵੇ ਹੀ ਇਜ਼ ਹੈਂਡਲਿੰਗ ਇਟ, ਕਿਉਂਕਿ ਸਭ ਤੋਂ ਵੱਡਾ ਪੌੜਾ ਐਜੂਕੇਸ਼ਨ ਦੇ ਵਿੱਚ ਹੀ ਪਿਆ। ਜਦੋਂ ਇਹਨਾਂ ਨੇ ਪੋਰਟਫੋਲੀਓ ਲਿਆ, ਪਹਿਲਾਂ ਤਾਂ ਸਟ੍ਰਾਈਕਾਂ ਚਲੀ ਗਈਆਂ, ਹੁਣ ਅੱਗੇ ਕੋਵਿਡ-19 ਸ਼ੁਰੂ ਹੋ ਗਿਆ, ਬਟ ਦ ਵੇ ਹੀ ਇਜ਼ ਹੈਂਡਲਿੰਗ ਇਜ਼ ਹੀ ਇਜ਼ ਡੂਇੰਗ, ਆਈ ਗੈਸ ਹੀ ਇਜ਼ ਡੂਇੰਗ ਪ੍ਰੀਟੀ ਗੁੱਡ, ਕਿਉਂਕਿ ਨਵੇਂ ਮਿਨਿਸਟਰ ਬਣਿਆ ਜੀ ਤੇ ਇੰਨਾ ਵੱਡਾ ਪੋਰਟਫੋਲੀਓ, ਇੰਨਾ ਜ਼ਿੰਮੇਵਾਰਾਨਾ ਪੋਰਟਫੋਲੀਓ ਆ ਗਿਆ ਇਹਨਾਂ ਦੇ ਕੋਲੇ। ਸੋ ਫਾਰ ਆਈ ਗੈਸ ਹੀ ਇਜ਼ ਡੂਇੰਗ not bad। ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਸਤੰਬਰ ਦੇ ਵਿੱਚ ਸ਼ਾਇਦ ਜਿਹੜੀਆਂ ਕਲਾਸਾਂ ਨੇ ਉਹ ਸ਼ੁਰੂ ਹੋ ਜਾਣਗੀਆਂ। ਕਲਾਸਾਂ ਸ਼ੁਰੂ ਹੋਣਗੀਆਂ ਕਿਹੜੇ ਹਿਸਾਬ ਦੇ ਵਿੱਚ, ਉਸ ਵੇਲੇ ਵੀ ਜਿਹੜੀ ਡਿਸਟੈਂਸਿੰਗ ਰੱਖਣੀ ਚਾਹੀਦੀ ਹੈ, ਜਿਹੜਾ ਹੈਲਥ ਦੇ ਮੁਤਾਬਕ ਇਹਨਾਂ ਨੂੰ ਇਨਸਟਰਕਸ਼ਨਸ ਹੋਣਗੀਆਂ, ਉਹਦੇ ਮੁਤਾਬਕ ਕਲਾਸਾਂ ਹੋਣਗੀਆਂ। ਕੁਝ ਕਲਾਸਾਂ ਆਨਲਾਈਨ ਹੋਣਗੀਆਂ, ਕੁਝ ਕਲਾਸਾਂ ਉਸ ਕਲਾਸ ਦੇ ਵਿੱਚ ਅਟੈਂਡ ਕਰਕੇ ਹੋਣਗੀਆਂ, ਜਿਨ੍ਹਾਂ ਦੀ ਵੀ ਗਿਣਤੀ 15 ਤੋਂ ਵੱਧ ਸਟੂਡੈਂਟਸ ਦੀ ਨਹੀਂ ਹੋਵੇਗੀ। ਅੱਛਾ, ਤੇ 15 ਸਟੂਡੈਂਟਸ ਦੀ ਹੋਣੀਆਂ ਤੇ ਮੰਨ ਲਓ ਸਟੂਡੈਂਟਸ ਹੈ 30, ਉਹਨਾਂ ਦਾ ਬਾਕੀ ਕੀ ਹਾਲ ਹੋਗਾ? ਸੋ ਉਹਨਾਂ ਸਕੀਮ ਇਹ ਦਿੱਤੀ ਹੈ ਵੀ ਇੱਕ ਵਾਰੀ 15 ਆਉਣਗੇ, ਉਹ ਹੋ ਸਕਦਾ ਇੱਕ ਦਿਨ ਆਉਣ ਜਾਂ ਦੂਜੇ ਦਿਨ ਕੋਈ ਹੋਰ ਆਉਣ, ਜਾਂ ਉਹ ਹਫਤਾ ਆਉਣਗੇ ਤੇ ਹਫਤਾ ਦੂਜੇ 15 ਆਉਣਗੇ। ਸੋ ਇਸ ਤਰ੍ਹਾਂ ਦਾ ਕੋਈ ਹਾਈਬ੍ਰਿਡ ਸਿਸਟਮ ਉਹਨਾਂ ਨੇ ਪੱਕਾ ਨਹੀਂ ਕੀਤਾ, ਬਟ ਦਿਸ ਟਾਈਪ ਆਫ ਹਾਈਬ੍ਰਿਡ ਸਿਸਟਮ ਇਜ਼ ਕਮਿੰਗ ਟੂ ontario। ਤੇ ਜਿਹੜੀ ਇਹ ਸਤੰਬਰ ਦੇ ਵਿੱਚ ਔਰ ਆਸ ਹੈਗੀ ਹੈ, ਜੇ ਕੋਵਿਡ-19 ਇਸੇ ਹਿਸਾਬ ਵਿੱਚ ਰਿਹਾ ਜਾਂ ਇਹਦੇ ਹੋਰ ਕੰਟਰੋਲ 'ਚ ਹੁੰਦਾ ਰਹੇਗਾ ਜਾਂ ਇਹਦੇ ਕੇਸਿਸ ਹੋਰ ਘਟਣ ਲੱਗ ਪਏ, ਤਾਂ ਮੈਨੂੰ ਲੱਗਦਾ ਸੈਪਟੰਬਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀ ਸਾਡੀਆਂ ਕਲਾਸਿਸ ਹੈ, ਸਾਡਾ ਐਜੂਕੇਸ਼ਨ ਸਿਸਟਮ ਹੈ, ਮੁੜ ਕੇ ਦੁਬਾਰਾ ਲੀਹ ਤੇ ਆਉਣ ਦੀ ਗੱਲ ਹੋ ਰਹੀ ਹੈ ਜੀ। ਬਿਲਕੁਲ। ਇੱਕ ਦਰਸ਼ਕ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਹੈਲੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ ਸਮਰਜੀਤ ਸਿੰਘ ਬੋਲ ਰਿਹਾ ਜੀ, ਬ੍ਰੈਂਪਟਨ ਤੋਂ। ਬਹੁਤ ਬਹੁਤ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ, ਤੁਹਾਡੇ ਪ੍ਰੋਗਰਾਮ 'ਚ ਨਾ 115 ਦਿਨ ਪਹਿਲਾਂ ਜਿਹੜਾ ਉਹਨੇ ਜਥੇਦਾਰ ਜੀ ਨੇ ਬਿਆਨ ਦਿੱਤਾ ਸੀ, ਉਹਦੇ ਅਗੇਂਸਟ ਬੋਲੇ ਸੀ ਇਹ।
ਕਿਸ ਬਿਆਨ ਦੇ ਅਗੇਂਸਟ ਸਰ, ਕਿਸ ਬਿਆਨ ਦੇ ਮੇਰਾ ਅਗੇਂਸਟ? ਨੰਬਰ ਕਹਿੰਦੇ ਨਾ ਜੀ ਇਹਨਾਂ ਨੇ ਜਥੇਦਾਰ ਸਾਹਿਬ ਦੇ ਵਿਰੁੱਧ ਬਿਆਨ ਦਿੱਤਾ ਸੀ ਕਿ ਇਹਨਾਂ ਨੂੰ ਪੁੱਛੋ ਇਹਨਾਂ ਨੇ ਕੀ ਬਿਆਨ ਦਿੱਤਾ ਸੀ। ਜੀ ਸਰ, ਤੁਸੀਂ ਪੁੱਛਣਾ ਕੀ ਚਾਹੁੰਦੇ ਹੋ, ਕਹਿਣਾ ਕੀ ਚਾਹੁੰਦੇ ਹੋ ਇਸ ਦੇ ਬਾਰੇ ਵਿੱਚ ਦੱਸੋ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ ਰਾਈਟ ਕਿਹਨੇ ਦਿੱਤਾ ਜਥੇਦਾਰਾਂ ਸਾਹਿਬ ਦੇ ਵਿਰੁੱਧ ਬੋਲਣ? ਸਰ ਇਹ ਹਰ ਇੱਕ ਦੀ ਪਰਸਨਲ ਹੈਗੀ ਆ ਕਿ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ, ਸੋ ਜੇ ਨਹੀਂ ਸਹਿਮਤ ਹੈਗੇ ਨਹੀਂ ਮੈਂ ਦੱਸਦਾ ਨਾ ਜੀ, ਮੇਰੀ ਸੁਣੋ ਜੀ। ਮੈਂ ਤੁਸੀਂ ਮੇਰੇ ਭੈਣਾਂ ਵਰਗੇ ਹੋ, ਤੇ ਕੋਈ ਗਲਤ ਸ਼ਬਦਾਵਲੀ ਵਰਤਣਾ ਚਾਹੁੰਦਾ। ਰਾਈਟ ਸਾਰਿਆਂ ਕੋਲ ਬੋਲਣ ਦਾ ਜੀ, ਬਟ ਕਿਸੇ ਨੂੰ ਕੌਮ ਦਾ ਪ੍ਰਤੀਨਿਧੀ ਬਣ ਕੇ ਬੋਲਣ ਦਾ ਰਾਈਟ ਤਾਂ ਆਪਾਂ ਮੰਨ ਸਕਦੇ ਹਾਂ। ਹਰੇਕ ਇੰਡੀਵਿਜੂਅਲ ਟੀਵੀ ਤੇ ਬਹਿ ਕੇ ਜਥੇਦਾਰ ਜੀ ਦੇ ਵਿਰੁੱਧ ਬੋਲੂਗਾ ਤੇ ਫਿਰ ਅਸੀਂ ਵੀ ਗਾਣਾ ਕੱਢ ਸਕਦੇ ਹਾਂ, ਅਸੀਂ ਕੱਢ ਦਿੰਦੇ ਹਾਂ। ਜੀ ਬਿਲਕੁਲ ਸਰ, ਦੇਖੋ ਹਰ ਕਿਸੇ ਦੀ ਆਪਦੀ ਇੰਡੀਵਿਜੂਅਲ ਰਾਏ ਹੈਗੀ ਹੈ, ਸੋ ਹਰ ਕਿਸੇ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਅਧਿਕਾਰ ਹੈਗਾ ਆ। ਸੋ ਟੀਵੀ ਦੇ ਉੱਤੇ ਇਹ ਨਹੀਂ ਹੈ ਕਿ ਸਿਰਫ ਅਸੀਂ ਚੰਗੀਆਂ ਗੱਲਾਂ ਹੀ ਬੋਲੀਏ, ਜਿੱਥੇ ਗਲਤ ਹੈਗਾ ਉਹਨੂੰ ਹਾਈਲਾਈਟ ਕਰਨਾ ਵੀ ਜ਼ਰੂਰੀ ਹੈ। ਸੋ ਇਹ ਨਹੀਂ ਹੈ ਕਿ ਹਰ ਵਕਤ ਹੀ ਅਸੀਂ ਕਿਸੇ ਸਰਕਾਰ ਜਾਂ ਫਿਰ ਕਿਸੇ ਨੁਮਾਇੰਦੇ ਦੀ ਤਰਫਦਾਰੀ ਹੀ ਕਰਦੇ ਹੋਏ ਦੇਖੇ ਜਾਵਾਂਗੇ। ਜੀ ਸਰ। ਮੈਂ ਇਹਦਾ ਜਵਾਬ ਦੇ ਦਿੰਦਾ ਜੀ, ਐਸੀ ਕੋਈ ਗੱਲ ਨਹੀਂ ਹੈ। ਪਹਿਲਾਂ ਤਾਂ ਮੈਨੂੰ ਹੁਣ ਯਾਦ ਨਹੀਂ ਮੈਂ ਉਹ ਗੱਲ ਕਿਹੜੀ ਕੀਤੀ ਸੀਗੀ, ਭੁੱਲ ਜਾਂਦਾ ਮੈਂ। ਇਹ 10ਵੀਂ ਸਾਲ ਦੇ ਮੈਂ ਗੱਲ ਕੀ ਕੀਤੀ। ਸੈਕੰਡਲੀ ਮੈਂ ਕਿਸੇ ਨੂੰ ਗਾਲ ਨਹੀਂ ਜੀ ਕੱਢੀ। ਤੁਸੀਂ ਗਾਲਾਂ ਕੱਢਣ ਦੀ ਗੱਲ ਕਰਦੇ ਹੋ, ਤੁਹਾਡੀ ਮਰਜ਼ੀ ਆ, ਤੁਹਾਡੇ ਵਿਚਾਰ ਨੇ, ਤੁਸੀਂ ਗਾਲਾਂ ਕੱਢਣੀਆਂ ਕੱਢ ਲਓ। ਮੈਂ ਕਿਸੇ ਨੂੰ ਗਾਲ ਨਹੀਂ ਕੱਢੀ, ਨਾ ਮੈਂ ਕੱਢਦਾ ਜੀ। ਹਾਂ, ਮੈਂ ਆਪਦੇ ਵਿਚਾਰ ਦਿੰਦਾ, ਜਿਹੜੇ ਵਿਚਾਰ ਮੈਨੂੰ ਠੀਕ ਲੱਗਦੇ ਆ। ਤੁਸੀਂ ਸਹਿਮਤ ਹੋਣਾ ਨਾ ਹੋਣਾ ਇਹ ਤੁਹਾਡੀ ਮਰਜ਼ੀ ਹੈ। ਜਥੇਦਾਰ ਹੋ ਸਕਦਾ ਤੁਹਾਡੇ ਹੋ ਸਕਦਾ ਮੇਰੇ ਨਾ ਹੋਣ ਜੀ, ਇਹ ਜ਼ਰੂਰੀ ਨਹੀਂ ਹੈ ਕਿ ਮੇਰੇ ਵੀ ਜਥੇਦਾਰ ਹੋਣਗੇ। ਬਾਕੀ ਜਿਹੜੀ ਅਸੀਂ ਗੱਲ ਕਰਦੇ ਹਾਂ, ਅਸੀਂ ਖਬਰਾਂ ਦੀ ਗੱਲ ਕਰਦੇ ਹਾਂ, ਖਬਰਾਂ ਦੇ ਉੱਤੇ ਅਸੀਂ ਟਿੱਪਣੀ ਕਰਦੇ ਹਾਂ। ਹਾਂ, ਤੁਸੀਂ ਉਸੇ ਵੇਲੇ ਫੋਨ ਕਰਨਾ ਸੀਗਾ ਵੀ ਤੁਹਾਨੂੰ ਇਹ ਗੱਲ ਠੀਕ ਨਹੀਂ ਲੱਗੀ, ਤਾਂ ਉਸ ਵੇਲੇ ਗੱਲ ਕਰਨੀ ਥੋੜੀ ਸੌਖੀ ਹੋਣੀ ਹੈ। ਹੁਣ ਤੁਸੀਂ 15 ਦਿਨ ਪਹਿਲਾਂ ਦੀ ਗੱਲ ਕਰ ਰਹੇ ਹੋ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਆਪਾਂ ਉਹ ਗੱਲ ਕਿਹੜੀ ਕੀਤੀ ਸੀ, ਮੈਨੂੰ ਯਾਦ ਨਹੀਂ ਹੈ। ਹਾਂ, ਅੱਗੇ ਨੂੰ ਤੁਸੀਂ ਉਸੇ ਵੇਲੇ ਫੋਨ ਕਰੋ, ਉਸੇ ਵੇਲੇ ਸਾਡੇ ਨਾਲ ਗੱਲ ਕਰੋ, ਤਾਂ ਮੈਂ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਦੇਵਾਂਗਾ। ਐਸੀ ਕੋਈ ਗੱਲ ਨਹੀਂ ਹੈ ਜੀ ਬਿਲਕੁਲ। ਤੇ ਸਰ ਮੈਂ ਆਪਣੇ ਦਰਸ਼ਕਾਂ ਨੂੰ ਨਾਲ ਦੀ ਨਾਲ ਦੱਸ ਦੇਵਾਂ ਕਿ ਅਸੀਂ ਜਿਹੜੀ ਫਲਾਈਟ ਸਕੇਡਿਊਲ ਜਿਹੜਾ ਰੈਡੀ ਹੋਇਆ ਸੀ, ਕੈਨੇਡਾ ਨੂੰ ਜਿਹੜੀਆਂ ਫਲਾਈਟਸ ਚੱਲਦੀਆਂ ਨੇ ਉਹਦੇ ਬਾਰੇ ਵਿੱਚ ਇੱਕ ਚਾਰਟ ਜਿਹੜਾ ਤੁਹਾਨੂੰ ਦਿਖਾ ਰਿਹਾ ਨਾਲ ਦੀ ਨਾਲ ਸਕਰੀਨ ਦੇ ਵਿੱਚ। ਸੋ ਤੁਸੀਂ ਕਿੱਥੋਂ ਤੋਂ ਕਿੱਥੇ ਤੱਕ ਜਾਣਾ, ਇਹਦੇ ਲਈ ਨਾਲ ਦੀ ਨਾਲ ਤੁਹਾਨੂੰ ਸਾਰੀ ਵੈਬਸਾਈਟ ਲਿਖੀ ਹੋਈ ਹੈ ਕਿ ਕਿਹੜੀ ਵੈਬਸਾਈਟ ਤੇ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਇਹਨਾਂ ਵੈਬਸਾਈਟਸ ਨੂੰ ਤੁਸੀਂ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਨੋਟ ਕਰ ਲਵੋ, ਕਿਉਂਕਿ ਵਾਰ-ਵਾਰ ਸਾਨੂੰ ਦਰਸ਼ਕ ਪੁੱਛ ਰਹੇ ਸਨ ਕਿ ਉਹਨਾਂ ਨੇ ਕੈਨੇਡਾ ਨੂੰ ਆਉਣਾ ਹੈ ਤਾਂ ਕਿੱਥੋਂ ਕਿਵੇਂ ਜਿਹੜੀਆਂ ਵੈਬਸਾਈਟਸ ਦੇ ਥਰੂ ਉਹ ਜਾ ਸਕਦੇ ਨੇ। ਸੋ ਇਹ ਵੈਬਸਾਈਟਸ ਤੇ ਤੁਸੀਂ ਜਾਓਗੇ, ਇੱਥੇ ਤੁਸੀਂ ਕਲਿੱਕ ਕਰੋਗੇ, ਇਹਨਾਂ ਵੈਬਸਾਈਟਸ ਦੇ ਉੱਤੇ ਤੁਸੀਂ ਜਾ ਕੇ ਅੱਗੇ ਦੇਖ ਸਕਦੇ ਹੋ ਜਿੱਥੇ ਤੁਸੀਂ ਟਿਕਟਸ ਬੁੱਕ ਕਰਵਾਉਣੀਆਂ ਨੇ। ਸੋ ਡਿਟੇਲ ਦੇ ਵਿੱਚ ਲਿਖਿਆ ਹੋਇਆ ਕਿ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਜਾਣਾ, ਤੁਸੀਂ ਦਿੱਲੀ ਤੋਂ ਜਾਣਾ ਹੈ, ਇਹਨਾਂ ਨੂੰ ਜ਼ਰਾ ਧਿਆਨ ਦੇ ਨਾਲ ਤੁਸੀਂ ਨੋਟ ਕਰ ਲਿਓ। ਸੋ ਸਰ ਇਸ ਤੋਂ ਬਾਅਦ ਅਗਲੀ ਖਬਰ ਦੇ ਵੱਲ ਵਧੀਏ। ਅਸੀਂ BC ਦੀ ਮੈਂ ਗੱਲ ਕਰਨਾ ਚਾਹੂੰਗੀ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੈਨੀਫਿਟਸ ਜਿਹੜੇ ਖਾਸ ਤੌਰ ਤੇ ਨੇ ਰੈਂਟਲ ਬੈਨੀਫਿਟਸ ਕਰੋਨਾ ਵਾਇਰਸ ਕਰਕੇ ਮਿਲੇ ਸੀ, ਉਹਨਾਂ ਨੂੰ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜੋ ਕਿ ਪਾਸ ਹੋ ਗਿਆ। ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਰੈਂਟ ਨਹੀਂ ਦਿੰਦਾ ਤਾਂ ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਬਿਲਕੁਲ ਸਰ ਨੇ ਚੰਗੀ ਗੱਲ ਕੀਤੀ ਹੈ, ਕਿਉਂਕਿ ਹਲੇ ਚਾਹੇ ਕੁਝ ਵੀ ਆ, COVID-19 ਕਰਕੇ ਲੋਕਾਂ ਦੀ ਹਾਲਤ ਹਲੇ ਸੁਧਰ ਨਹੀਂ ਰਹੀ, ਇਨਕਮ ਹੈ ਨਹੀਂਗੀ, ਔਰ ਇਨਕਮ ਨਾ ਹੋਣ ਕਰਕੇ ਜਿਹੜੇ ਹੁਣ ਸਪੈਸ਼ਲੀ ਸ਼ਾਪਕੀਪਰਸ ਨੇ ਜਾਂ ਜਿਹੜੇ ਲੋਕ ਰੈਂਟ ਤੇ ਘਰਾਂ ਦੇ ਵਿੱਚ ਹੈਗੇ ਨੇ, ਉਹ ਰੈਂਟ ਦੇਣ ਦੇ ਕਈ ਸਮਰੱਥ ਨਹੀਂ ਹੈਗੇ ਆ। ਔਰ ਉਹਨਾਂ ਨੂੰ ਇਹ ਜਿਹੜੀ BC ਗਵਰਨਮੈਂਟ ਨੇ ਇਹ ਗੱਲ ਕੀਤੀ ਹੈ, ਫੈਡਰਲ ਗਵਰਨਮੈਂਟ ਨੇ ਵੀ ਗੱਲ ਕੀਤੀ ਹੋਈ ਸੀਗੀ, ਪਰ BC ਨੇ ਦੁਬਾਰਾ ਇਹ ਕੀਤਾ ਕਿ ਤੁਹਾਨੂੰ ਕੋਈ ਇਵਿਕਟ ਨਹੀਂ ਕਰ ਸਕੂਗਾ ਵੀ ਜੇ ਤੁਸੀਂ ਰੈਂਟ ਨਹੀਂ ਦਿੱਤਾ ਹੈਗਾ। ਔਰ ਇਹ ਚੰਗੀ ਗੱਲ ਹੈ, ਕਿਉਂਕਿ ਅਖੀਰ ਤਾਂ ਰੈਂਟ ਸਭ ਨੇ ਦੇਣਾ ਪਏਗਾ। ਠੀਕ ਹੈ, ਡੈਫਰ ਹੋਇਆ ਕਈਆਂ ਨੇ ਤਰਨ ਆਪਦੀ ਐਡਜਸਟਮੈਂਟ ਕਰ ਲਈ ਹੋਈ ਹੈ ਵੀ ਚਲੋ ਰੈਂਟ ਘਟਾ ਲਿਆ ਹੋਇਆ, ਕੋਈ ਘੱਟ ਦੇ ਰਿਹਾ, ਕੋਈ ਪੂਰਾ ਦੇ ਰਿਹਾ। ਜਿਨ੍ਹਾਂ ਦੇ ਜਿਹੜੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਤੇ ਉਹ ਕੰਮ ਕਰ ਰਹੇ ਨੇ, ਜੋ ਰੈਂਟ ਤੇ ਰਹਿ ਰਹੇ ਨੇ, ਤਾਂ ਉਹ ਲੋਕ ਰੈਂਟ ਪੂਰਾ ਦੇ ਰਹੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਹਾਂ, ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹਨੂੰ ਰੈਂਟ ਦੇਣਾ ਮੁਸ਼ਕਿਲ ਹੈ, ਪਰ ਉਹਨਾਂ ਨੂੰ ਹੁਣ ਕੱਢਿਆ ਨਹੀਂ ਜਾਊਗਾ, ਕਿਉਂਕਿ BC ਗਵਰਨਮੈਂਟ ਨੇ ਇਹ ਚੰਗੀ ਗੱਲ ਕੀਤੀ ਹੈ ਜੀ, ਕਿਉਂਕਿ ਨਹੀਂ ਤਾਂ ਲੋਕਾਂ ਨੂੰ ਜੇ ਕੱਢ ਕੇ ਉਹ ਜਾਣਗੇ ਕਿੱਥੇ, ਇਹ ਵੀ ਮੁਸ਼ਕਿਲ ਹੁੰਦੀ ਹੈ। ਤੇ ਉਹ ਜਿਹੜਾ ਥਾਂ ਖਾਲੀ ਹੋ ਜਾਏਗਾ, ਇਹ ਜ਼ਰੂਰੀ ਨਹੀਂ ਹੈ ਤਰਨ ਕਿ ਉਸ ਜਗ੍ਹਾ ਦੇ ਵਿੱਚ ਆ ਕੇ ਕੋਈ ਹੋਰ ਉਸੇ ਵੇਲੇ ਰੈਂਟ ਕਰ ਲਵੇਗਾ, ਕਿਉਂਕਿ ਇਸ ਵੇਲੇ ਹਾਲਾਤ ਐਸੇ ਬਣੇ ਹੋਏ ਨੇ। ਇਹ ਮੇਰੇ ਖਿਆਲ ਚੰਗਾ ਕਦਮ ਹੈ ਜੀ BC ਗਵਰਨਮੈਂਟ ਦਾ। ਜੀ ਬਿਲਕੁਲ। ਤੇ BC ਦੇ ਵਿੱਚ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਹਨੇ ਕਿ ਇਸ ਵਕਤ ਕਾਫੀ ਬਵਾਲ ਮਚਾਇਆ ਹੈ। ਹੈਲਥ ਮਿਨਿਸਟਰ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ ਇੰਡੀਜੀਨੀਅਸ ਲੋਕਾਂ ਨੂੰ ਲੈ ਕੇ। ਸਰ ਉਹ ਕੀ ਸਟੇਟਮੈਂਟ ਹੈ? ਜਿਹੜੇ ਹੈਲਥ ਮਿਨਿਸਟਰ ਨੇ ਜੀ ਐਡਰੀਅਨ ਡਿਕਸ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਸਟੇਟਮੈਂਟ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਹਾਲਾਤ BC ਦੇ ਹਸਪੀਟਲ ਦੇ ਵਿੱਚ ਐਸੇ ਬਣੇ ਹੋਏ ਨੇ ਕਿ ਜਿਹੜੇ ਉੱਥੇ
ਆਪਣੇ ਨੇਟਿਵ ਇੰਡੀਅਨਸ ਨੇ, ਇੰਡੀਜਨਸ ਪੀਪਲ ਹੈਗੇ ਨੇ, ਜਦੋਂ ਉੱਥੇ ਆਉਂਦੇ ਨੇ ਇਸ ਹਸਪੀਟਲ ਦਾ ਨਾਮ ਅਜੇ ਨਹੀਂ ਲਿਆ ਗਿਆ, ਪਰ ਜਦੋਂ ਇਹ ਖਬਰ ਜ਼ਿਆਦਾ ਤੂਲ ਫੜੇਗੀ ਤਾਂ ਹੋ ਸਕਦਾ ਹਸਪੀਟਲਾਂ ਦਾ ਨਾਮ ਵੀ ਬਾਹਰ ਆ ਜਾਏਗਾ। ਉਹ ਇਹ ਕਿਹਾ ਗਿਆ ਕਿ ਜਦੋਂ ਵੀ ਇੰਡੀਜਨਸ ਕਮਿਊਨਿਟੀ ਨਾਲ ਸੰਬੰਧਿਤ ਬੰਦਾ ਕੋਈ ਉੱਥੇ ਆਉਂਦਾ ਹਸਪੀਟਲ ਦੇ ਵਿੱਚ ਤੇ ਜੇ ਉਹਦਾ ਨਸ਼ਾ ਕੀਤਾ ਹੈ ਤਾਂ ਉੱਥੋਂ ਦੇ ਜਿਹੜੇ EMPLOYEES ਆ, ਸਾਰੇ ਨਹੀਂ, ਉਹਨਾਂ ਚੋਂ ਕੁਝ EMPLOYEES ਇਹ ਸ਼ਰਤ ਲਾਉਂਦੇ ਨੇ ਕਿ ਇਹਦੇ ਐਲਕੋਹਲ ਲੈਵਲ ਕਿੰਨਾ, ਜਿਹੜਾ ਕਿ ਉਹਨਾਂ ਦਾ ਮਖੌਲ ਬਣਾਇਆ ਜਾਂਦਾ। ਔਰ ਇਸ ਨੂੰ ਇੱਕ ਟਰਮ ਵੀ ਦਿੱਤੀ ਗਈ ਹੈ, ਕਹਿੰਦੇ ਪ੍ਰਾਈਸ ਇਜ਼ ਰਾਈਟ। ਇੱਕ ਟੀਵੀ ਸ਼ੋਅ ਹੈ ਜੀ, ਪ੍ਰਾਈਸ ਇਜ਼ ਰਾਈਟ, ਉਹਨੂੰ ਉਹਦੀ ਟਰਮਨੋਲੋਜੀ ਤੇ ਇਹ ਤੇ ਵਰਤਿਆ ਗਿਆ ਇੰਡੀਜਨਸ ਲੋਕਾਂ ਵਾਸਤੇ, ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈਗੀ ਆ। ਔਰ ਇਹ ਸਾਡੇ ਉੱਥੋਂ BC ਦੇ ਹੈਲਥ ਮਿਨਿਸਟਰ ਨੇ ਇਹ ਐਕਸੈਪਟ ਕੀਤੀ ਹੈ ਗੱਲ, ਹਾਂ ਵੀ ਇਹ ਗੱਲ ਹੋ ਰਹੀ ਹੈ ਔਰ ਇਹ ਚੰਗੀ ਗੱਲ ਨਹੀਂ ਹੈ। ਕਿਸੇ ਵੀ ਕਮਿਊਨਿਟੀ ਦੇ ਖਿਲਾਫ ਉਹਨੂੰ ਇਸ ਨਜ਼ਰ ਦੇ ਨਾਲ ਦੇਖਣਾ ਕਿ ਇੱਕ ਤਾਂ ਬੰਦਾ ਠੀਕ ਆ, ਉਹ ਕਮਿਊਨਿਟੀ ਦੀ ਹਾਲਤ ਬਹੁਤ ਮਾੜੀ ਹੈ, ਉਹ ਕਮਿਊਨਿਟੀ ਬਹੁਤ ਦੇਰ ਤੋਂ ਉੱਠਣਾ ਚਾਹੁੰਦੀ ਹੈ, ਹਜੇ ਉੱਠ ਨਹੀਂ ਸਕੀ। ਇਹ ਨਹੀਂ, ਇਹ 'ਚ ਕੋਈ ਜ਼ਰੂਰੀ ਹੈ ਕਿ ਸਰਕਾਰ ਦਾ ਦੋਸ਼ ਹੈ ਜਾਂ ਕਮਿਊਨਿਟੀ ਦਾ ਆਪ ਦਾ ਦੋਸ਼ ਹੈ ਜਾਂ ਦੋਨਾਂ ਲੀਡਰਸ਼ਿਪ ਦਾ ਦੋਸ਼ ਹੈ। ਦੋਸ਼ ਹੈਗੇ ਨੇ, ਇਹਦੇ ਮਾਮਲੇ ਤੇ ਵੀ ਬੜੀ ਲੰਬੀ ਗੱਲ ਕੀਤੀ ਜਾ ਸਕਦੀ ਹੈ। ਪਰ ਜਦੋਂ ਕੋਈ ਬੰਦਾ ਉੱਥੇ ਜਾਂਦਾ ਤੇ ਉਹਦਾ ਇਸ ਮਾਮਲੇ ਦੇ ਵਿੱਚ ਮਖੌਲ ਉਡਾਇਆ ਜਾਣਾ ਕਿ ਇਸ ਦੀ ਸ਼ਰਾਬ ਕਿੰਨੀ ਪੀਤੀ ਹੋਈ ਹੈ, ਇਹ ਕਿੰਨੇ ਨਸ਼ੇ ਦੇ ਵਿੱਚ ਹੈਗਾ, ਇਸ ਚੀਜ਼ ਨੂੰ ਐਕਸੈਪਟ ਕੀਤਾ ਜੀ ਉਹਨਾਂ ਨੇ। ਔਰ ਹੋਪਫੁਲੀ ਉਹ ਕਹਿੰਦੇ ਵੀ ਇਸ ਚੀਜ਼ ਨੂੰ ਅਸੀਂ ਸੁਧਾਰ ਲੈ ਕੇ ਆਵਾਂਗੇ, ਕਿਉਂਕਿ ਅੱਜ ਕੱਲ੍ਹ ਗੱਲਾਂ ਬਹੁਤ ਆ ਰਹੀਆਂ ਨੇ, ਅਜਿਹੀਆਂ ਗੱਲਾਂ ਹਾਈਲਾਈਟ ਬਹੁਤ ਹੋ ਰਹੀਆਂ ਨੇ। ਇਸ ਦਾ ਜਿਹੜਾ ਬਲੈਕ ਲਾਈਵਸ ਮੈਟਰ ਹੈ ਤਾਂ ਇਹਦਾ ਫਰਕ ਜ਼ਰੂਰ ਪਵੇਗਾ, ਪਰ ਗੱਲ ਆਪਾਂ ਜਿਹੜੀ ਪਹਿਲਾਂ ਕੀਤੀ ਸੀ ਕਿ ਇਹੋ ਜਿਹੇ ਹਿਸਾਬ ਦਾ ਕੀਤਾ ਜਾਵੇ ਤਾਂ ਅਸਰ ਜ਼ਿਆਦਾ ਹੋਵੇਗਾ, ਜੇ ਲਗਾਤਾਰ ਹੋਈ ਜਾਏਗਾ ਤਾਂ ਹੋ ਸਕਦਾ ਹੈ ਤਾਂ ਅਸਰ ਹੁਣ ਹਟ ਜਾਵੇਗਾ। ਬਿਲਕੁਲ ਜੀ। ਤੇ ਉੱਥੇ ਹੀ ਸਰ ਇੱਕ ਓਨਟਾਰੀਓ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪੋਰਸ਼ ਗੱਡੀ ਨੂੰ ਕੁਝ ਅਜਿਹੇ ਢੰਗ ਦੇ ਨਾਲ ਕੋਈ ਚੀਜ਼ ਨਾਲ ਪਿੱਛੇ ਬੰਨੀ ਲੈ ਕੇ ਜਾ ਰਿਹਾ ਸੀ ਕਿ ਪੁਲਿਸ ਨੂੰ ਵਿੱਚ ਦਖਲਅੰਦਾਜ਼ੀ ਕਰਨੀ ਪਈ। ਕੀ ਇਹ ਪੂਰਾ ਮਾਮਲਾ ਹੈ? ਕਿਉਂਕਿ ਪੋਰਸ਼ ਗੱਡੀ ਅਗਲਾ ਕਹਿੰਦਾ ਕਿ ਹੱਥ ਲਾਵੇ ਵੀ ਥੋੜਾ ਜਿਹਾ ਧਿਆਨ ਨਾਲ ਰੱਖੇ ਕਿ ਕਿਤੇ ਝਰੀਟ ਨਾ ਪੈ ਜਾਏ, ਉਹ ਨਾਲ ਕੁਝ ਹੋਰ ਹੀ ਬੰਨਿਆ ਜਾ ਰਿਹਾ। ਦੇਖੋ ਜੀ ਕਿਆ ਕਮਾਲ ਦੀ ਗੱਲ ਕੀਤੀ ਹੈ ਉਹਨੇ, ਮਗਰ ਪਤਾ ਕੀ ਬੰਨਿਆ ਹੋਇਆ? ਹੌਟ ਟਬ। ਹਾਂਜੀ, ਇਹ ਜਿਹੜੇ ਸਾਡੇ ਬਾਹਰਲੇ ਦਰਸ਼ਕ ਹੈ ਜੀ ਉਹਨਾਂ ਨੂੰ ਦੱਸਦੇ ਵੀ ਹੌਟ ਟਬ ਇੱਕ ਐਸੀ ਚੀਜ਼ ਹੈ ਜੀ, ਹੌਟ ਹੀ ਹੈ ਸੱਚੀ, ਉਹ 'ਚ ਪ੍ਰੈਸ਼ਰ ਨਾਲ ਪਾਣੀ ਆਉਂਦਾ ਤੇ ਰੱਖਿਆ ਬਾਹਰ ਹੁੰਦਾ, ਆਪਦੇ ਗਾਰਡਨ ਦੇ ਵਿੱਚ ਰੱਖਿਆ ਹੁੰਦਾ, ਬਾਹਰਲੇ ਪਾਸੇ ਰੱਖਿਆ ਹੁੰਦਾ। ਔਰ ਈਵਨ ਵਿੰਟਰ ਵਿੱਚ ਵੀ ਵਰਤਿਆ ਜਾਂਦਾ। ਲੋਕ ਵਿੰਟਰ ਚਾਹੇ ਬਾਹਰ ਸਨੋ ਪੈ ਰਹੀ ਹੈ, ਉਹਨੂੰ ਪਾਣੀ ਨੂੰ ਗਰਮ ਕਰਕੇ ਉਹਦੇ 'ਚ ਬੈਠਿਆ ਜਾਂਦਾ, ਲੋਕ ਇੰਜੋਏ ਕਰਦੇ ਆ। ਦੇਅਰ ਇਜ਼ ਅ ਸਿਸਟਮ ਹੇਅਰ। ਉਹ ਹੌਟ ਟਬ ਨੂੰ ਆਪਦੀ ਕਾਰ ਦੇ ਮਗਰ ਲੈ ਕੇ ਲੰਡਨ ਦੇ ਏਰੀਆ 'ਚ ਜੀ, ਉਸ ਮਗਰ ਉਹਨੇ ਡੋਲੀ, ਕਹਿੰਦੇ ਜੀ ਡੋਲੀ ਦੇ ਉੱਤੇ ਜਿਹਨਾਂ ਸਮਾਨ ਢੋ ਕੇ ਲਿਜਾਣਾ ਸੌਖਾ ਹੁੰਦਾ, ਉਹਨੂੰ 2 ਪਹੀਏ ਲੱਗੇ ਹੁੰਦੇ, ਖਿੱਚ ਕੇ ਲੈ ਜਾਈਦਾ। ਉਹ ਡੋਲੀ ਦੇ ਉੱਤੇ ਉਹ ਹੌਟ ਟਬ ਰੱਖਿਆ ਜੀ, ਬੜੀ ਵੱਡੀ ਚੀਜ਼ ਆ, ਛੋਟਾ ਮੋਟਾ ਚੀਜ਼ ਨਹੀਂ ਆ। ਔਰ ਉਹਨੂੰ ਉਹਨੇ ਬੰਨਿਆ ਹੋਇਆ ਪਿੱਛੇ ਆਪਦੀ ਪੋਰਸ਼ ਦੇ ਮਗਰ। ਕੋਈ ਪੋਰਸ਼ ਕਹਿੰਦੇ, ਕਿ ਪੋਰਸ਼ਾ ਕਹਿੰਦੇ ਆ ਜੀ, ਜਰਮਨ ਕਾਰ ਆ, ਬੜੀ ਸੋਹਣੀ ਕਾਰ ਆ, ਸਪੋਰਟਸ ਕਾਰ ਆ, ਉਹਦੇ ਮਗਰ ਬੰਨਿਆ ਹੈ ਜੀ। ਔਰ ਫਿਰ ਅਖੀਰ ਪੁਲਿਸ ਨੇ ਉਹਨੂੰ ਰੋਕ ਲਿਆ। ਜਾ ਪਤਾ ਕਿੱਥੇ ਰਿਹਾ ਸੀਗਾ? ਫਰੀਵੇ ਦੇ ਉੱਤੇ, ਹਾਈਵੇ ਦੇ ਉੱਤੇ ਜਾ ਰਹੇ। ਚਲੋ ਕਿਸੇ ਸਾਈਡ ਰੋਡ ਤੇ ਜਾਂਦਾ ਬੰਦਾ ਕੁਛ ਹੋ ਜਾਂਦੀ, ਉਹਦੀ ਵੀਡੀਓ ਵੀ ਆਈ ਹੋਈ ਜੀ, ਵੈਸੇ ਅੱਜ ਦੇਖਣੀ ਜਾਂ ਸਾਡੀ ਵੀ ਇਸ ਵੇਲੇ ਚੱਲ ਰਹੀ ਹੈ। ਉਹਦੇ ਤੇ ਫਿਰ ਉਹ ਬੰਦੇ ਨੂੰ ਫੜ ਲਿਆ ਜੀ, ਰੋਕ ਲੈ ਗਿਆ। ਜਾਣ ਦੀ ਹੱਦ ਹੁੰਦੀ ਹੈ ਹਰ ਚੀਜ਼ ਦੀ, ਕਿਹੜੇ ਹਿਸਾਬ ਨਾਲ ਬੰਦੇ ਨੇ ਕੀਤਾ ਐਂਡ ਵਿਚ ਇਜ਼ ਵਨ ਵੈਰੀ ਅਨਸੇਫ। ਜਿਹੜੇ ਹਿਸਾਬ ਚੋਂ ਚਲਾ ਰਿਹਾ, ਉਹਦੇ 2 ਛੋਟੇ ਪਹੀਏ ਆ, ਤਾਂ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ। ਉਹ ਕਿਸੇ ਵੀ ਪਹੀਆ ਟੁੱਟ ਵੀ ਸਕਦਾ ਕਿਉਂਕਿ ਉਹ ਇੰਨੀ ਸਪੀਡ ਵਾਸਤੇ ਬਣੇ ਨਹੀਂ ਹੋਏ। ਹੌਲੀ ਰੋਣ ਵਾਸਤੇ ਛੋਟੇ ਬੇਰਿੰਗ ਆ, ਉਹ ਛੇਤੀ ਗਰਮ ਹੋ ਜਾਂਦੇ ਆ, ਟੁੱਟ ਜਾਣਗੇ। ਉਹ ਤਾਂ ਮਕੈਨੀਕਲੀ ਹੈ ਹੀ ਨਹੀਂ ਹੈਗੇ। ਔਰ ਮੈਂ ਵਾਰੇ ਜਾਣਦਾ ਜੀ ਲੋਕਾਂ ਦੇ ਜਿਹੜੇ ਇਹੋ ਜਿਹੇ ਆਈਡੀਆ ਨਾਲ ਪਤਾ ਨਹੀਂ ਕਿੱਥੋਂ ਜਗਾੜੀ ਹੋਇਆ ਜੀ ਬੰਦਾ, ਸ਼ਾਇਦ ਕਿਸੇ ਤੋਂ ਸਾਡੇ ਵਰਗੇ ਤੋਂ ਕੋਈ ਮਤ ਨਾ ਲੈ ਲਈ ਹੋਵੇ ਜੀ। ਹੁਣ ਥੋੜਾ ਜਿਹਾ US ਦੀ ਹੁਣ ਗੱਲ ਕਰੀਏ ਤਾਂ ਜੋ ਮਿਸਟਰ ਬੋਸਟਨ ਦੀ ਜਿਹੜੀ ਨਵੀਂ ਕਿਤਾਬ ਹੈ ਉਹਦੇ ਵਿੱਚ ਕਈ ਖੁਲਾਸੇ ਹੋਏ ਨੇ। ਇੱਕ ਖੁਲਾਸਾ ਇਹ ਵੀ ਹੋਇਆ ਹੈ ਕਿ ਮਿਸਟਰ ਟਰੰਪ ਜਿਹੜੇ ਆ ਮਿਸਟਰ ਟਰੂਡੋ ਨੂੰ ਕੋਈ ਬਾਹਲਾ ਪਸੰਦ ਨਹੀਂ ਕਰਦੇ ਸੀ। ਹਾਲਾਂਕਿ ਇੱਕ ਵਕਤ ਅਜਿਹਾ ਸੀ ਕਿ ਮਿਸਟਰ ਟਰੂਡੋ ਦੀ ਜਦੋਂ ਇਵਾਂਕਾ ਟਰੰਪ ਨਾਲ ਇੱਕ ਫੋਟੋ ਸੀ, ਕਾਫੀ ਜ਼ਿਆਦਾ ਲੋਕਾਂ ਨੇ ਅੱਗੇ ਦੀ ਅੱਗੇ ਸਪਰੈਡ ਕੀਤੀ ਸੀ, ਕਾਫੀ ਲਾਈਕ ਵੀ ਕੀਤੀ ਗਈ ਸੀ, ਤੇ ਪਰ ਉਹਨਾਂ ਦੇ ਫਾਦਰ ਸਾਹਿਬ ਮਿਸਟਰ ਟਰੰਪ ਨਹੀਂ ਇਹਨਾਂ ਲਾਈਕ ਕਰਦੇ। ਦੇਖੋ ਜੀ, ਟਰੰਪ ਸਾਹਿਬ ਪਤਾ ਨਹੀਂ ਕਿਹਨੂੰ ਪਸੰਦ ਕਰਦੇ ਆ। ਇਹ ਵੀ ਗੱਲ ਹੈਗੀ ਆ ਵੀ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਹੈਗਾ ਕੀ ਨਹੀਂ ਹੈਗਾ। ਇਹ ਜਿਹੜਾ ਸਾਡੇ G7 ਹੋਇਆ ਸੀਗਾ ਜੀ ਆਪਣੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਬੋਲਟਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਟਰੰਪ ਸਾਹਿਬ ਦੀ ਕੋਈ ਤਿਆਰੀ ਨਹੀਂ ਸੀ। ਟਰੰਪ ਸਾਹਿਬ ਨੂੰ ਪਤਾ ਹੀ ਨਹੀਂ ਸੀਗਾ ਵੀ ਇਸ਼ੂਜ਼ ਕੀ ਹੈਗੇ ਤੇ ਕੀ ਨਹੀਂ ਹੈ, ਕਿਉਂਕਿ ਟਰੰਪ ਸਾਹਿਬ ਰਿਗਾਰਡਲੈਸ ਹੀ ਇਜ਼ ਨਾਟ ਅ ਪੋਲੀਟੀਸ਼ੀਅਨ, ਹੀ ਇਜ਼ ਅ ਬਿਜ਼ਨਸਮੈਨ। ਉਹਦੇ 'ਚ ਜਿਹੜੇ ਇਸ਼ੂ ਸੀਗੇ ਉਹਨਾਂ ਬਾਰੇ ਪਤਾ ਨਹੀਂ ਸੀਗਾ। ਔਰ ਐਂਡ ਹੀ
ਜਿਹੜੇ ਟਰੂਡੋ ਸਾਹਿਬ ਹੈ ਜੀ, ਟਰੂਡੋ ਸਾਹਿਬ ਰੀਜ਼ਨੇਬਲ ਗੱਲ ਕਰਦੇ ਆ, ਚਾਹੇ ਕੁਝ ਵੀ ਹੈ ਜਿਹੜੇ ਹਿਸਾਬ 'ਚ ਰਿਗਾਰਡਿੰਗ ਦਾ ਪੋਲੀਟੀਕਲ ਸਟ੍ਰਾਈਕ, ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਟਰੂਡੋ ਸਾਹਿਬ ਨੂੰ ਪਸੰਦ ਕਰਦਾ ਹਾਂ, ਪਰ ਜਿਹੜੇ ਹਿਸਾਬ 'ਚ ਟਰੂਡੋ ਗਵਰਨਮੈਂਟ ਨੇ ਟਰੰਪ ਗਵਰਨਮੈਂਟ ਨੂੰ ਹੈਂਡਲ ਕੀਤਾ ਜੀ, ਇਹ ਕਾਬਲੇ ਤਾਰੀਫ ਹੈ। ਇਕੱਲੇ ਟਰੂਡੋ ਨਹੀਂ ਜੀ, ਬਾਕੀ ਦੀ ਦੁਨੀਆ ਵੀ ਜਿਵੇਂ ਹੈਂਡਲ ਕਰ ਰਹੀ ਹੈ, ਕਿਉਂਕਿ ਟਰੰਪ ਸਾਹਿਬ ਦਾ ਕੋਈ ਪਤਾ ਨਹੀਂ ਕਿੱਦਣ ਕਿਹੜਾ ਟਵਿੱਟਰ ਤੇ ਕੀ ਕੁਛ ਆਉਣਾ, ਕੀ ਕਹਿਣਾ। ਉਸ ਮਾਮਲੇ ਦੇ ਵਿੱਚ ਜਿਹੜੇ ਟਰੰਪ ਸਾਹਿਬ ਹੈ ਜੀ, ਉਹਨਾਂ ਨੂੰ ਟਰੂਡੋ ਪਸੰਦ ਨਹੀਂ ਆ। ਜਿਹੜੀ ਉਹ ਬੁੱਕ ਹੈ ਜੀ ਤਰਨ, ਉਹਦੇ ਵਿੱਚ ਬਹੁਤ ਖੁਲਾਸੇ ਹੋਏ ਨੇ। ਇੱਕ ਖੁਲਾਸਾ ਤਾਂ ਕੱਲ ਆਪਾਂ ਗੱਲ ਕਰਤੀ ਸੀਗੀ ਵੀ ਜਿਹੜਾ ਚਾਈਨਾ ਵਾਲਾ ਹੈਗਾ ਮਾਮਲਾ ਕੀਤਾ ਸੀਗਾ ਵੀ ਹੈਲਪ ਕਰੋ, ਮਾਈਨੋਰਟੀਜ਼ ਨੂੰ ਲੈ ਕੇ ਵੀ ਇੱਕ ਹੋਇਆ ਸੀ ਖੁਲਾਸਾ। ਹਾਂਜੀ, ਮਾਈਨੋਰਟੀਜ਼ ਲੈ ਕੇ ਖੁਲਾਸਾ ਹੋਇਆ। ਤੇ ਹੁਣ ਇੱਕ ਹੋਰ ਵੀ ਹੈ ਜੀ ਕਿ ਟਰੰਪ ਸਾਹਿਬ ਚਾਹੁੰਦੇ ਵੀ ਮੈਂ 2 ਤੋਂ ਵੱਧ ਵਾਰੀ ਵੀ ਸਰਵ ਕਰਦਾ ਹਾਂ, ਕਹਿੰਦੇ ਮੈਂ ਕਾਨੂੰਨ ਬਦਲ ਸਕਦਾ। ਮੈਂ ਬਦਲਣਾ ਚਾਹੁੰਦਾ ਵੀ ਟਰਮਾਂ 2 ਨਹੀਂ ਹੈ, 2 ਤੋਂ ਵੱਧ ਹੋਣੀਆਂ ਚਾਹੀਦੀਆਂ। ਤੇ ਇਹ ਗੱਲ ਪਹਿਲਾਂ ਵੀ ਐਸ ਚੱਲੀ ਹੋਈ ਹੈ, ਇਟਸ ਨਾਟ ਪੋਸੀਬਲ। ਸਾਰਾ ਇਹਨਾਂ ਦਾ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨੀ ਪਵੇਗੀ ਜੀ, ਵਿਚ ਇਜ਼ ਨਾਟ ਈਜ਼ੀ ਟੂ ਡੂ ਦੈਟ। ਇੱਕ ਹੋਰ ਹੈ ਜੀ, ਇਹਨਾਂ ਜਿੰਨੇ ਵੀ ਅਥਾਰਟੇਰੀਅਨ ਰੂਲਸ ਹੈਗੇ ਜਿਹੜੇ ਕਿ ਜਿਹਨੂੰ ਆਪਾਂ ਡਿਕਟੇਟਰਸ਼ਿਪ ਕਹਿੰਦੇ ਆ, ਉਹਨਾਂ ਦਾ ਬਹੁਤ ਇਹਨਾਂ ਨੇ ਮਦਦ ਕੀਤੀ, ਉਹਨਾਂ ਦੇ ਹੱਕ ਦੇ ਵਿੱਚ ਜਾਂਦੇ ਰਹੇ ਆ। ਤੇ ਇਹਨਾਂ ਨੇ ਸਾਊਦੀ ਅਰੇਬੀਆ ਨੂੰ ਬੜਾ ਕੀਤਾ ਜੀ, ਰੌਲਾ ਪਾਇਆ ਸੀਗਾ। ਕਿਉਂ? ਉਹਨਾਂ ਦਿਨਾਂ ਦੇ ਵਿੱਚ ਇਵਾਂਕਾ, ਤੁਸੀਂ ਜਿਹੜੀ ਇਵਾਂਕਾ ਦਾ ਨਾਮ ਲਿਆ ਜੀ ਇਹਨਾਂ ਦੀ ਬੇਟੀ ਦਾ, ਉਹ ਇਵਾਂਕਾ ਦੀਆਂ ਕੋਈ ਈਮੇਲਸ ਫੜੀਆਂ ਗਈਆਂ ਸੀਗੀਆਂ, ਤੇ ਪਰ ਉਹ ਈਮੇਲਸ ਨੂੰ ਲੁਕਾਉਣ ਵਾਸਤੇ ਉਹਨਾਂ ਨੇ ਡਿਸਟਰੈਕਟ ਕਰਨ ਵਾਸਤੇ ਸਾਊਦੀ ਅਰੇਬੀਆ ਦਾ ਰੌਲਾ ਪਾਇਆ ਜੀ। ਤੇ ਇਹਨਾਂ ਨੂੰ ਇੱਕ ਜਗ੍ਹਾ ਤੇ ਇਹ ਵੀ ਕਿਹਾ ਜੀ, ਫਿਨਲੈਂਡ ਜਿਹੜਾ ਦੇਸ਼ ਹੈ, ਟਰੰਪ ਸਾਹਿਬ ਇਹ ਮੰਨਦੇ ਸੀਗੇ ਕਿ ਫਿਨਲੈਂਡ ਰਸ਼ੀਆ ਦਾ ਹਿੱਸਾ, ਅਕੋਰਡਿੰਗ ਟੂ ਮਿਸਟਰ ਬੋਲਟਨ ਜੀ। ਉਹ ਕਹਿੰਦੇ ਨਾਲੇ ਜੇ ਵੈਨਜ਼ੂਏਲਾ ਦੇ ਵਿੱਚ ਕਿਤੇ ਆਪਾਂ ਜਾ ਵੜੀਏ ਤਾਂ ਇਹ ਬੜੀ ਕੂਲ ਗੱਲ ਹੋਈ, ਕਹਿੰਦਾ ਆਪਾਂ ਉਹਨੂੰ ਉੱਥੇ ਕੰਟਰੋਲ, ਵੈਨਜ਼ੂਏਲਾ ਕੰਟਰੀ ਹੈ ਜੀ, ਏਡੀ ਸੌਖਾ ਕੰਮ ਨਹੀਂ ਹੈਗਾ ਕਿ ਤੁਸੀਂ ਜਾ ਕੇ ਇਨਵੇਟ ਕਰ ਲਓਗੇ। ਅਜਿਹੀਆਂ ਗੱਲਾਂ ਹਲੇ ਹੋਰ ਐਕਸੈਪਟਸ ਵਿੱਚ ਆ ਰਹੀ ਜੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਜ਼ੋਰ ਲਾ ਰਹੀ ਹੈ ਕਿ ਉਸ ਨੂੰ ਬੈਨ ਕੀਤਾ ਜਾਵੇ। ਪਰ ਮੈਨੂੰ ਇਉਂ ਲੱਗਦਾ ਤਰਨ, ਬੈਨ ਕਰਨ ਤੋਂ ਪਹਿਲਾਂ ਸਾਰੀ ਬੁੱਕ ਦੇ ਐਕਸੈਪਟਸ ਬਾਹਰ ਆ ਜਾਣੇ ਨੇ, ਜਿਹੜਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੱਗਦਾ ਜਿਹੜਾ ਬੈਨ ਕਰਨ ਵਾਸਤੇ ਜ਼ੋਰ ਲੱਗਿਆ ਹੈ ਜੀ, ਲੱਗਦਾ ਕਿ ਉਹ ਟਰੰਪ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਾਏਗੀ। ਜੀ ਬਿਲਕੁਲ। ਤੇ ਉਧਰ ਟਰੰਪ ਸਾਹਿਬ ਦੇ ਨੁਕਸਾਨ ਦੀ ਤੁਸੀਂ ਗੱਲ ਕੀਤੀ, ਉਹਨਾਂ ਨੂੰ ਹੁਣ ਇੱਕ ਡਰ ਸਤਾਉਣ ਲੱਗ ਗਿਆ ਕਿ ਚੋਣਾਂ ਦੇ ਵਿੱਚ ਕਿਤੇ ਕੋਈ ਗੜਬੜੀ ਨਾ ਹੋ ਜਾਏ, ਕੋਈ ਹੇਰਾਫੇਰੀ ਨਾ ਹੋ ਜਾਏ। ਟਰੰਪ ਸਾਹਿਬ ਜਿਹਦੀ ਇਹਦੇ ਵਿੱਚ ਕਿਤਾਬ ਵਿੱਚ ਵੀ ਖੁਲਾਸੇ ਹੋਏ ਸੀ ਕਿ ਕਿਸੇ ਸਮੇਂ ਉਹ ਚੀਨ ਤੋਂ ਸ਼ਾਇਦ ਹੈਲਪ ਲੈਣ ਦੀ ਗੱਲ ਕਰ ਰਹੇ ਸੀ ਕਿ 2020 ਚ ਮੁੜ ਤੋਂ ਉਹਨਾਂ ਨੂੰ ਸੱਤਾ ਦਿੱਤੀ ਜਾਵੇ, ਤੇ ਹੁਣ ਉਹ ਖੁਦ ਹੀ ਕਹਿ ਰਹੇ ਨੇ ਕਿ ਹੇਰਾਫੇਰੀ ਦਾ ਸ਼ਾਇਦ ਡਰ ਸਤਾ ਰਿਹਾ। ਦੇਖੋ ਤਰਨ, ਕੋਵਿਡ-19 ਕਰਕੇ ਇਹ ਹੁਣ ਆਲਰੇਡੀ ਗੱਲ ਚੱਲ ਪਈ ਹੈ ਯੂਐਸ ਦੇ ਵਿੱਚ ਵੀ, ਇੰਨੀਆਂ ਲੰਬੀਆਂ ਲਾਈਨਾਂ ਲਾਉਣੀਆਂ ਮੁਸ਼ਕਲ ਹੋ ਜਾਣਗੀਆਂ। ਤੇ ਜਿਹੜੀ ਇਲੈਕਸ਼ਨ ਪ੍ਰੈਜ਼ੀਡੈਂਸ਼ੀਅਲ ਹੈ ਉਹਦੇ ਵਿੱਚ ਕਿਉਂ ਨਾ ਕਈ ਲੋਕ ਮੇਲ ਇਨ ਵੋਟਸ ਪਾ ਸਕਣ ਜੀ, ਅੱਗੇ ਵੀ ਆਉਂਦੀਆਂ ਰਹੀਆਂ ਨੇ, ਔਰ ਉਹਦੇ ਚ ਕੋਈ ਬਹੁਤੀ ਹੇਰਾਫੇਰੀ ਹੋਈ ਨਹੀਂ ਹੈ। ਇਟਸ ਅ ਪ੍ਰੂਵਨ ਫੈਕਟ ਇਨ ਯੂਐਸ ਕਿ ਮੇਲ ਇਨ ਬੈਲਟਸ ਦੇ ਵਿੱਚ ਹੇਰਾਫੇਰੀ ਬਹੁਤ ਘੱਟ ਹੈਗੀ ਆ। ਟਰੰਪ ਸਾਹਿਬ ਨੂੰ ਹੁਣ ਡਰ ਹੈ, ਲੱਗਦਾ ਇਹਨਾਂ ਨੂੰ ਕੁਝ ਹੋ ਸਕਦਾ ਇਹਨਾਂ ਨੂੰ ਅੰਦਰ ਧੁੜਕੂ ਹੋ ਗਿਆ ਹੋਵੇ, ਇਹਨੇ ਨਾਲ ਦੇ ਜਿਹੜੇ ਸਮਝਾਉਣ ਲੱਗੇ ਹੋਏ, ਭਾਈ ਸਾਹਿਬ ਤੁਸੀਂ ਜੋ ਕੁਝ ਕਰ ਰਹੇ ਹੋ ਸ਼ਾਇਦ ਤੁਹਾਡੇ ਚਾਂਸਸ ਘੱਟ ਹੈ ਇਸ ਵਾਰੀ ਬਣਨ ਦੇ, ਔਰ ਇਹਨਾਂ ਨੇ ਪਹਿਲਾਂ ਹੀ ਇਹ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਮੈਨੂੰ ਮੇਲ ਇਨ ਦੇ ਉੱਤੇ ਯਕੀਨ ਨਹੀਂ ਹੈਗਾ, ਉਹਦੇ 'ਚ ਹੇਰਾਫੇਰੀ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ ਹੇਰਾਫੇਰੀ ਹੋਏਗੀ, ਤੇ ਇਸ ਕਰਕੇ ਉਹ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਲਾਈਨਾਂ 'ਚ ਆ ਕੇ ਵੋਟਾਂ ਪਾਉਣੀਆਂ ਚਾਹੀਦੀਆਂ। ਰੌਲਾ ਕੀ ਹੈ, ਜਦੋਂ ਲਾਈਨਾਂ 'ਚ ਵੋਟਾਂ ਪਾਉਣੀਆਂ ਤੇ ਇਹ ਮੰਨਣ ਵਾਲੀ ਗੱਲ ਹੈ, ਇਟਸ ਅ ਪ੍ਰੂਵਨ ਫੈਕਟ ਕਿ ਜਿਹੜੀ ਮਾਈਨੋਰਟੀਜ਼ ਹੈ, ਖਾਸ ਕਰਕੇ ਜਿਹੜੀ ਬਲੈਕ ਕਮਿਊਨਿਟੀ ਹੈ, ਉਹ ਲੰਬੀਆਂ ਲਾਈਨਾਂ 'ਚ ਆ ਕੇ ਖੜਦੀ ਨਹੀਂ ਹੈ, ਬੌਦਰ ਨਹੀਂ ਕਰਦੀ ਅਸੀਂ ਕਿਉਂ ਵੋਟ ਪਾਉਣ ਜਾਣੀ ਹੈ। ਇਹ ਸਿਰਫ ਮਿਸਟਰ ਓਬਾਮਾ ਵੇਲੇ ਹੋਇਆ ਸੀਗਾ ਕਿਉਂਕਿ ਉਹ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀਗੇ, ਤਾਂ ਸਾਰੀ ਬਲੈਕ ਕਮਿਊਨਿਟੀ ਨੇ ਲਾਈਨਾਂ ਲਾ ਕੇ ਵੋਟਾਂ ਪਾਈਆਂ ਸੀਗੀਆਂ। ਅਦਰਵਾਈਜ਼ ਹੁਣ ਜਿਹੜੀ ਪਿਛਲੀ ਇਲੈਕਸ਼ਨ ਹੋਈ ਜਿਸ ਟਰੰਪ ਸਾਹਿਬ ਇਲੈਕਟ ਹੋਏ ਨੇ, ਉਹਦੇ ਵਿੱਚ ਬਲੈਕ ਕਮਿਊਨਿਟੀ ਨੇ ਬਹੁਤ ਘੱਟ ਪਾਰਟਿਸਿਪੇਟ ਕੀਤਾ, ਔਰ ਇਹ ਕਮਿਊਨਿਟੀ ਫਿਰ ਅਵੋਇਡ ਕਰਦੀ ਹੈ ਵੀ ਲਾਈਨਾਂ 'ਚ ਕਿਹੜਾ ਜਾ ਕੇ ਲੱਗੂਗਾ, ਕਿਹੜਾ ਕੁਛ ਕਰੂਗਾ, ਵਿਚ ਇਜ਼ ਇਨ ਫੇਵਰ ਆਫ ਮਿਸਟਰ ਟਰੰਪ। ਔਰ ਇਸੇ ਕਰਕੇ ਉਹਨਾਂ ਨੂੰ ਇਹ ਡਰ ਹੈ ਕਿ ਜੇ ਮੇਲ ਇਨ ਬੈਲਟਸ ਅਲਾਉ ਕਰ ਦਿੱਤੇ ਜਾਏ, ਫਿਰ ਜਿਹੜਾ ਬੰਦਾ ਘਰ ਬੈਠਾ ਉਹ ਵੀ ਵੋਟ ਪਾ ਸਕਦਾ, ਉਹ 'ਚ ਬਹੁਤ ਵੱਡੀ ਪਰਸੈਂਟੇਜ ਲੋਕ ਘਰੋਂ ਬੈਠੇ ਵੋਟਾਂ ਪਾਉਣਗੇ, ਜਿਹੜੀ ਕਿ ਮੋਸਟਲੀ ਚਾਂਸਸ ਹੈ ਟਰੰਪ ਸਾਹਿਬ ਦੇ ਅਗੇਂਸਟ ਭੁਗਤਣਗੀਆਂ। ਇਸ ਕਰਕੇ ਟਰੰਪ ਸਾਹਿਬ ਨੇ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਲ ਇਨ ਬੈਲਟਸ ਹੋਣੇ ਨਹੀਂ ਚਾਹੀਦੇ, ਜਿਹਨੇ ਆ ਕੇ ਵੋਟ ਪਾਉਣੀ ਹੈ ਲਾਈਨ 'ਚ ਲੱਗ ਕੇ ਪਾਓ। ਜੀ ਬਿਲਕੁਲ। ਉਧਰ ਉਹਨਾਂ ਨੇ ਸੁਣਿਆ ਕਿ ਇੱਕ ਵੀਡੀਓ ਉੱਤੇ ਵੀ ਅਜਿਹਾ ਕਮੈਂਟ ਕਰ ਦਿੱਤਾ, ਜਿਸ ਤੋਂ ਬਾਅਦ ਟਵਿੱਟਰ ਨੇ ਵੀ ਉਹਦੇ ਉੱਤੇ ਕੁਝ ਰਿਐਕਟ ਕੀਤਾ ਆ। ਸੋ ਕਿਹੜੀ ਉਹ ਵੀਡੀਓ ਸੀ ਤੇ ਅਜਿਹਾ ਕੀ ਕਮੈਂਟ ਕਰ ਦਿੱਤਾ ਕਿ ਜਿਹੜਾ ਟਵਿੱਟਰ ਨੂੰ ਵਿੱਚ ਆਉਣਾ ਪਿਆ? ਇਹ ਨਿੱਤ ਹੀ ਕੁਛ ਨਾ ਕੁਛ ਹੁੰਦਾ ਕਰਨ, ਆਪਣੇ ਕੋਲ ਘੰਟਾ ਹੁੰਦਾ, ਮੈਨੂੰ ਲੱਗਦਾ ਕਿ ਜੇ ਗੱਲ ਕਰਨੀ ਹੈ ਤਾਂ ਟਰੰਪ ਸਾਹਿਬ ਦੇ ਉੱਤੇ ਘੰਟੇ ਤੋਂ ਵੱਧ ਗੱਲ ਹੋ ਸਕਦੀ ਹੈ, ਔਰ ਹਰ ਰੋਜ਼ ਹੋ ਸਕਦੀ ਹੈ।
ਟਵਿੱਟਰ ਦੇ ਵਿੱਚ ਆਪਾਂ ਇੱਕ ਜ਼ਿਕਰ ਕੀਤਾ ਸੀਗਾ ਜੀ ਵੀਡੀਓ ਦਾ ਕੁਝ ਦੇਰ ਪਹਿਲਾਂ। ਵੈਸੇ ਉਹ ਵੀਡੀਓ ਪਿਛਲੇ ਸਤੰਬਰ 'ਚ ਆਈ ਸੀ ਵੀ ਦੋ ਬੱਚੇ ਆ, ਇੱਕ ਬਲੈਕ ਕਮਿਊਨਿਟੀ ਨੂੰ ਰਿਲੇਟਡ ਹੈ, ਇੱਕ ਵਾਈਟ ਕਮਿਊਨਿਟੀ ਨੂੰ ਰਿਲੇਟਡ ਹੈਗਾ, ਔਰ ਉਹ ਬੱਚੇ ਭੱਜ ਕੇ ਜੱਫੀ ਪਾਉਂਦੇ ਆ, ਮਿਲਦੇ ਆ, ਕਿ ਮਾਈ ਫਰੈਂਡ ਗੱਲ ਕਰਦੇ ਆ। ਉਹ ਵੀਡੀਓ ਤੋਂ ਪਹਿਲਾਂ ਇੱਕ ਹੋਰ ਪੋਰਸ਼ਨ ਪਾਇਆ ਕਿਸੇ ਨੇ ਜਿਹਨੂੰ ਕਹਿੰਦੇ ਸੀ ਡਾਕਟਰਡ ਵੀਡੀਓ, ਵਾਧੂ ਇੱਕ ਹੋਰ ਜੋੜੀ ਹੈ। ਉਹਦੇ ਵਿੱਚ ਇੱਕ ਬੱਚਾ ਦੂਜੇ ਬੱਚੇ ਦੇ ਮਗਰ ਭੱਜਿਆ ਜਾਂਦਾ, ਔਰ ਕਮੈਂਟਸ ਵੀ ਦਿੱਤੇ ਨੇ ਵੀ ਇਹ ਉਹਨੂੰ ਫਣ ਜਾ ਰਿਹਾ, ਕੁਝ ਵੀ ਹੈ। ਬਾਅਦ ਵਿੱਚ ਉਹ ਦੂਸਰਾ ਪੋਰਸ਼ਨ ਵੀ ਉਹਦੇ ਵਿੱਚ ਪਾਇਆ, ਜਿੱਤੇ ਟਰੰਪ ਸਾਹਿਬ ਨੇ ਜਿਹੜੇ ਕਮੈਂਟਸ ਦਿੱਤੇ ਨੇ, ਟਵਿੱਟਰ ਨੇ ਉਹਤੇ ਨਾਲ ਵਾਰਨਿੰਗ ਦੇ ਦਿੱਤੀ ਹੈਗੀ ਆ। ਪਰ ਜਿਹੜੀ ਉਹ ਪਹਿਲੀ ਵੀਡੀਓ ਸੀਗੀ ਉਹ CNN ਨੇ ਵੀ ਚਲਾਈ ਸੀਗੀ, ਔਰ CNN ਨੇ ਉਹ ਬੱਚਿਆਂ ਦੇ ਪੇਰੈਂਟਸ ਨਾਲ ਇੰਟਰਵਿਊ ਵੀ ਕੀਤੀ ਹੈ, ਔਰ ਉਹਨਾਂ ਨੇ ਪ੍ਰੂਵ ਕੀਤਾ ਵੀ ਦਿਸ ਇਜ਼ ਨਾਟ ਫੇਕ। ਔਰ ਟਰੰਪ ਸਾਹਿਬ ਦਾ ਰੌਲਾ ਇਹੀ ਹੈ ਕਿ ਫੇਕ ਨਿਊਜ਼ ਹੈ, ਫੇਕ ਨਿਊਜ਼ ਹੈ, ਫੇਕ ਨਿਊਜ਼ ਹੈ। ਪਰ ਜਿਹੜੀ ਹੁਣ ਟਰੰਪ ਸਾਹਿਬ ਨੇ ਕੀਤੀ ਹੈ, ਜਿਹਨੂੰ ਸਪੋਰਟ ਕੀਤਾ, ਦੈਟ ਇਜ਼ ਫੇਕ ਨਿਊਜ਼। ਜਿਹੜੀ ਐਕਚੁਅਲ ਨਿਊਜ਼ ਹੈਗੀ ਆ, ਹਜੇ ਵੀ CNN ਉਹਦੇ ਪਿੱਛੇ ਖੜਾ ਜੀ, ਔਰ ਉਹਨਾਂ ਨੇ ਉਹ ਬੱਚਿਆਂ ਦੇ ਪੇਰੈਂਟਸ ਸੀ ਜਿਹੜੀ ਇੰਟਰਵਿਊ ਆ ਅਜੇ ਵੀ ਉੱਤੇ ਹੈਗੀ ਜੀ, ਕਿਸੇ ਨੇ ਜਾਣੇ ਜਾ ਕੇ ਦੇਖਣੀ ਦੇਖ ਸਕਦੇ ਹੋ ਜੀ। ਬਿਲਕੁਲ। ਉਧਰ US ਦੇ ਵਿੱਚ ਕਹਿੰਦੇ ਆ ਥੀਏਟਰਸ ਓਪਨ ਹੋਣ ਲੱਗੇ ਨੇ, ਤੇ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਮਾਸਕ ਜ਼ਰੂਰੀ ਨਹੀਂ ਹੈਗਾ, ਸੋ ਥੀਏਟਰ ਵਾਲੇ ਖੁਦ ਕਰ ਰਹੇ ਨੇ ਪਾਉਣਾ ਪਾਓ, ਨਹੀਂ ਪਾਉਣਾ ਨਾ ਪਾਓ। ਬਿਲਕੁਲ ਤਰਨ, AMC ਥੀਏਟਰਸ ਆ, ਰੀਗਲ ਸਿਨੇਮਾਸ ਹੈਗੇ ਆ, ਇਹ ਬੜੀਆਂ ਵੱਡੀਆਂ ਫਰਮਾਂ ਨੇ US ਦੇ ਵਿੱਚ। ਆਪਣੇ ਕੈਨੇਡਾ ਦੇ ਵਿੱਚ AMC ਥੀਏਟਰਸ ਵੀ ਹੈਗੇ ਨੇ, ਔਰ ਉਹਨਾਂ ਨੇ ਜਿਹੜੇ ਲੋਕਾਂ ਨੇ ਮੂਵੀ ਗੋਰਸ ਨੇ ਜਿਹਨੇ ਫਿਲਮ ਦੇਖਣ ਜਾਣੀ ਹੋਏਗੀ, ਉਹਨਾਂ ਨੇ ਇਹ ਗੱਲ ਕਹਿਤੀ ਹੈ ਵੀ ਤੁਹਾਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈਗੀ ਆ। ਉਹਨਾਂ ਨੇ ਤਾਂ ਇਹ ਗੱਲ ਕਹਿਤੀ ਹੈ, ਪਰ ਲੋਕਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਹੈ ਕਿ ਕੋਵਿਡ ਹਜੇ ਤੱਕ ਚੱਲ ਰਿਹਾ, ਤੁਸੀਂ ਲੋਕਾਂ ਨੂੰ ਕਿਉਂ ਅਲਾਉ ਕਰ ਰਹੇ ਹੋ। ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੇ ਸਾਡੇ EMPLOYEES ਆ ਉਹ ਸਾਰੇ ਮਾਸਕ ਪਾਉਣਗੇ, ਉਹਨਾਂ ਨੂੰ ਮੈਂਡੇਟਰੀ ਆ, ਜਿਹਨੇ ਦੇਖਣੀ ਆ ਉਹਨੂੰ ਮੈਂਡੇਟਰੀ ਨਹੀਂ ਆ। ਪਰ ਇਹ ਗੱਲ ਲੋਕਾਂ ਉਹਨਾਂ ਵਾਸਤੇ ਬੈਕਫਾਇਰ ਹੋਣ ਲੱਗੀ ਹੋਈ ਹੈ। ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਜਾਇਆ, ਲੋਕ ਕਹਿੰਦੇ ਵੀ ਜੇ ਅਸੀਂ ਉੱਥੇ ਮਾਸਕ ਪਾ ਕੇ ਨਹੀਂ ਜਾਵਾਂਗੇ, ਅਸੀਂ ਉੱਥੇ ਬਿਮਾਰੀ ਲੈਣ ਕਿਉਂ ਜਾਣਾ। ਔਰ ਇਸ ਕਰਕੇ ਹੋ ਸਕਦਾ ਜਿਹੜੇ ਉਹਨਾਂ ਨੂੰ ਇੰਸਟੈਡ ਆਫ ਵੀ ਹੋਰ ਲੋਕ ਦੇਖਣ ਆਉਣਗੇ, ਜ਼ਿਆਦਾ ਲੋਕ ਦੇਖਣ ਆਉਣਗੇ, ਉਹ ਹੋ ਸਕਦਾ ਉਹ ਉਲਟ ਪੈ ਰਹੀ ਹੈ ਕਿ ਲੋਕੀ ਹੋ ਸਕਦਾ ਉਹਨਾਂ ਦਾ ਬਾਈਕਾਟ ਹੀ ਕਰਨ ਲੱਗ ਜਾਣ। ਕਿ ਮੈਂ ਜਿਹੜਾ ਸਮਝਦਾਰ ਬੰਦਾ ਤਰਨ, ਉਹ ਜ਼ਰੂਰ ਇਹ ਸੋਚਦਾ ਕਿ ਮੈਂ ਬਿਮਾਰੀ ਉੱਥੇ ਮੁੱਲ ਕਿਉਂ ਲੈਣ ਜਾਣਾ। ਪਰ ਜਿਹੜੇ ਕਈ ਸੌਰੀ ਟੂ ਸੇ ਸਿੰਘ ਟਰੰਪ ਸਾਹਿਬ ਦੇ ਸਪੋਰਟਰ ਨੇ, ਜਿਹੜੇ ਇਸ ਗੱਲ ਨੂੰ ਮੰਨਦੇ ਨਹੀਂ ਕਿ ਬਿਮਾਰੀ ਐਗਜ਼ਿਸਟ ਕਰਦੀ ਹੈ, ਜਾਂ ਜੇ ਬਿਮਾਰੀ ਐਗਜ਼ਿਸਟ ਕਰਦੀ ਹੈ ਤਾਂ ਤੁਸੀਂ ਜਿਹੜੇ ਕਲੀਨਰ ਹੈਗੇ ਉਹ ਉਹਦੇ 'ਚ ਇੰਜੈਕਟ ਕਰਕੇ ਉਹਨੂੰ ਠੀਕ ਕਰ ਸਕਦੇ ਹੋ। ਜਿਹੜੇ ਇਹ ਹੋਣਗੇ, ਅਜਿਹੇ ਹੋਣਗੇ ਜੀ, ਉਹ ਤਾਂ ਜ਼ਰੂਰ ਜਾਣਗੇ। ਪਰ ਜਿਹੜਾ ਕੋਈ ਸਿਆਣਾ ਬੰਦਾ ਹੈਗਾ, ਚਾਂਸਸ ਹੈ ਕਿ ਉਹ ਅਜਿਹੀ ਗੱਲ ਨਹੀਂ ਕਰਨਗੇ ਜੀ। ਬਿਲਕੁਲ ਸਰ, ਭਾਵੇਂ ਥੀਏਟਰਸ ਨੇ ਕਹਿ ਦਿੱਤਾ ਕਿ ਇਟਸ ਅਪ ਟੂ ਯੂ ਕਿ ਤੁਸੀਂ ਪਾਉਣਾ ਜਾਂ ਨਹੀਂ ਪਾਉਣਾ, ਪਰ 에ਅਰਲਾਈਨਸ ਨੇ ਸਖਤ ਸ਼ਬਦਾਂ ਵਿੱਚ ਜ਼ਰੂਰ ਕਿਹਾ ਕਿ 에ਅਰਲਾਈਨਸ ਤੇ ਨਾ ਸਿਰਫ ਉੱਥੇ ਪਹੁੰਚਣ ਤੇ 에ਅਰਪੋਰਟ ਤੇ, ਬਲਕਿ ਵਿੱਚ ਬੈਠਣ ਵੇਲੇ ਵੀ ਕੋਈ ਵੀ ਮਾਸਕ ਰਿਮੂਵ ਨਹੀਂ ਕਰੂਗਾ, ਨਹੀਂ ਤਾਂ ਉਹਨਾਂ ਨੂੰ ਅੱਗੇ ਭਾਰੀ ਹਰਜਾਨਾ ਭੁਗਤਣਾ ਪੈ ਸਕਦਾ ਇਹਦਾ। ਤਰਨ, ਜਿਹੜੇ ਸਾਡਾ ਕੈਨੇਡਾ ਇਹਦੇ ਵਿੱਚ ਆਲਰੇਡੀ ਇਹ ਗੱਲ ਹੈਗੀ ਹੈ ਜੀ, ਜੇ ਤੁਸੀਂ 에ਅਰਪੋਰਟ ਦੇ ਵਿੱਚ ਵੀ ਜਾਣਾ ਐਕਚੁਅਲੀ ਜੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ। ਬਿਲਕੁਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਨਾ ਇੱਕ ਕੁਐਸਚਨ ਜਿਹੜਾ ਕਿ ਸਾਰਿਆਂ ਦਾ ਹੀ ਆ ਅੱਜ ਕੱਲ੍ਹ, ਇਹ ਕੁਐਸਚਨ ਕਿ ਪਹਿਲਾਂ ਜਿੱਦਾਂ ਇੰਡੀਆ ਜਾਂਦੇ ਸੀ ਫਲਾਈਟ ਸਪੈਸ਼ਲ 14 ਦਿਨ ਕੁਆਰੰਟਾਈਨ ਕਰਦੇ ਸੀ, ਤੇ ਵਿੱਚ ਦੀ ਕਹਿਣ ਲੱਗੇ ਕਿ ਨਹੀਂ ਕਰਦੇ, ਹੁਣ ਕਹਿੰਦੇ 7 ਦਿਨ ਕਰਦੇ। ਉਹ ਕਿਸੇ ਨੂੰ ਵੀ ਉਹ ਚੀਜ਼ ਕਲੀਅਰ ਨਹੀਂ ਹੈਗੀ। ਸੋ ਪਲੀਜ਼ ਜੇ ਤੁਸੀਂ ਅੱਜ ਕਲੀਅਰ ਕਰ ਦਿਓ ਇਸ ਪ੍ਰੋਗਰਾਮ ਤਾਂ ਬਹੁਤ ਵਧੀਆ ਹੋਊਗਾ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਅਜੇ ਵੀ 14 ਦਿਨ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਮੈਡਮ ਬ੍ਰੈਂਪਟਨ ਤੋਂ ਬੋਲ ਰਹੇ ਜੀ। ਜੀ, ਦੱਸੋ ਸਰ ਕੀ ਕਹਿਣਾ? ਜਿੱਦਾਂ ਕਿ ਮਾਸਕ ਪਾ ਕੇ ਸਾਨੂੰ ਪਤਾ ਲੱਗ ਗਿਆ ਕਿ ਵੀ ਮਾਸਕ ਪਾਉਣ ਨਾਲ ਬਿਮਾਰੀ ਸਾਡੀ ਘਰ ਦੀ ਬਚਾਅ ਕਰ ਸਕਦੇ ਆਪਾਂ, ਹਨਾ ਜੀ। ਜੀ। ਤੇ ਜੇ ਇਹ ਪਤਾ ਲੱਗ ਜਾਵੇ ਕਿ ਬਲੱਡ ਪ੍ਰੈਸ਼ਰ ਦੀ ਦਵਾਈ ਨਹੀਂ ਹੈਗੀ, ਸ਼ੂਗਰ ਦੀ ਦਵਾਈ ਨਹੀਂ ਹੈਗੀ, ਕਿੰਨੇ ਬੰਦੇ ਠੀਕ ਹੋ ਜਾਣਗੇ ਐਕਸਰਸਾਈਜ਼ਾਂ ਕਰਨਗੇ। ਤੇ ਜੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਜੀ। ਜੀ। 1.5 ਮਹੀਨਾ ਪਹਿਲਾਂ ਮੈਂ ਆਇਆ ਸੀਗਾ ਜੀ, ਮੇਰੀ ਥੋੜੀ ਜਿਹੀ ਬਹਿਸ ਹੋ ਗਈ ਸੀਗੀ ਆਪਣੇ ਭਾਈ ਸਾਹਿਬ ਨਾਲ, ਉਹਨਾਂ ਨੂੰ ਮੈਂ ਸੌਰੀ ਮੰਗਦਾ ਜੀ, ਆਪਣੀ ਗਲਤੀ ਮੰਨਦਾ ਜੀ। ਤੇ ਬਸ ਇਹੀ ਕਹਿਣਾ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ 'ਚ ਆਪਣੇ ਵਿਚਾਰ ਰੱਖਣ ਦੇ ਲਈ। ਜੀ ਸਰ। ਦੇਖੋ, ਪਹਿਲੀ ਗੱਲ ਤਾਂ ਹੈ ਇਹ ਪ੍ਰੋਗਰਾਮ ਇਸ ਵਾਸਤੇ ਹੈ ਕਿ ਆਪਾਂ ਡਿਸਕਸ਼ਨ ਕਰ ਸਕੀਏ। ਕੋਈ ਇਹ 'ਚ ਗਲਤੀ ਵਾਲੀ ਕੋਈ ਗੱਲ ਵੀ ਨਹੀਂ ਜੀ ਹੁੰਦੀ। ਗਲਤੀ ਕਿਉਂ ਮੰਨਣੀ ਆ? ਤੁਸੀਂ ਆਪਦੇ ਵਿਚਾਰ ਦਿੱਤੇ, ਮੈਂ ਆਪਦੇ ਵਿਚਾਰ ਦਿੱਤੇ। ਮੈਨੂੰ ਹੁਣ ਇਹ ਵੀ ਨਹੀਂ ਪਤਾ ਤਾਂ ਆਪਾਂ ਕਿਹੜੀ ਗੱਲ ਤੇ ਗੱਲ ਹੋਈ ਸੀ, ਕਿਉਂਕਿ ਹਰ ਨਵੀਂ ਗੱਲ ਹੁੰਦੀ ਆ। ਆਈ ਰੀਅਲੀ ਐਪਰੀਸ਼ੀਏਟ ਦੈਟ, ਬਟ ਯੂ ਡੋਂਟ
would have to say sorry. ਸਰ ਮੈਂ ਇਸ ਗੱਲ ਤੇ ਥੋੜਾ ਜਿਹਾ ਜ਼ਰੂਰ ਕੁਝ ਕਹਿਣਾ ਚਾਹੂੰਗੀ ਕਿਉਂਕਿ ਹਾਂਜੀ। ਦਰਸ਼ਕ ਸਾਡਾ ਜਦੋਂ ਪ੍ਰੋਗਰਾਮ ਦੇਖਦੇ ਆ ਅਸੀਂ ਵੀ ਆਪਣੇ ਵਿਚਾਰ ਰੱਖਦੇ ਹਾਂ, ਤੁਸੀਂ ਵੀ ਆਪਣੇ ਵਿਚਾਰ ਰੱਖਦੇ ਹੋ। ਸੋ ਹਮਦਰਦ ਟੀਵੀ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ, ਇਹ ਨਹੀਂ ਹੈ ਕਿ ਅਸੀਂ ਕਦੇ ਗਲਤ ਨਹੀਂ ਹੋ ਸਕਦੇ ਜਾਂ ਜਿਸ ਨਿਊਜ਼ ਦੇ ਉੱਤੇ ਅਸੀਂ ਆਪਣੇ ਵਿਚਾਰ ਦੇ ਰਹੇ ਹਾਂ ਸਾਡੇ ਵੀ ਵਿਚਾਰ ਬਿਲਕੁਲ ਸਹੀ ਹੋਣਗੇ, ਬਟ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇਕਰ ਕੋਈ ਇਨਸਾਨ ਕੁਝ ਗਲਤ ਬਿਆਨਬਾਜ਼ੀ ਕਰ ਰਿਹਾ ਹੋ ਕਿਸੇ ਵੀ ਅਹੁਦੇ ਤੇ ਜ਼ਰੂਰ ਹੋਵੇ, ਚਾਹੇ ਉਹ ਕਿਸੇ ਵੀ ਦੇਸ਼ ਤੋਂ ਹੋਵੇ, ਉਹਦੇ ਉੱਤੇ ਜੇ ਉਹਦਾ ਕੋਈ ਸਟੈਪ ਗਲਤ ਆ ਤਾਂ ਉਹਨੂੰ ਗਲਤ ਨੂੰ ਗਲਤ ਕਿਹਾ ਜਾਵੇ। ਇਹ ਕੋਈ ਇੰਡੀਅਨ ਮੀਡੀਆ ਨਹੀਂ ਹੈਗਾ ਕਿ ਅਸੀਂ ਇੱਥੇ ਬੈਠੇ ਕਿਸੇ ਚੀਜ਼ ਤੋਂ ਡਰ ਕੇ ਉਸ ਚੀਜ਼ ਦੇ ਬਾਰੇ ਵਿੱਚ ਗਲਤ ਨੂੰ ਗਲਤ ਨਹੀਂ ਕਵਾਂਗੇ। ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਵਿਚਾਰ ਖੁੱਲੇ ਤਰੀਕੇ ਨਾਲ ਰੱਖੀਏ, ਨਿਰਪੱਖ ਤਰੀਕੇ ਨਾਲ ਰੱਖੀਏ। ਸੋ ਜੇਕਰ ਤੁਹਾਡਾ ਵੀ ਕੋਈ ਵਿਚਾਰ ਹੁੰਦਾ ਨਿਰਪੱਖ ਤਰੀਕੇ ਨਾਲ ਤੁਸੀਂ ਵੀ ਰੱਖੋ। ਜ਼ਰੂਰੀ ਨਹੀਂ ਕਿ ਅਸੀਂ ਤੁਹਾਡੇ ਵਿਚਾਰਾਂ ਨਾਲ ਜਾਂ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਸਕਦੇ ਹੋ, ਪਰ ਕੋਸ਼ਿਸ਼ ਇਹ ਜ਼ਰੂਰ ਹੁੰਦੀ ਹੈ ਕਿ ਸੱਚਾਈ ਤੁਹਾਡੇ ਸਾਹਮਣੇ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੀ ਸਰ। ਜਿਹੜੀ 14 ਦਿਨਾਂ ਦੀ ਗੱਲ ਹੈ ਜੀ, ਮਾਸਕ ਦੀ ਗੱਲ, ਪਹਿਲਾਂ ਥੈਂਕਸ ਫॉर ਕਾਲਿੰਗ। ਅਜੇ ਵੀ 14 ਦਿਨ ਹੀ ਹੈ ਜੀ, ਅਜੇ ਕੋਈ 10 ਦਿਨ ਨਹੀਂ ਜੀ ਹੋਇਆ, ਕਿਤੇ ਕੁਝ ਨਹੀਂ ਜੋ ਹੈ। ਜਿਹੜੇ ਮਾਸਕ ਪਾਉਣੇ ਸੌਰੀ ਜਿਹੜੇ ਕੁਆਰੰਟੀਨ ਹੈਗਾ ਉਹ 14 ਡੇਜ਼ ਦਾ ਸਾਈਕਲ ਹੀ ਹੈ ਜੀ, ਔਰ ਹਜੇ ਤੱਕ ਕਿਸੇ WHO ਨੇ ਬਿਲਕੁਲ ਨਹੀਂ ਚੇਂਜ ਕੀਤਾ, ਸਾਡੀ ਇੱਥੋਂ ਦੀ ਸਰਕਾਰ ਨੇ ਕੋਈ ਚੇਂਜ ਨਹੀਂ ਕੀਤਾ। ਔਰ ਤੁਸੀਂ ਇਸ ਗੱਲ ਨੂੰ ਮੱਤ ਕੇ ਹੀ ਚੱਲਣਾ ਚਾਹੀਦਾ ਕਿ ਕੁਆਰੰਟੀਨ ਅਸੀਂ ਕਰਨਾ। ਸੈਕੰਡਲੀ ਜਿਹੜੇ ਮਾਸਕ ਦੀ ਗੱਲ ਹੈਗੀ ਜੀ, ਨੈਚੁਰਲੀ ਹੈ, ਕੁਝ ਵੀ ਹੈ। ਜਿਹੜਾ 6 ਫੁੱਟ ਦਾ ਦੂਰੀ ਵੀ ਰੱਖੀ ਗਈ ਹੈ ਤਰਨ, ਉਹਦਾ ਵੀ ਰੀਜ਼ਨ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਜਦੋਂ ਕਿਸੇ ਨੂੰ ਛਿੱਕ ਆਉਂਦੀ ਹੈ ਦੂਰ ਤੱਕ 6 ਫੁੱਟ ਤੱਕ ਜ਼ਰੂਰ ਸਾਡੇ ਜਿਹਨੂੰ ਡ੍ਰੌਪਲੈਟਸ ਕਹਿੰਦੇ ਆ ਉਹ ਜਾਂਦੇ ਨੇ। ਪਰ ਕਿਉਂਕਿ ਸਾਡੀ ਮੋਸਟਲੀ ਜਿਹੜੀ ਛਿੱਕ ਹੈ ਜੋ ਮੂੰਹ ਨੇੜੇ ਥੱਲੇ ਨੂੰ ਹੁੰਦਾ, ਇਸੇ ਕਰਕੇ 6 ਫੁੱਟ ਤੱਕ ਹੀ ਆ। ਜੇ ਸਿੱਧਾ ਹੋਵੇ ਤਾਂ 12 ਫੁੱਟ ਤੱਕ ਵੀ ਜਾ ਸਕਦੇ ਆ। ਇਹ ਇਟਸ ਅ ਪ੍ਰੂਵਨ ਫੈਕਟ। ਪਰ ਉਹਦੇ ਚ ਆਪਾਂ ਕਾਲ ਲੈ ਲਓ ਪਹਿਲਾਂ। ਜੀ ਹਾਂਜੀ ਬਿਲਕੁਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰਮਟਨ ਤੋਂ ਬੋਲਦਾ ਜੀ। ਜੀ ਦੱਸੋ ਕੀ ਕਹਿਣਾ ਜੀ। ਮੇਰਾ ਨਾਸਤਾ ਨੂੰ ਕੁਐਸਚਨ ਸੀ, ਜਿਹੜਾ ਕਹਿੰਦੇ BC ਦੇ ਵਿੱਚ ਵੀ ਰੈਂਟ ਨਹੀਂ ਦਿੰਦਾ, ਕੱਢ ਨਹੀਂ ਸਕਦਾ ਮਕਾਨ ਚੋਂ। ਵੀ ਜਿਨ੍ਹਾਂ ਦੇ ਮਤਲਬ ਘਰ ਆ ਉਹਨਾਂ ਦੇ ਮੌਰਗੇਜ ਕੌਣ ਦਊ ਫਿਰ? ਤੇ ਉਹ ਬੈਂਕ ਨੂੰ ਉੱਠ ਜਾਣਗੇ ਘਰ ਫਿਰ। ਜੀ ਬਿਲਕੁਲ, ਸਰਕਾਰ ਦੇ ਸਟੈਪ ਨੇ ਜੀ, ਬਿਲਕੁਲ ਇਹਦੇ ਵਿੱਚ ਸਰਕਾਰ ਦਾ ਘਰ ਪੇਡ ਆਫ ਹੁੰਦਾ ਨਹੀਂ ਜੀ ਹਾਂ, ਆਫ ਕੋਰਸ ਇਹ ਸਹੀ ਗੱਲ ਹੈ ਜੀ ਤੁਹਾਡੀ। ਦੇ ਕੇ ਘਰ ਲਿਆ ਹੁੰਦਾ। ਇਹ ਸਰਕਾਰ ਦਾ ਫੈਸਲਾ ਜੀ, ਆਪਾਂ ਤਾਂ ਕੋਈ ਕੀਤਾ ਨਹੀਂ ਹੈ ਜੀ ਇਸ ਮਾਮਲੇ ਜਿਸ ਤੇ ਜਿਹੜੀ ਸਰਕਾਰ ਨੇ ਖਬਰ ਹੈਗੀ ਆ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਆਪਣੇ ਵਿਚਾਰ। ਵੀ ਮਤਲਬ ਆਮ ਲੈਂਡਲੌਰਡ ਵਾਸਤੇ ਵੀ ਹਾਰਡ ਹੋ ਜਾਣਾ। ਬਿਲਕੁਲ ਜੀ ਹਾਂ, ਬਿਲਕੁਲ ਜੀ। ਇਹ ਮੰਗ ਅਕਸਰ ਲੈਂਡਲੌਰਡ ਚੁੱਕ ਰਹੇ ਨੇ। ਉਮੀਦ ਕਰਦੇ ਹਾਂ ਕਿ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਇਹ ਜ਼ਰੂਰ ਪਹੁੰਚੂਗੀ ਤੇ ਇਸ ਗੱਲ ਬਾਰੇ ਵੀ ਕੋਈ ਨਾ ਕੋਈ ਧਿਆਨ ਜ਼ਰੂਰ ਰੱਖਿਆ ਜਾਏਗਾ। ਜਿਹੜਾ ਇੱਕ ਗੱਲ ਜ਼ਰੂਰਤ ਹੈ ਜਿਹੜੇ ਹੈਗੇ ਨੇ ਨਾ ਕਮਰਸ਼ੀਅਲ ਪ੍ਰਾਪਰਟੀਆਂ ਹੈਗੀਆਂ, ਕਮਰਸ਼ੀਅਲ ਪ੍ਰਾਪਰਟੀ ਤੇ ਕਮ ਅੰਡਰ ਬਿਜ਼ਨੈਸਸ, ਸਰਕਾਰ ਨੇ ਬਿਜ਼ਨਸ ਨੂੰ ਵੀ ਇਨਸੈਂਟਿਵ ਦਿੱਤੇ ਹੋਏ ਨੇ ਜਿਹੜੇ ਕਿ ਉਹ ਵਰਤ ਸਕਦੇ ਨੇ, ਉਹਨਾਂ ਨਾਲ ਸ਼ਾਇਦ ਉਹਨਾਂ ਨੂੰ ਕੋਈ ਫਾਇਦਾ ਹੋ ਸਕਦਾ ਜੀ। ਜੀ ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੱਲ ਬੇਟਾ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬੈਂਟਰ ਤੋਂ ਬੋਲਦਾ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਆਪਣੇ ਕਿਹੜੇ ਕਿਹਾ ਸੀਗਾ ਕਿ 65 ਸਾਲ ਤੋਂ ਜਿਹੜੇ ਹੈ ਨਾ ਵੀ ਉਹਨਾਂ ਨੂੰ 200 ਰੁਪਇਆ ਮਿਲੇਗਾ, $2 ਮਹੀਨੇ ਦਾ। ਹਾਂਜੀ ਹਾਂਜੀ, ਇਹ ਮੈਂ ਕਨਫਰਮ ਕਰਨਾ ਵੀ ਇਹਨਾਂ ਨੇ ਕਿਹਾ ਸੀਗਾ। ਮੇਰੇ ਕੋਲ ਕਈ ਬੰਦੇ ਪੁੱਛਦੇ ਆ। ਕਿਹਾ ਜੀ, ਮੈਂ ਤਾਂ ਸੁਣਿਆ ਸੀ। ਬਿਲਕੁਲ ਜੀ ਕਿਹਾ ਜੀ, ਇਹਨਾਂ ਨੇ ਕਿਹਾ ਹੋਵੇ ਕਿਹਾ ਜੀ ਸੀਨੀਅਰਸ ਨੂੰ ਮਿਲਣੇ ਆ ਜੀ। ਉਹ ਕੱਲਾ 200 ਨਹੀਂ ਜੀ ਮਿਲਣਾ, ਕਈਆਂ ਨੂੰ 500 ਵੀ ਮਿਲਣਾ, ਕਿਸੇ ਨੂੰ 300 ਵੀ ਮਿਲਣਾ, ਕਿਸੇ ਨੂੰ 200 ਮਿਲਣਾ। ਡਿਪੈਂਡ ਕਰਦਾ ਜੀ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਨੇ ਹੋ। ਜਿਹੜੇ ਸੀਨੀਅਰਸ ਹੈਗੇ ਨੇ ਉਹਨਾਂ ਨੂੰ ਮਿਲਣੇ, ਪਰ ਹਰੇਕ ਸੀਨੀਅਰ ਨੂੰ ਨਹੀਂ ਮਿਲਣਾ। ਜਿਹੜਾ ਇੱਥੇ 10 ਸਾਲ ਜਿਹਦੇ ਪੂਰੇ ਨਹੀਂ ਹੋਏ ਉਹਨਾਂ ਨੂੰ ਨਹੀਂ ਜੀ ਮਿਲਣਾ। 10 ਸਾਲ ਕਈ ਵਾਰੀ ਅਸੀਂ ਮੇਰੇ ਤਾਂ 10 ਮਿਲੀਅਨ ਦਾ ਮਤਲਬ ਮੇਰੀ ਉਮਰ 73 ਸਾਲ ਆ। ਹਾਂਜੀ, ਉਮਰ ਮੇਰੀ ਹੈਗੀ ਆ ਮਤਲਬ 73 ਸਾਲ ਤੇ ਮੈਨੂੰ ਤਾਂ ਆਈ ਨਹੀਂ 6 ਸਾਲ ਹੋਏ ਆ। ਜੀ ਬਿਲਕੁਲ ਸਰ, ਆਪਾਂ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਵੈਸੇ ਅੱਜ ਅਸੀਂ ਦੁਪਹਿਰ ਦੇ ਸਮੇਂ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਆਪਣੇ ਨਾਲ ਜੋੜਿਆ ਸੀ। ਤੁਸੀਂ ਉਸ ਸਮੇਂ ਦੇ ਬਾਰੇ ਵਿੱਚ ਗੱਲ ਕਰਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ, ਬਟ ਨੈਕਸਟ ਫਰਾਈਡੇ ਅਸੀਂ ਫਿਰ ਜੋੜਾਂਗੇ। ਫਿਲਹਾਲ ਕੋਸ਼ਿਸ਼ ਕਰਦੇ ਹਾਂ ਜੀ ਨਾ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਪਾਏ ਤਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਉਹ ਜਿਹੜੇ ਪੈਸੇ ਹਜੇ ਆਉਣ ਨਹੀਂ ਜੀ ਲੱਗੇ, ਉਹ ਆਉਣ ਲੱਗਣੇ। ਸਰਕਾਰ ਨੇ ਪਿਛਲੀ ਵਾਰੀ ਅਨਾਉਂਸਮੈਂਟ ਕੀਤੀ ਸੀ ਕਿ ਹਜੇ ਉਹ ਪੈਸੇ ਆਉਣ ਨਹੀਂ ਲੱਗੇ। ਜਿਨ੍ਹਾਂ ਨੂੰ ਪੈਸੇ ਮਿਲਣੇ ਆ ਜੀ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਅਕਾਊਂਟ 'ਚ ਆਉਣੇ। ਜਿਨ੍ਹਾਂ ਨੂੰ ਆਲਰੇਡੀ ਜਿਹੜੀਆਂ ਪੈਨਸ਼ਨਸ ਮਿਲਦੀਆਂ ਨੇ, ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਉਹਨਾਂ ਨੂੰ ਪੈਸੇ ਨਹੀਂ ਮਿਲਣੇ ਜੀ, ਕਿਉਂਕਿ ਜਿਹੜੀ ਕੰਡੀਸ਼ਨ ਉਹ 10 ਸਾਲ ਦੀ ਹੈ। 10 ਸਾਲ ਅਸੀਂ ਕਿਹੜੀ ਆਉਣ ਵਾਲੇ ਨੇ ਤਰਨ, ਮੈਂ ਥੋੜਾ ਟੌਪਿਕ ਤੋਂ ਪਰੇ ਚੱਲੇ ਆ। 10 ਸਾਲ ਅਸੀਂ ਗਿਣਦੇ ਨਹੀਂ, ਮੈਨੂੰ ਆਏ ਨੂੰ 10 ਸਾਲ ਹੋ ਗਏ। ਨਹੀਂ ਜੀ, ਉਹਨਾਂ 10 ਸਾਲਾਂ ਜੋ ਜਿੰਨੀ ਵਾਰੀ ਤੁਸੀਂ ਬਾਹਰ ਗਏ ਹੋ, ਇੰਡੀਆ ਕੈਨੇਡਾ ਚ ਬਾਹਰ ਗਏ ਹੋ, ਉਹ ਮਾਈਨਸ ਹੋ ਜਾਣਾ ਜੀ। ਤੁਸੀਂ 10 ਨਾ ਗਿਣੋ, ਉਹ ਉਹਨਾਂ ਦਿਨਾਂ ਨੂੰ ਗਿਣ ਕੇ ਫਿਰ 10 ਪੂਰੇ ਕਰੋ ਤਾਂ ਗੱਲ ਬਣੀ ਜੀ। ਆਪਾਂ ਗੱਲ ਕਰ ਰਹੇ ਸੀ ਹਾਂ ਕੁਆਰੰਟੀਨ ਕਰਨਾ ਜੀ, 14 ਦਿਨਾਂ ਦੀ ਹੈ ਜੀ, ਉਹ ਚ ਕੋਈ ਫਰਕ ਨਹੀਂ ਪਿਆ। ਜਿਹੜੀ ਕਿ 에ਅਰਲਾਈਨ ਦੀ ਮਾਸਕ ਦੀ ਗੱਲ ਕਰਦੇ ਸੀਗੇ ਜੀ, ਉਹਦੇ ਚ ਮਾਸਕ ਆਪਣੇ ਕੈਨੇਡਾ ਦੇ ਵਿੱਚ ਤਾਂ ਇਹ ਹੈਗਾ ਹੀ ਹੈ, 에ਅਰਪੋਰਟ ਦੇ ਵਿੱਚ ਵੜਨਾ, ਚਾਹੇ EMPLOYEE ਹੈ ਚਾਹੇ ਟਰੈਵਲਰ ਹੈ, ਉਹਨੂੰ ਮਾਸਕ ਲਾਉਣਾ ਪਵੇਗਾ। ਇਹ US ਦੇ ਵਿੱਚ ਆਇਆ ਜੀ ਹੁਣ ਗੱਲ। ਉੱਥੇ US ਦੀਆਂ ਫਲਾਈਟਸ ਦੇ ਵਿੱਚ ਤੁਹਾਨੂੰ ਮਾਸਕ ਪਾਉਣਾ ਪਵੇਗਾ। ਇੱਕ ਬੜਾ ਕਿਸੇ ਅਕਾਊਂਟ, ਟਵਿੱਟਰ ਅਕਾਊਂਟ ਦਾ ਜੀ ਬੰਦਾ
ਉਹਨੂੰ ਕੱਲ ਲਾ ਦਿੱਤਾ ਗਿਆ। ਲਗਵਾੜੀਆ 에ਅਰਪੋਰਟ ਤੋਂ ਚੜਿਆ ਸੀਗਾ ਨਿਊਯਾਰਕ ਦੇ ਵਿੱਚੋਂ, ਉਹਨੇ ਸਮਵੇਅਰ ਇਨ ਅਟਲਾਂਟਾ ਜਾਣਾ ਸੀ, ਜਿੱਥੇ ਤੱਕ ਮੇਰਾ ਖਿਆਲ ਆ। ਉਸ ਨੂੰ ਪੈਸੇਂਜਰ ਨੂੰ ਲਾਤਾ, ਉਹਨੇ ਰਿਫਿਊਜ਼ ਕਰ ਦਿੱਤਾ ਸੀਗਾ ਕਿ ਮੈਂ ਮਾਸਕ ਨਹੀਂ ਪਾਉਣਾ। ਉਹਦਾ ਰੀਜ਼ਨ ਇਹ ਸੀਗਾ, ਕਹਿੰਦਾ ਕਿਤੇ ਕਾਨੂੰਨ ਨਹੀਂ ਹੈਗਾ, ਪਰ 에ਅਰਲਾਈਨ ਆਪਣੇ ਕਾਨੂੰਨ ਆਪ ਬਣਾ ਸਕਦੀਆਂ ਨੇ। ਉਹਨਾਂ ਨੇ ਇਹ ਕੀਤਾ ਹੈ ਵੀ ਜਿਹੜਾ ਮਾਸਕ ਨਹੀਂ ਪਾਊਗਾ ਅਸੀਂ ਉਹਨੂੰ ਆਪਦੀ 에ਅਰਲਾਈਨ 'ਚ ਨਹੀਂ ਚੜਾਉਣਾ, ਔਰ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ। ਔਰ ਉਹ ਉਨੀ ਦੇਰ ਤੱਕ ਟਰੈਵਲ ਨਹੀਂ ਕਰੇਗਾ ਉਸ 에ਅਰਲਾਈਨ ਦੇ ਵਿੱਚ ਜਦ ਤੱਕ ਇਹ ਲਾਅ 에ਅਰਲਾਈਨ ਨਹੀਂ ਹਟਾਉਂਦੀ, ਵੀ ਜਦ ਤੱਕ ਉਹ ਮਾਸਕ ਲੈਣਾ, ਜਦੋਂ 에ਅਰਲਾਈਨ ਖੋਲ ਦੇਵੇਗੀ ਕਿ ਤੁਸੀਂ ਮਾਸਕ ਤੋਂ ਬਿਨਾਂ ਟਰੈਵਲ ਕਰ ਸਕਦੇ ਹੋ, ਉਸ ਵੇਲੇ ਉਹ ਜਿਹੜਾ ਬੰਦਾ ਇਹਨੂੰ ਬੈਨ ਕੀਤਾ ਸੀ ਉਹ ਅਲਾਉ ਹੋਵੇਗਾ ਜੀ। ਪਰ ਮਾਸਕ ਪਾਉਣਾ ਇੱਕ ਸੇਫਟੀ ਹੈ ਜੀ ਸਾਡੀ ਸਭ ਦੀ। ਸਾਡੇ ਜਿਹੜੇ ਡ੍ਰੌਪਲੇਟਸ ਆ ਦੂਰ ਤੱਕ ਨਹੀਂ ਜਾਂਦੇ, ਅਸੀਂ ਆ ਬਿਮਾਰੀ ਆਪਦੇ ਕੋਲੇ ਰੱਖਦੇ ਹਾਂ, ਕਿਸੇ ਹੋਰ ਦੀ ਸਾਡੇ ਕੋਲੇ ਨਹੀਂ ਆਉਂਦੀ। ਇਹਦਾ ਕੋਈ ਰੀਜ਼ਨ ਹੈ ਜੀ। ਈਵਨ WHO ਆ, ਜਿਹੜੀਆਂ ਸਾਡੀਆਂ ਮੈਡੀਕਲ ਵਾਲੀਆਂ ਸੰਸਥਾਵਾਂ ਨੇ, ਸਾਰੀਆਂ ਇਹ ਕਹਿ ਰਹੀਆਂ ਨੇ ਸਾਨੂੰ ਮਾਸਕ ਪਾਉਣਾ ਚਾਹੀਦਾ ਜੀ। ਬਿਲਕੁਲ। ਇਸ ਤੋਂ ਪਹਿਲਾਂ ਅਸੀਂ ਅਗਲੀ ਖਬਰ ਵੱਲ ਵਧੀਏ ਅੱਗੇ, ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਵਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾਲ ਦੀ ਨਾਲ ਤੁਹਾਡੀ ਪਰੇਸ਼ਾਨੀ ਸੀ ਫਲਾਈਟਸ ਨੂੰ ਲੈ ਕੇ। ਸੋ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਟੋਰਾਂਟੋ ਤੋਂ ਜਿਹੜੀਆਂ ਫਲਾਈਟਸ ਇੰਡੀਆ ਨੂੰ ਜਾਣੀਆਂ ਨੇ, ਜਿਹੜੇ 에ਅਰਪੋਰਟ ਤੇ ਜਾਣੀਆਂ ਨੇ ਤੇ ਵਾਇਆ ਜਿੱਥੇ ਜਾਣੀਆਂ ਨੇ, ਉਹਦੀ ਨਾਲ ਦੀ ਨਾਲ ਤੁਹਾਨੂੰ ਈਮੇਲ ਜਿਹੜੀ ਆ ਪ੍ਰੋਵਾਈਡ ਕਰਵਾਈ ਗਈ ਹੈ। ਸੋ ਜੇਕਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਂ ਅਹਿਮਦਾਬਾਦ ਨੂੰ ਜਾਣਾ, ਟੋਰਾਂਟੋ ਤੋਂ ਦਿੱਲੀ ਜਾਂ ਅੰਮ੍ਰਿਤਸਰ ਨੂੰ ਜਾਣਾ, ਸੋ ਸਾਰੀਆਂ ਉਹ ਨਾਲ ਈਮੇਲਸ ਦਿੱਤੀਆਂ ਹੋਈਆਂ ਨੇ, ਤੁਸੀਂ ਇਹਨਾਂ ਈਮੇਲਸ ਦੇ ਉੱਤੇ ਸੰਪਰਕ ਸਾਧ ਸਕਦੇ ਹੋ। ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਲਾਈਟਸ ਦਾ ਸਕੇਜੂਲ ਵੀ ਤੁਹਾਨੂੰ ਦਿਖਾਇਆ ਜਾਵੇ। ਸੋ ਜੇਕਰ ਤੁਸੀਂ ਇਹਨਾਂ ਆਪਣੇ ਡੈਸਟੀਨੇਸ਼ਨਸ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਨਾਲ ਤੁਹਾਨੂੰ ਈਮੇਲਸ ਦਿੱਤੀਆਂ ਹੋਈਆਂ ਨੇ। ਟੀਵੀ ਦੇ ਉੱਤੇ ਤੁਹਾਡੇ ਤੋਂ ਜੇ ਮਿਸ ਹੋ ਰਿਹਾ, ਤੁਸੀਂ ਫੇਸਬੁੱਕ ਦੇ ਉੱਤੇ ਸਾਡਾ ਪ੍ਰੋਗਰਾਮ ਦੇਖ ਸਕਦੇ ਹੋ, ਫੇਸਬੁੱਕ ਜਾਂ ਫਿਰ YouTube ਤੇ। ਉੱਥੇ ਨਾਲ ਦੀ ਨਾਲ ਤੁਸੀਂ ਬੈਕ ਸਕਰੋਲ ਕਰਕੇ ਸਟਾਪ ਕਰੋ, ਨਾਲ ਆਪਣਾ ਨੋਟ ਕਰ ਲਵੋ ਕਿਹੜੀ ਈਮੇਲ ਆਈਡੀ ਹੈ, ਸੋ ਦੈਟ ਕਿ ਤੁਹਾਨੂੰ ਥੋੜਾ ਜ਼ਿਆਦਾ ਈਜ਼ੀ ਹੋ ਜਾਵੇ ਇਹਦੇ ਬਾਰੇ। ਸਰ ਨੈਕਸਟ ਨਿਊਜ਼ ਤੇ ਅਸੀਂ ਜੇ ਜਾਈਏ ਅੱਗੇ ਕਰੀਏ, ਅਗਲੀ ਖਬਰ ਬਰੈਂਪਟਨ ਦੀ, ਜਿਹੜਾ ਕੱਲ ਸੜਕ ਹਾਦਸਾ ਹੋਇਆ ਸੀ, ਬਹੁਤ ਭਿਆਨਕ ਸੜਕ ਹਾਦਸਾ ਹੋਇਆ। 4 ਵਾਹਨ ਆਪਸ ਵਿੱਚ ਟਕਰਾ ਗਏ ਤੇ 4 ਜਣਿਆਂ ਦੀ ਮੌਤ ਹੋ ਗਈ, ਜੋ ਕਿ ਇੱਕੋ ਪਰਿਵਾਰ ਨਾਲ ਸੰਬੰਧਿਤ ਸਨ, ਜਿਸ 'ਚ 3 ਬੱਚੀਆਂ ਤੇ ਉਹਨਾਂ ਦੀ ਮਾਂ ਸੀ। ਸਰ ਬਹੁਤ ਜ਼ਿਆਦਾ ਇਸ ਹਾਦਸੇ ਤੋਂ ਬਾਅਦ ਹਰ ਵਾਸੀ ਜਿਹੜਾ ਆ ਇਸ ਵਕਤ ਸ਼ੋਕ ਦੀ ਲਹਿਰ ਵਿੱਚ ਡੁੱਬਿਆ ਹੋਇਆ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ। ਕਿਹਨੂੰ ਜ਼ਿੰਮੇਦਾਰ ਸਮਝਾਇਆ ਜਾਵੇ ਇਸ ਸਾਰੇ ਸਿਨੈਰੀਓ ਦੇ ਲਈ, ਇਸ ਸਾਰੇ ਘਟਨਾਕ੍ਰਮ ਦੇ ਲਈ? ਤਰਨ, ਬਹੁਤ ਮਾੜੀ ਗੱਲ ਹੋਈ ਹੈ ਔਰ ਦੁਨੀਆ ਦੇ ਵਿੱਚ ਜਿਹਨੂੰ ਵੀ ਇਸ ਖਬਰ ਬਾਰੇ ਪਤਾ ਲੱਗਿਆ, ਹਰ ਇੱਕ ਨੇ ਇਸ ਗੱਲ ਦਾ ਅਫਸੋਸ ਜ਼ਾਹਰ ਕੀਤਾ। ਸਾਨੂੰ ਸਾਡੇ ਨੇੜੇ ਇਹ ਗੱਲ ਹੋਈ ਹੈ, ਸਾਨੂੰ ਨੇੜਿਓਂ ਦੇਖਿਆ ਇਹ ਚੀਜ਼ ਨੂੰ। ਅਸੀਂ ਉਹ ਏਰੀਏ ਨੂੰ ਜਾਣਦੇ ਹਾਂ। ਜਿਹੜਿਆਂ ਦੀ ਮੌਤ ਹੋਈ ਹੈ ਜੀ, ਉਹਨਾਂ ਨੂੰ ਬਹੁਤ ਲੋਕ ਜਾਣਦੇ ਆ। ਜਿਹੜੀ ਲੇਡੀ ਦੀ ਡੈਥ ਹੋਈ ਜੀ, ਉਹ ਟੀਚਰ ਸੀਗੀ। ਉਹਦੇ ਸਟੂਡੈਂਟਸ ਨੇ ਬਹੁਤ ਅਫਸੋਸ ਜ਼ਾਹਰ ਕੀਤਾ ਜੀ। ਜਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ, ਸਾਡੇ ਇੱਥੇ ਰਿਵਾਜ ਹੈ ਜੀ, ਲੋਕ ਇੱਥੇ ਫੁੱਲ ਲੈ ਕੇ ਜਾਂਦੇ ਨੇ ਐਕਸੀਡੈਂਟ ਵਾਲੀ ਰਾਤ। ਉੱਥੇ ਕੈਂਡਲ ਨਾਈਟ ਵਿਜਲ ਸੀਗਾ ਜੀ, ਔਰ ਸੰਡੇ ਨੂੰ ਵੀ ਤੁਸੀਂ ਅੱਗੇ ਦੱਸ ਦਿਓਗੇ ਫੇਰ ਵਿਜਲ ਹੈਗਾ ਜੀ। ਔਰ ਇਹ ਹਾਲਾਤ ਐਸੇ ਬਣੇ ਨੇ, ਘਟਨਾਕ੍ਰਮ ਜਿਹੜੇ ਹਿਸਾਬ ਦੇ ਵਿੱਚ ਪੁਲਿਸ ਨੇ ਦੱਸਿਆ, ਇੱਕ ਕਾਰ ਸੀਗੀ ਨੀਲੇ ਰੰਗ ਦੀ, ਜਿਹੜੀ ਕਿ ਕਿਤੇ ਲੱਗਿਆ ਕਿ ਉਹ ਡੋਲ ਰਹੀ ਹੈ, ਤੇ ਉਸ ਏਰੀਆ ਦੇ ਵਿੱਚ ਪੁਲਿਸ ਵਾਲਾ ਸੀ ਜਾਂ ਰਿਪੋਰਟ ਆਈ ਹੋਈ ਸੀ ਕਿਸੇ ਹਿਸਾਬ ਦੇ ਵਿੱਚ, ਪੁਲਿਸ ਵਾਲੇ ਨੇ ਉਹ ਕਾਰ ਟਾਰਗੇਟ ਕਰ ਲਈ ਸੀਗੀ। ਉਹਦੇ ਪਿੱਛੇ ਪੁਲਿਸ ਵਾਲਾ ਉਹਨੂੰ ਚੇਜ਼ ਕਰ ਰਿਹਾ ਸੀਗਾ, ਪਰ ਜਿਹੜੀ ਕਾਰ ਆ ਉਹਨੇ ਸਪੀਡਿੰਗ ਕਰਤੀ ਤੇ ਭੱਜ ਗਈ ਹੈ। ਤੇ ਇੱਥੇ ਐਕਚੁਅਲੀ ਤਰਨ ਆਪਣੇ ਇੱਥੋਂ ਦੀ ਪੁਲਿਸ ਇੰਨੇ ਕਿ ਹਦਾਇਤਾਂ ਦਿੱਤੀਆਂ ਹੋਈਆਂ ਨੇ, ਜੇ ਕੋਈ ਭੱਜਦਾ ਤਾਂ ਭੱਜ ਜਾਣ ਦਿਓ, ਇਸੇ ਗੱਲ ਕਰਕੇ ਕਿ ਇਹੋ ਜਿਹੀ ਗੱਲ ਨਾ ਹੋਵੇ ਜਿਹੜੀ ਘਟਨਾ ਵਾਪਰੀ ਹੈ। ਪੁਲਿਸ ਵਾਲੇ ਨੇ ਉਹਦਾ ਪਿੱਛਾ ਛੱਡ ਦਿੱਤਾ, ਲਾਈਟਾਂ ਉਹਨੇ ਆਫ ਕਰ ਲਈਆਂ ਸੀਗੀਆਂ, ਪਰ ਉਹ ਕਾਰ ਇੱਕ ਰੈੱਡ ਲਾਈਟਾਂ ਦੇ ਵਿੱਚੋਂ ਲੰਘ ਗਈ। ਜਦੋਂ ਲੰਘ ਰਹੀ ਸੀ ਤੇ ਦੂਸਰੇ ਪਾਸੇ ਗ੍ਰੀਨ ਲਾਈਟਾਂ 'ਚੋਂ ਵੈਨ ਆ ਰਹੀ ਸੀ, ਜਿੱਥੇ ਜਿਹੜਾ ਕਿ ਮੰਦਭਾਗੀ ਘਟਨਾ ਵਾਪਰੀ ਹੈ। ਔਰ ਉਹਦੇ 'ਚ ਜਿਹੜਾ ਡਰਾਈਵਰ ਹੈਗਾ, ਡਰਾਈਵਰ ਬਚ ਗਿਆ ਜੀ, ਡਰਾਈਵਰ ਦੇ ਸੱਟਾਂ ਵੱਜੀਆਂ ਨੇ। ਜਿਹੜੇ ਵੈਨ ਦੇ ਆਕੂਪੈਂਟ ਸੀਗੇ ਉਹਨਾਂ ਦੀ ਡੈਥ ਹੋ ਗਈ ਹੈ। ਔਰ ਹਾਲਤ ਇਹ ਹੈ ਕਿ ਲੱਗਦਾ, ਪੁਲਿਸ ਕਹਿ ਰਹੀ ਹੈ ਇਟਸ ਨਾਟ 100%, ਉਹਨੂੰ ਲੱਗਦਾ ਕਿ ਇੰਪੇਅਰਡ ਡਰਾਈਵਿੰਗ ਇਹਦੇ ਵਿੱਚ ਸੀਗੀ। ਸੋ ਜੇ ਨਸ਼ਾ ਕੀਤਾ ਹੋਇਆ ਅਸੀਂ ਸਮਝਦੇ ਹਾਂ ਕਿ ਮੈਨੂੰ ਲੱਗਦਾ ਹੁੰਦਾ ਕਿ ਮੈਂ ਕੋਈ ਫਰਕ ਨਹੀਂ ਹੈ, ਮੈਨੂੰ ਮੈਂ ਡਰਾਈਵ ਕਰ ਸਕਦਾ, ਜਾਂ ਕਈ ਵਾਰੀ ਅਸੀਂ ਹਾਲਾਤ ਹੀ ਐਸੇ ਬਣੇ ਹੁੰਦੇ ਨੇ। ਇਸ ਚੀਜ਼ ਨੂੰ ਜਿੰਨਾ ਅਵੋਇਡ ਕੀਤਾ ਜਾਵੇ ਜੀ ਉਨਾ ਚੰਗਾ। ਜਿਹੜੀ ਹੈ ਦੇਖੋ ਇੰਨੀਆਂ ਜਾਨਾਂ ਚਲੀਆਂ ਗਈਆਂ ਤਰਨ। ਬਿਲਕੁਲ ਸਰ, ਇੱਕ ਦਰਸ਼ਕ ਆਪਣੇ ਨਾਲ ਜੁੜ ਚੁੱਕੇ ਨੇ ਤੇ ਅਸੀਂ ਡਿਸਕਸ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਕਿਸੇ ਤੋਂ ਬਹੁਤ ਛੋਟੀ ਜਿਹੀ ਗੱਲ ਕਰਨੀ ਆ। ਦੇਖੋ, ਜਿੱਥੇ ਅਸੀਂ ਜਦੋਂ ਤੁਸੀਂ ਬਾਕੀਆਂ ਗੱਲਾਂ ਕਰਦੇ ਨਾਲ ਪੋਲੀਟੀਕਲ ਗੱਲਾਂ ਵੀ ਕਰਦੇ ਵਿੱਚ, ਤਾਂ ਅਸੀਂ ਵੀ ਆਪਣੀ ਥੋੜੀ ਜਿਹੀ ਇਨਪੁਟ ਪਾਉਣੀ ਚਾਹੁੰਦੇ ਹਾਂ। ਗੱਲ ਇਹ ਹੈ ਕਿ ਦੇਖੋ, ਸਾਡੇ ਇਸ ਵੇਲੇ ਕੰਟਰੀ ਦਾ ਫਾਈਨੈਂਸ਼ੀਅਲੀ ਬਹੁਤ ਲਾਸ ਹੋ ਰਿਹਾ, ਜਿਹਦੇ ਵਿੱਚ ਆਪਾਂ ਨੂੰ ਲੱਗਦਾ ਬਹੁਤ ਬੜਾ ਅੱਛਾ ਲੱਗਦਾ ਕਿ ਟਰੂਡੋ ਗਵਰਨਮੈਂਟ
ਤੁਹਾਡੀ ਬਹੁਤ ਮਦਦ ਕਰ ਰਹੀ ਹੈ, ਪਰ ਇਸ ਮਦਦ ਦੇ ਨਾਲ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਬਹੁਤ ਜ਼ਿਆਦਾ ਡੈਮੇਜ ਵੀ ਕਰ ਰਿਹਾ ਹੈ। ਇਸ ਵੇਲੇ ਸਾਡਾ ਜਿਹੜਾ ਡੈਟ ਰੇਟ ਆ ਉਹ ਦੁਨੀਆ ਦੇ ਵਿੱਚ ਸੈਕੰਡ ਨੰਬਰ ਤੇ ਆ ਚੁੱਕਿਆ ਜਾਪਾਨ ਤੋਂ ਬਾਅਦ। ਤੁਸੀਂ ਇਹ ਦੇਖੋ ਕਿ ਉਹ ਕਿਹਦੇ ਤੇ ਭਾਰ ਪੈਣਾ, ਸਾਡੇ ਪ੍ਰੋਪਰਟੀ ਟੈਕਸ ਹੈ ਜਿਹੜਾ ਉਹ ਇਸ ਵੇਲੇ ਅਕਰੋਸ ਦਾ ਬੋਰਡ ਸਾਰੇ ਕੈਨੇਡਾ ਦੇ ਵਿੱਚ 7% ਹੋ ਚੁੱਕਿਆ ਹੈ। ਅੱਛਾ, ਦੂਸਰੀ ਚੀਜ਼ ਇਹ ਹੈ 7% ਵਧਾਤਾ ਹੈ। ਵੱਖਰੇ ਮਿਊਨਿਸਪੈਲਿਟੀ ਵੱਖਰੇ ਰੇਟ ਪਰ ਚੱਕਦੀ ਹੈ ਜੀ। ਅੱਗੇ ਚਲੋ ਇਹ ਸਾਰੇ ਟੈਕਸਸ ਵੀ ਜਿਹੜੇ ਹੈਗੇ ਆ ਅਗਲੇ ਸਾਲ ਤੋਂ ਗਵਰਨਮੈਂਟ ਨੇ ਵਧਾ ਦੇਣੇ ਆ। ਸਾਡੀ ਚੀਜ਼ਾਂ ਨੂੰ ਤੇ ਵੱਡੇ ਇਹ ਜਿਹੜਾ ਹੈਗਾ ਆਪਾਂ ਨੂੰ ਲੱਗਦਾ ਬਹੁਤ ਜੀ, ਕਿਉਂਕਿ ਇਹ ਸਾਰੇ ਆਪਣੀ ਜਿਹੜੀ ਉਹਦੀ ਬੈਂਕ ਨੂੰ ਬਣਾਉਣ ਵਾਲੀ ਗੱਲ ਹੈ। ਅੱਛਾ, ਦੂਸਰੀ ਚੀਜ਼ ਮੈਂ ਜਿਹੜੀ ਪਤਾ ਜੀ ਸਰ ਮੈਂ ਮਾਫੀ ਚਾਹਾਂਗੀ, ਤੁਹਾਡੀ ਆਵਾਜ਼ ਵਿੱਚ ਡਿਸਕਨੈਕਟ ਹੋ ਰਹੀ ਹੈ, ਤੁਸੀਂ ਇੱਕ ਸਹੀ ਜਗ੍ਹਾ ਤੇ ਆ ਕੇ ਕਾਲ ਕਰੋ ਜੀ। ਅੱਛਾ, ਮੈਂ ਥੋੜਾ ਜਿਹਾ ਸੈਕਟ ਹੋ ਜਾਣਾ। ਅੱਛਾ, ਦੂਸਰੀ ਗੱਲ ਇਹ ਹੈਗੀ ਹੈ ਕਿ ਅੱਛਾ ਹੁਣ ਸਮਝਿਆ ਮੇਰੀ ਆਵਾਜ਼? ਜੀ ਬਿਲਕੁਲ ਜੀ, ਹਾਂਜੀ। ਅੱਛਾ, ਦੂਸਰੀ ਗੱਲ ਇਹ ਹੈਗੀ ਹੈ ਕਿ ਵੈਸਟ ਸਾਈਡ ਦੇ ਉੱਤੇ ਵੈਸਟਰਨ ਪ੍ਰੋਵਿੰਸ ਦੇ ਵਿੱਚ BC ਦੇ ਵਿੱਚ ਜੀ ਸਰ ਤੁਹਾਡੀ ਆਵਾਜ਼ ਡਿਸਕਨੈਕਟ ਹੋ ਰਹੀ ਹੈ। ਮੈਂ ਮਾਫੀ ਚਾਹਾਂਗੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡੀ ਆਵਾਜ਼ ਬਹੁਤ ਕੱਟ ਕੇ ਆ ਰਹੀ ਹੈ। ਜੀ ਸਰ, ਇਹਨਾਂ ਦੀ ਗੱਲ ਠੀਕ ਹੈ। ਦੇਖੋ ਜਿਹੜਾ ਇਹ ਰਿਗਾਰਡਲੈਸ ਹੈ ਜੀ, ਤੁਸੀਂ ਸਹੀ ਕਹਿ ਰਹੇ ਹੋ ਵੀ ਇਹ ਸਾਡੇ ਤੇ ਡੱਟ ਚੜੇਗਾ। ਦੋ ਹੀ ਢੰਗ ਨੇ, ਇੱਕ ਢੰਗ ਤਾਂ ਇਹ ਸੀ ਜਿਹੜਾ ਸਰਕਾਰ ਨੇ ਕੀਤਾ, ਦੂਜਾ ਢੰਗ ਇਹ ਸੀਗਾ ਕਿ ਕੁਝ ਨਾ ਕਰਦੀ ਸਰਕਾਰ। ਜੇ ਕੁਝ ਨਹੀਂ ਕਰਦੀ ਸੀਗੀ ਤੇ ਲੋਕਾਂ ਦੇ ਕੋਲ ਇੱਕਦਮ ਜੌਬ ਚਲੀ ਗਈਆਂ, ਇੱਕਦਮ ਆਪੋਤਾ ਪੈ ਗਈ ਹੈ, ਇੱਕਦਮ ਐਸੀ ਡਿਪਰੈਸ਼ਨ ਵਾਲੀ ਅਵਸਥਾ ਸ਼ੁਰੂ ਹੋ ਜਾਂਦੀ ਹੈ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਰਾਂਗੇ ਕਿ ਸਾਰੇ ਲੋਕਾਂ ਦੇ ਕੰਮਾਂ ਤੋਂ ਘਰੇ ਬੈਠਣਾ ਪੈ ਗਿਆ। ਹਰ ਇੱਕ ਜੇ ਖਾਸ ਕਰਕੇ ਆਪਾਂ ਕੈਨੇਡੀਅਨਸ ਬਾਰੇ ਸੋਚੀਏ, ਕੈਨੇਡੀਅਨਸ ਕੋਲੇ ਇਸ ਵੇਲੇ ਸਾਰਿਆਂ ਕੋਲੇ ਇੰਨੇ ਪੈਸੇ ਨਹੀਂ ਹੈਗੇ ਕਿ ਉਹ 2 ਹਫ਼ਤੇ ਵੀ ਸਰਵਾਈਵ ਕਰ ਸਕਣ, 3 ਹਫ਼ਤੇ ਵੀ ਸਰਵਾਈਵ ਕਰ ਸਕਣ। ਇੰਨੀ ਲੋਕਾਂ ਕੋਲੇ ਸੇਵਿੰਗ ਨਹੀਂ ਹੈਗੀ। ਤਾਂ ਸਰਕਾਰ ਨੇ ਇਹ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਲ ਕੀਤੀ ਸੀ। ਪਰ ਮੈਂ ਕੱਲ ਜੀ ਤਰਨ ਆਪਾਂ ਕੱਲ ਮਿਸਟਰ ਸੰਘਾ ਨੇ ਜਿਹੜੇ ਸਾਡੇ ਬ੍ਰੈਂਪਟਨ ਸੈਂਟਰ ਤੋਂ, ਉਹਨਾਂ ਨਾਲ ਮੈਂ ਇੰਟਰਵਿਊ ਕੀਤੀ ਹੈ ਜੀ। ਇਸ ਵੇਲੇ ਸਾਡੀ ਫੇਸਬੁੱਕ ਤੇ ਵੀ ਹੋਗੀ, ਸਾਡੇ ਆਪ ਦੇ ਚੈਨਲ ਦੇ ਉੱਤੇ ਵੀ ਹੈਗੀ ਹੈ ਜੀ। ਉਹਦੇ 'ਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ, ਮੈਂ ਕਿਹਾ ਵੀ ਸਰਕਾਰ ਖੋਲ੍ਹਣ ਨੂੰ ਤਾਂ ਫਿਰਦੀ ਹੈ ਜੁਲਾਈ ਦੇ ਵਿੱਚ, ਕੋਸ਼ਿਸ਼ ਹੈਗੀ ਹੈ ਵੀ ਸਾਰਾ ਕੁਝ ਜੁਲਾਈ ਤੱਕ ਖੁੱਲ ਜਾਵੇ, ਪਰ ਤੁਸੀਂ ਜਿਹੜੇ ਹੁਣ ਪੈਸੇ ਦੇ ਰਹੇ ਹੋ ਇਹ ਅਗਸਤ ਤੱਕ ਦੇ ਰਹੇ ਹੋ, ਵੀ ਲੱਗਦਾ ਨਹੀਂ ਹੈ ਵੀ ਕਿਤੇ ਵੱਧ ਦੇ ਰਹੇ ਹੋ, ਵੀ ਤੁਸੀਂ ਹੁਣ ਬਹੁਤ ਹੋ ਗਏ ਹੈਗੇ ਆ। ਔਰ ਉਹਨਾਂ ਦਾ ਜਵਾਬ ਇਹ ਸੀਗਾ ਕਿ ਹਾਂ ਕਹਿੰਦੇ ਲੱਗਦਾ ਹੈਗਾ ਵੀ ਸਾਨੂੰ ਵੀ ਲੱਗਦਾ ਵੀ ਅਸੀਂ ਵੱਧ ਦੇ ਰਹੇ ਹਾਂ, ਪਰ ਪ੍ਰੋਬਲਮ ਇਹ ਹੈ ਕਿ ਹਜੇ ਤੱਕ ਜੌਬ ਸ਼ੁਰੂ ਨਹੀਂ ਹੋਈਆਂ। ਜੇ ਜੌਬਸ ਨਹੀਂ ਸ਼ੁਰੂ ਹੁੰਦੀਆਂ ਤਾਂ ਲੋਕਾਂ ਨੂੰ ਗਰੋਸਰੀ ਦਾ ਫਿਕਰ ਆ। ਤੁਸੀਂ ਜਿਹੜੇ ਇੱਥੇ ਫੂਡ ਬੈਂਕਸ ਨੇ ਉੱਥੇ ਲਾਈਨਾਂ ਲੱਗੀਆਂ ਦੇਖੋ, ਤੁਸੀਂ ਉੱਥੇ ਦੇਖੋ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਉੱਥੇ ਇਕੱਲੀ ਆਪਣੀ ਕਮੇਟੀ ਨਹੀਂ, ਬਾਹਰਲੀਆਂ ਕਮੇਟੀਆਂ ਵੀ ਆ ਕੇ ਆਪਦੇ ਖਾਣ ਵਾਸਤੇ ਫੂਡ ਲੱਗ ਜਾਣਾ। ਐਸੀ ਹਾਲਤ ਹੈਗੀ ਆ ਹੁਣ ਦੇ ਵੇਲੇ ਵਿੱਚ ਵੀ। ਤਾਂ ਤੁਸੀਂ ਜੇ ਸਰਕਾਰ ਇਹ ਕੁਝ ਨਾ ਕਰਦੀ ਤਾਂ ਬਿਲਕੁਲ ਹੀ ਪੁੱਠੀ ਗੱਲ ਹੋਣੀ। ਠੀਕ ਹੈ, ਪੈਸੇ ਦੇਣੇ ਪੈਣੇ ਆ, ਅਖੀਰ ਅਸੀਂ ਹੀ ਮੋੜਨੇ ਆ, ਅਸੀਂ ਟੈਕਸ ਪੇਅਰਸ ਨੇ ਮੋੜਨੇ ਆ, ਟੈਕਸ ਪੇਅਰਸ ਨੇ ਉਹ ਦਿੱਤੇ ਹੋਏ ਆ, ਟੈਕਸ ਪੇਅਰਸ ਹੀ ਵਰਤ ਰਿਹਾ, ਟੈਕਸ ਪੇਅਰ ਅਖੀਰ ਵਿੱਚ ਮੋੜੇਗਾ। ਪਰ ਇਹ ਜੇ ਕਿਸੇ ਕੰਮ ਚੱਲਦਾ ਕਰ ਦਿੱਤਾ ਗਿਆ ਤਾਂ ਮੇਰੇ ਖਿਆਲ 'ਚ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਹੁਣ ਥੋੜੇ ਲੋਕ ਕੰਮਾਂ ਤੇ ਜਾਣ ਲੱਗ ਪਏ ਨੇ। ਔਰ ਜਿਹੜਾ CERB ਵਾਲਾ ਸੀਗਾ ਬੋਝ ਸਰਕਾਰ ਤੇ ਪੈ ਰਿਹਾ, ਪਰ ਓਨਾ ਨਹੀਂ ਪੈ ਰਿਹਾ, ਉਹ ਘਟ ਰਿਹਾ। ਸੋ ਟੈਕਸ ਪੇਮੈਂਟਸ ਆਉਣ ਲੱਗ ਪਈਆਂ ਨੇ, ਸਰਕਾਰ ਦੀ ਇਨਕਮ ਸ਼ੁਰੂ ਹੋ ਗਈ ਹੋਈ ਹੈ। ਇਹ ਤੋਂ ਬਿਨਾਂ ਮੇਰੇ ਖਿਆਲ ਸਰਕਾਰ ਕੋਲੇ ਕੋਈ ਇਲਾਜ ਨਹੀਂ ਸੀਗਾ। ਜੇ ਸਰਕਾਰ ਨੇ ਗਲਤ ਕੀਤਾ ਹੁੰਦਾ ਤਾਂ ਆਪੋਜੀਸ਼ਨ ਨੇ ਇਹਦੇ ਉੱਤੇ ਬਹੁਤ ਰੌਲਾ ਪਾਉਣਾ ਸੀ। ਆਪੋਜੀਸ਼ਨ ਨੇ ਕਿਸੇ ਨੇ ਰੌਲਾ ਨਹੀਂ ਪਾਇਆ। ਮੈਨੂੰ ਲੱਗਦਾ ਕਿ ਜੋ ਸਰਕਾਰ ਦਾ ਇਹ ਕਦਮ ਸੀਗਾ, ਕੱਲੀ ਫੈਡਰਲ ਦਾ ਨਹੀਂ, ਪ੍ਰੋਵਿੰਸ਼ੀਅਲ ਸਰਕਾਰਾਂ ਦਾ ਵੀ ਜਿਹੜਾ ਇਹ ਕਦਮ ਸੀਗਾ, ਮੇਰਾ ਖਿਆਲ ਹੈ ਇਹ ਜਿਹੇ ਮੌਕੇ ਤੇ ਇਹ ਠੀਕ ਕਦਮ ਹੈ। ਹਾਂ, ਘਾਟਾ ਪੈ ਰਿਹਾ, ਸਾਡੇ ਖਜ਼ਾਨਾ ਖਾਲੀ ਹੋ ਰਿਹਾ ਜੀ, ਫਿਰ ਭਰ ਲਾਂਗੇ ਜੀ। ਸਰ ਉਹੀ ਹੈ ਕਿ ਜਦੋਂ ਦੁਪਹਿਰੇ ਅਸੀਂ ਪ੍ਰੋਗਰਾਮ ਕਰ ਰਹੇ ਸੀ ਇਹਦੇ ਬਾਰੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਨੇ ਜਿਹੜਾ ਕੋਟਾ ਰੱਖਿਆ ਹੋਇਆ ਸੀ ਕਿ ਇੰਡਸਟਰੀਜ਼ ਨੂੰ ਵੇਜ ਸਬਸਿਡੀ ਦਿੱਤੀ ਜਾਏਗੀ, ਇਹ ਕੀਤਾ ਜਾਏਗਾ, ਉਸ ਲੈਵਲ ਤੱਕ ਜਿੰਨੀ ਸਰਕਾਰ ਨੇ ਸੋਚਿਆ ਸੀ ਉਹਨਾਂ ਨੂੰ ਉਸ ਲੈਵਲ ਤੱਕ ਜਿਹੜੀਆਂ ਮਤਲਬ ਕਾਲਸ ਨਹੀਂ ਆਈਆਂ ਹੈਗੀਆਂ। ਸੋ ਉਹ ਕੋਟਾ ਜਿਹੜਾ ਹੁਣ 2000 ਦੇ ਜ਼ਰੀਏ ਉਹ ਦੇ ਸਕਦੇ ਆ ਤਾਂ ਦਿੱਤਾ ਜਾ ਰਿਹਾ। ਦੂਜਾ ਹੈ ਕਿ ਸਾਡੀ ਆਪ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਜਿਸ ਪਹਿਲਾਂ ਤਾਂ ਸਭ ਨੇ ਲਏ ਆ ਇਹ ਸਾਰੇ ਬੈਨੀਫਿਟਸ ਲਏ ਆ, ਜਿਸ ਵੇਲੇ ਸਰਕਾਰ ਨੇ ਕਿਹਾ ਕਿ ਸਜ਼ਾ ਹੋ ਸਕਦੀ ਹੈ ਉਸ ਵੇਲੇ ਲਗਭਗ 2 ਲੱਖ ਲੋਕਾਂ ਨੇ ਵਾਪਸ ਮੋੜਿਆ। ਸੋ ਸਾਡੀ ਵੀ ਥੋੜੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਸਰਕਾਰ ਬੈਨੀਫਿਟਸ ਦੇ ਰਹੀ ਆ ਅਸੀਂ ਤਾਂ ਹੀ ਲਈਏ ਜੇ ਸਾਨੂੰ ਜ਼ਰੂਰਤ ਹੈਗੀ ਆ। ਕਈਆਂ ਦੇ ਕੰਮ ਹੁਣ ਓਪਨ ਹੋ ਚੁੱਕਿਆ, ਪਰ 2000 ਬੈਨੀਫਿਟਸ ਲਈ ਹਜੇ ਲੋਕੀ ਕੰਮਾਂ ਵਕਾਰਾਂ ਤੇ ਵਾਪਸ ਨਹੀਂ ਪਰਤ ਰਹੇ ਹੈਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਪਹਿਲਾਂ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਮੌਂਟਰੀਅਲ ਤੋਂ ਬੋਲ ਰਹੇ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਚਾਹੁੰਦੇ ਜਿਹਦਾ ਲੇਟਿਓ ਲਈ ਸੀ ਉਹ ਬੰਦ ਹੋ ਗਈ, ਜਦੋਂ 2 ਮਹੀਨੇ ਹੋ ਗਿਆ, ਅਸੀਂ ਦੁਬਾਰਾ ਬੈਨੀਫਿਟ ਲੈ ਸਕਦੇ ਕਿ ਨਹੀਂ ਜੀ? ਸਰ ਤੁਸੀਂ ਤੁਹਾਡਾ ਕੰਮ ਹਜੇ ਚੱਲ ਰਿਹਾ ਕਿ ਨਹੀਂ ਚੱਲ ਰਿਹਾ? ਕੰਮ ਬੰਦ ਹੈ ਜੀ। ਕੰਮ ਬੰਦ ਹੈ ਤੇ ਤੁਹਾਨੂੰ ਲੇ ਆਫ ਉੱਥੋਂ ਮਿਲੀ ਹੋਈ ਹੈ ਅਜੇ ਤੱਕ? ਨਹੀਂ, ਬੰਦ ਹੋ ਗਈ, 2 ਮਹੀਨੇ ਹੋ ਗਏ।
ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ ਜਿਹੜੀ ਇਹਨਾਂ ਨੇ ਮੈਂ ਜੇ CERB ਦੀ ਗੱਲ ਕੀਤੀ ਆ ਤਾਂ ਮੇਰੇ ਖਿਆਲ ਮੈਨੂੰ ਤਾਂ ਇਹੀ ਸਮਝ ਲੱਗੀ ਆ। CERB ਦੀ ਕੰਡੀਸ਼ਨ ਹੈ ਜੀ, ਸਿੱਧੀ ਸਿੰਪਲੀ ਕੰਡੀਸ਼ਨ ਹੈ ਜੀ, ਪਿਛਲੇ ਸਾਲ ਦੇ ਵਿੱਚ 5000 ਤੋਂ ਵੱਧ ਤੁਸੀਂ ਪੈਸੇ ਬਣਾਏ ਹੋਣ, ਪਿਛਲੇ ਮਹੀਨੇ 4 ਹਫ਼ਤਿਆਂ ਦੇ ਵਿੱਚ ਤੁਸੀਂ $1000 ਤੋਂ ਘੱਟ ਬਣਾਇਆ ਹੋਵੇ, ਤੇ ਤੁਸੀਂ ਜਿਹੜਾ ਕੰਮ ਹੈ COVID-19 ਕਰਕੇ ਗਿਆ ਹੋਵੇ, ਤੁਸੀਂ ਕੰਮ ਆਪਣੀ ਮਰਜ਼ੀ ਨਾਲ ਨਾ ਛੱਡਿਆ ਹੋਵੇ, ਤਾਂ ਤੁਸੀਂ ਇਸ ਕੈਟਾਗਰੀ 'ਚ ਆਉਂਦੇ ਜੀ। ਇਹਨਾਂ ਸਾਰੀਆਂ ਕੈਟਾਗਰੀ ਦੇ ਵਿੱਚ ਕਿਸੇ ਇੱਕ ਵਾਸਤੇ ਵੀ ਤੁਸੀਂ ਹਾਂ ਕਹਿੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਤੁਹਾਨੂੰ ਪੈਸੇ ਨਹੀਂ ਮਿਲਣਗੇ ਜੀ। ਚਾਰੇ ਸਾਰੀਆਂ ਸ਼ਰਤਾਂ, ਛੋਟੀਆਂ ਸ਼ਰਤਾਂ ਨੇ, ਸਾਰੀਆਂ ਪੂਰੀਆਂ ਕੀਤੀਆਂ ਹੋਣਗੀਆਂ ਤਾਂ ਤੁਹਾਨੂੰ ਪੈਸੇ ਮਿਲਣਗੇ ਜੀ। ਕਮਿੰਗ ਬੈਕ ਟੂ ਦਾ ਟੌਪਿਕ ਸਰ, ਬ੍ਰੈਂਪਟਨ ਐਕਸੀਡੈਂਟ ਦੀ ਅਸੀਂ ਗੱਲਬਾਤ ਕਰ ਰਹੇ ਸੀ। 20 ਸਾਲ ਦਾ ਡਰਾਈਵਰ ਹੈ, ਤੁਸੀਂ ਕਿਹਾ ਇੰਪੇਅਰਡ ਡਰਾਈਵਿੰਗ ਦਾ ਵੀ ਮੈਟਰ ਹੋ ਸਕਦਾ। ਇਸ ਸਵਾਲ ਵੀ ਉੱਠ ਰਹੇ ਨੇ, ਹਫਤਾ ਪ੍ਰੋਟੈਸਟ ਵੀ ਹੋਣਗੇ, ਸਭ ਕੁਝ ਹੋਏਗਾ, ਅੱਗੇ ਵੀ ਐਵੇਂ ਦੀਆਂ ਘਟਨਾਵਾਂ ਹੋਈਆਂ ਨੇ, ਫਿਰ ਵਾਪਸ ਬੈਕ ਟੂ ਨਾਰਮਲ ਹਰ ਕੋਈ ਹੋ ਜਾਂਦਾ। ਬ੍ਰੈਂਪਟਨ 'ਚ ਇੰਸ਼ੋਰੈਂਸ ਦਾ ਮੁੱਦਾ ਚੁੱਕਿਆ ਜਾਂਦਾ ਕਿ ਇੰਸ਼ੋਰੈਂਸ ਰੇਟ ਇੰਨੇ ਜ਼ਿਆਦਾ ਹਾਈ ਕਿਉਂ ਨੇ, ਕਿਉਂਕਿ ਇੱਥੇ ਹੁਣ ਦੇਖ ਰਹੇ ਹਾਂ ਅਸੀਂ ਕਿ ਇਹ ਜੀ ਤਰਾਸੀਆਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ। ਸਰ ਇਸ ਸਭ ਲਈ ਕਿਸ ਨੂੰ ਜ਼ਿੰਮੇਦਾਰ ਮੰਨਦੇ ਹੋ ਤੁਸੀਂ? ਇੱਕ ਦਰਸ਼ਕ ਜੁੜ ਚੁੱਕੇ ਨੇ, ਪਹਿਲਾਂ ਇਹਨਾਂ ਦਾ ਅਸੀਂ ਸਵਾਲ ਲੈ ਲਈਏ। ਹੈਲੋ ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਤਰਨ ਜੀ, ਨਕਸ਼ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਕਲੀਵਲੈਂਡ ਤੋਂ ਬੋਲਦਾ, ਬਲਦੇਵ ਸਿੰਘ ਬੋਲਦਾ ਜੀ ਮੈਂ। ਹਾਂਜੀ ਗੱਲ ਸਾਹਿਬ। ਤਾਂ ਆਪਣੇ ਹਾਂਜੀ ਨਕਸ਼ ਸਾਹਿਬ ਦੇ ਇੱਕ ਆਪਣੇ ਬ੍ਰੈਂਪਟਨ ਦੇ ਕਾਲਰ ਸੀ, ਉਹਨਾਂ ਨੇ ਕੋਈ ਸ਼ੁਦਾਬਲੀ ਬਾਰੇ ਕੋਈ ਗੱਲ ਕਹੀ ਸੀਗੀ। ਉਹਨਾਂ ਭਾਈ ਸਾਹਿਬ ਨੂੰ ਨੋਟ ਕਰਨਾ ਚਾਹੀਦਾ, ਜਿਹੜੇ ਹਮਦਰਦ ਟੀਵੀ ਦਾ ਪ੍ਰੋਗਰਾਮ ਹੈ ਸਾਰਿਆਂ ਤੋਂ ਬੈਸਟ ਪ੍ਰੋਗਰਾਮ ਦੇ ਰਹੇ ਨੇ। ਇਹਨਾਂ ਦਾ ਇਹਦੇ ਐਂਕਰ, ਹੋਸਟ, ਇੱਕ ਬੈਸਟ ਟੀਮ ਆ ਕੁਆਲਿਟੀ ਵਾਈਜ਼, ਜੋ ਮੈਂ ਨੋਟ ਕੀਤਾ ਹੈ। ਥੈਂਕ ਯੂ ਸਰ। ਥੈਂਕ ਯੂ ਜੀ। ਠੀਕ ਹੈ, ਕਦੇ ਤਾਂ ਕੋਈ ਮਾੜਾ ਮੋਟਾ ਵੀ ਲਫ਼ਜ਼ ਇੱਧਰ ਹੋ ਗਿਆ ਤੇ ਉਹ ਇਗਨੋਰ ਕਰਨਾ ਚਾਹੀਦਾ, ਕਿਉਂਕਿ 1 ਘੰਟਾ ਲਗਾਤਾਰ ਬੋਲਣਾ ਹੈਗਾ, ਕਈ ਵਾਰੀ ਹੋ ਵੀ ਜਾਂਦਾ, ਇਨਸਾਨ ਆ ਸੀ, ਪਰ ਉਹਨਾਂ ਨੂੰ ਥੋੜਾ ਕਵਰ ਕਰਨਾ ਚਾਹੀਦਾ। ਕੰਪੇਅਰ ਕਰ ਬਾਕੀ ਟੀਵੀ ਚੈਨਲ ਨਾਲ ਕਿ ਹਮਦਰਦ ਟੀਵੀ ਦੀ ਟੀਮ ਆ ਕਿੰਨੀ ਕੁਆਲਿਟੀ ਵਾਈਜ਼ ਪ੍ਰੋਗਰਾਮ ਦੇ ਰਹੀ ਆ, ਬੋਲ ਚਾਲ ਜਿਵੇਂ ਬੱਲੀਵੁੱਡ ਡਰਾਈਵਰ ਜੀ, ਸ਼ੁਕਰੀਆ। ਸਾਰੀ ਟੀਮ ਨਿਊਜ਼ ਐਂਡ ਵਿਊਜ਼ ਦੀ ਟੀਮ ਜਿਹੜੀ ਹੈਗੀ ਆ, ਸ਼ੁਕਰੀਆ ਸਰ। ਮੈਂ ਇਹਨੂੰ ਰੇਟ ਦੇ ਹਿਸਾਬ ਨਾਲ 10 of 10 ਦਿੰਦਾ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਆਪਣੇ ਵਿਚਾਰ ਰੱਖਣ ਲਈ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਤੋਂ ਬੋਲ ਰਹੀ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਨਕਸ਼ ਸਾਹਿਬ। ਹਾਂਜੀ ਮਹਾਰਾਜ। ਨਕਸ਼ ਸਾਹਿਬ ਦਾ ਗੱਲ ਕਰਨੀ ਸੀ। ਹਾਂਜੀ ਹਾਂਜੀ, ਨਕਸ਼ ਸਾਹਿਬ ਦੇ ਵਿਚਾਰ ਬਹੁਤ ਵਧੀਆ ਜੀ। ਥੈਂਕ ਯੂ ਜੀ। CRB ਦਾ ਰਿਲੇਟਡ ਜੀ, ਬਾਕੀ ਬਹੁਤ ਵਧੀਆ ਡਿਸਕਸ਼ਨ ਹੁੰਦੀ ਤੁਹਾਡੀ। ਥੈਂਕ ਯੂ ਸੋ ਮਚ ਸਰ। ਤੇ ਪਰ ਬਾਕੀ ਸਾਹਿਬ ਨੂੰ ਵੀ ਥੋੜੀ ਸਲਾਹ ਦੇ ਛੱਡੋ ਜੀ, ਉਹ ਬਹੁਤ ਕ੍ਰਿਟਿਸਾਈਜ਼ ਕਰਦੇ CRB ਦੇ ਰੇਟ। ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ ਜੀ। ਬਿਲਕੁਲ ਸਰ, ਸਭ ਦੇ ਆਪਣੇ ਵਿਚਾਰ ਨੇ, ਆਪਦੇ ਜਿਵੇਂ ਵਿਚਾਰ ਹੈ ਜੀ। ਕਹਿੰਦੇ ਆ। Thank you ਜੀ ਹੈਲੋ ਹੈਲੋ। ਹਾਂਜੀ, ਉਹ ਮੇਰੀ ਲਾਈਨ ਡ੍ਰੌਪ ਹੋ ਗਈ ਸੀਗੀ, ਜੇ ਟਾਈਮ ਹੈਗਾ ਤਾਂ 1 ਮਿੰਟ ਦੇ ਦਿਓ, ਨਹੀਂ ਤਾਂ ਫਿਰ ਤੁਹਾਡੀ ਮਰਜ਼ੀ। ਜੀ 1 ਸੈਕਿੰਡ, ਬਿਲਕੁਲ ਸਰ 1 ਮਿੰਟ ਤੁਹਾਡੇ ਕੋਲ ਹੈਗਾ ਜੀ, ਦੱਸੋ ਆਪਣੀ ਗੱਲ ਰੱਖੋ। ਅੱਛਾ, ਉਹ ਹੈ ਨਾ ਜਿਹੜਾ ਭਾਈ ਸਾਹਿਬ ਨੇ ਕਿਹਾ ਕਿ ਆਪੋਜੀਸ਼ਨ ਨੇ ਕੋਈ ਇਤਰਾਜ਼ ਨਹੀਂ ਕੀਤਾ, ਕਿਉਂਕਿ ਪਾਰਲੀਮੈਂਟ ਦੀ ਤਾਂ ਕੋਈ ਸੈਸ਼ਨ ਲੱਗਿਆ ਹੀ ਹੈ ਨਹੀਂ, ਆਪੋਜੀਸ਼ਨ ਦਾ ਕੋਈ ਟਾਈਮ ਹੀ ਨਹੀਂ ਮਿਲਿਆ ਹੈਗਾ ਟਰੂਡੋ ਦੀ ਕੋਈ ਮੁਖਾਲਫਤ ਕਰਨ ਦਾ। ਦੇਖੋ ਗੱਲ ਇਹ ਹੈ ਕਿ ਇਹਦਾ ਫੈਸਲਾ ਤਾਂ ਹੁਣ ਬਹੁਤ, ਜਦੋਂ ਹੁਣ ਇਲੈਕਸ਼ਨ ਕਾਲ ਹੋਏਗੀ, ਕੀ ਕਹਿੰਦੇ ਪਾਰਲੀਮੈਂਟ ਖੁੱਲ੍ਹ ਗਈ, ਉਦੋਂ ਲੋਕਾਂ ਨੂੰ ਪਤਾ ਲੱਗੇਗਾ। ਵੈਸਟ ਦੇ ਵਿੱਚ ਟਰੂਡੋ ਦੀ ਬਹੁਤ ਜ਼ਿਆਦਾ ਮੁਖਾਲਫਤ ਆ। ਇਹ ਤੁਸੀਂ ਬਿਲਕੁਲ ਹੀ ਇਹਦੀ ਪੂਜਾ ਨਾ ਕਰੋ, ਇਹ ਬਹੁਤ ਜ਼ਿਆਦਾ ਕੋਈ ਅੱਛਾ ਕੰਮ ਨਹੀਂ ਕੀਤੇ ਹੈਗੇ। ਜੇ ਤੁਸੀਂ ਕਹਿੰਦੇ ਕਿ ਬਹੁਤ ਜ਼ਿਆਦਾ ਪੈਸਾ ਜਿਹੜਾ ਇਹਨੇ ਸਿੱਟਿਆ, ਟੈਕਸ ਦੀ ਮਨੀ ਬਹੁਤ ਜ਼ਿਆਦਾ ਬਰਬਾਦ ਕੀਤੀ ਆ, ਤੇ ਬਹੁਤ ਜ਼ਿਆਦਾ ਅੱਛਾ ਨਹੀਂ ਕੀਤਾ। ਜੀ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਜ਼ਿਆਦਾ ਗਲਤ ਵੀ ਕੀਤਾ ਜੀ, ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਰੱਖਣ ਲਈ। ਥੈਂਕ ਯੂ ਸੋ ਮਚ। ਨਾ ਤਾਂ ਅਸੀਂ ਕਿਸੇ ਨੂੰ ਜ਼ਿਆਦਾ ਚੰਗਾ ਕਹਿ ਰਹੇ ਹਾਂ, ਨਾ ਕਿਸੇ ਨੂੰ ਜ਼ਿਆਦਾ ਬੁਰਾ ਪਰ ਕਹਿ ਰਹੇ ਹਾਂ। ਇੱਕ ਗੱਲ ਜ਼ਰੂਰ ਹੈ ਜੀ, ਆਪੋਜੀਸ਼ਨ ਕੋਲੇ ਨਿਤ ਸਮਾਂ ਹੈਗਾ ਜੀ ਆਪਦੀ ਪ੍ਰੈਸ ਦੇ ਮੂਹਰੇ ਜਾਣ ਦਾ, ਪ੍ਰੈਸ ਮੂਹਰੇ ਜਾ ਕੇ ਆਪਦੇ ਬਿਆਨ ਦੇਣ ਦਾ। ਚਾਹੇ ਪਾਰਲੀਮੈਂਟ ਨਹੀਂ ਵੀ ਦੇ ਰਹੇ, ਪ੍ਰੈਸ ਵਾਲੇ ਬਿਆਨ ਜੀ ਸਾਰੇ ਦੇ ਸਾਰੇ ਸ਼ਾਇਰ ਹੁੰਦੇ ਨੇ ਜੀ, ਸਾਰੇ ਉਹ ਸਾਰੇ ਆਉਂਦਾ ਹੈ ਜੀ। ਉਸ ਜਗ੍ਹਾ ਤੇ ਆ ਕੇ ਅਜੇ ਤੱਕ ਕਿਸੇ ਨੇ ਇਸ ਦੇ ਉੱਤੇ ਬਹੁਤੀ ਕੰਪਲੇਂਟ ਨਹੀਂ ਕੀਤੀ ਜੀ। ਬਿਲਕੁਲ, ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਅਸੀਂ ਆਪਣੇ ਦਰਸ਼ਕਾਂ ਨੂੰ ਮਾਫੀ ਚਾਹਾਂਗੇ ਕਿ ਹੋਰ ਕਾਲਸ ਨਹੀਂ ਅਟੈਂਡ ਕਰ ਪਾਵਾਂਗੇ, ਤੇ ਕੋਸ਼ਿਸ਼ ਕਰਾਂਗੇ ਕਿ ਕੱਲ ਤੋਂ ਮੰਡੇ ਤੋਂ ਅਸੀਂ ਦੁਬਾਰਾ ਸਾਰੀਆਂ ਕਾਲਸ ਫਿਰ ਤੋਂ ਅਟੈਂਡ ਕਰ ਸਕੀਏ। ਸੋ ਸਰ, ਜਾਣ ਤੋਂ ਪਹਿਲਾਂ ਅਸੀਂ ਇੱਕ ਡਿਸਕਸ਼ਨ ਕਰ ਰਹੇ ਸੀ, ਇਸ ਤੋਂ ਪਹਿਲਾਂ ਤੁਹਾਡਾ ਇੰਟਰਸਟਿੰਗ ਫੈਕਟ ਜਾਣੀਏ। ਬ੍ਰੈਂਪਟਨ 'ਚ ਨਿੱਤ ਹੁੰਦੇ ਹਾਦਸਿਆਂ ਦੇ ਬਾਰੇ ਵਿੱਚ ਕੀ ਕਹੋਗੇ, ਕਿੱਥੇ ਕੰਟਰੋਲ ਕਰਨ ਦੀ ਲੋੜ ਹੈ? ਤਰਨ, ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਇਹ ਹਫਤੇ ਨੂੰ ਭੁੱਲ ਜਾਵਾਂਗੇ, ਉਹਦਾ ਰੀਜ਼ਨ ਹੈ ਜਿਹੜਾ ਭੁੱਲ ਜਾਣਾ। ਅੱਜ ਕੱਲ ਜਿਹੜੀ ਇਨਫੋਰਮੇਸ਼ਨ ਦੀ ਸਪੀਡ, ਇਨਫੋਰਮੇਸ਼ਨ ਦੀ ਅਮਾਉਂਟ ਇੰਨੀ ਜ਼ਿਆਦਾ ਹੈ ਕਿ ਜਿਹੜੀ ਖਬਰ ਹੈ ਉਹਦੀ ਮਿਆਦ ਬਹੁਤ ਥੋੜੀ ਹੈ, ਚਾਹੇ ਕਿੰਨੀ ਇੰਪੋਰਟੈਂਟ ਖਬਰ ਹੋਵੇ। ਪਿੱਛੇ ਖਬਰ ਹੋਰ ਆ ਰਹੀ ਹੈ, ਲਗਾਤਾਰ ਖਬਰ ਤੇ ਖਬਰ ਤੁਰੀ ਆਉਂਦੀ ਹੈ, ਤੇ ਲੋਕੀ ਉਸ ਗੱਲ ਨੂੰ ਭੁੱਲ ਜਾਂਦੇ ਨੇ। ਪਰ ਜਿਹੜੇ ਅਜਿਹੇ ਹਾਦਸੇ ਨੇ, ਇਹ ਛੇਤੀ ਕਿਤੇ ਭੁੱਲਦੇ ਨਹੀਂ ਹੈ। ਇੰਪੇਅਰ ਡਰਾਈਵਿੰਗ ਦੀ ਗੱਲ ਹੈ, ਜਾਂ ਰੈੱਡ ਲਾਈਟਸ ਵਿੱਚੋਂ ਲੰਘਣ ਦੀ ਗੱਲ ਹੈ, ਜਾਂ ਫੋਨ ਦੇ ਉੱਤੇ ਜਿਹੜੀ ਗੱਲ ਹੈਗੀ ਹੈ। ਮੈਂ ਇਹ ਵੀ ਰਿਕੁਐਸਟ ਕਰਾਂਗਾ ਕਿ ਸਾਡੇ ਬਹੁਤੇ ਲੋਕ, ਖਾਸ ਕਰ ਜਿਹੜੀ ਸਾਡੀ ਯੰਗ ਜਨਰੇਸ਼ਨ, ਪੁਰਾਣੀ ਜਿਹੜੀ ਜਨਰੇਸ਼ਨ ਹੈ ਜੋ ਫੋਨ ਤੇ ਗੱਲ ਕਰੇਗੀ, ਚਾਹੇ ਫਿਰ ਵੀ ਉਹ ਡਾਇਲ ਕਰਦੀ, ਉਹ ਵੀ ਗਲਤ ਹੈਗਾ। ਪਰ ਜਿਹੜਾ ਅਸੀਂ ਟਵੀਟ ਕਰਦੇ ਹਾਂ, ਜਿਹੜਾ ਅਸੀਂ ਟੈਕਸਟਿੰਗ ਕਰਦੇ ਹਾਂ, ਇਹ ਬਹੁਤ ਜ਼ਿਆਦਾ ਡੇਂਜਰਸ ਹੈਗੀ ਹੈ ਜੀ। ਤੇ ਔਰ ਇਹਦੇ ਨਾਲ ਬਹੁਤ ਐਕਸੀਡੈਂਟ ਹੋਏ ਨੇ।
ਔਰ ਹੁੰਦੇ ਵੀ ਰਹਿਣਗੇ। ਇਹ ਸਰਕਾਰ ਨੂੰ ਜ਼ਰੂਰ ਕੁਛ ਨਾ ਕੁਛ ਸੋਚਣਾ। ਸਰਕਾਰ ਨੇ ਇੰਨਾ ਵੱਡਾ ਫਾਈਨ ਕੀਤਾ ਤਰਨ, ਇੰਨਾ ਵੱਡਾ ਜੁਰਮਾਨਾ ਹੁੰਦਾ ਅੱਜ ਕੱਲ੍ਹ ਜੇ ਤੁਸੀਂ ਫੋਨ ਤੇ ਫੜੇ ਜਾਂਦੇ ਹੋ, ਲੋਕ ਫੇਰ ਨਹੀਂ ਹਟ ਰਹੇ। ਔਰ ਮੈਨੂੰ ਉਹ ਲੱਗਦਾ ਕਿਤੇ ਇਹੀ ਜੇ ਹਾਲਾਤ ਰਹੇ ਤਾਂ ਸਰਕਾਰ ਨੂੰ ਇਹ ਨਾ ਕਰਨਾ ਪੈ ਜਾਵੇ ਕਿ ਫੋਨ ਤੁਹਾਡੀ ਕਾਰ ਦੇ ਵਿੱਚ ਹੋ ਹੀ ਨਹੀਂ ਸਕਦਾ, ਤੁਹਾਡੇ ਟਰੱਕ ਦੇ ਵਿੱਚ ਹੋਣਾ ਚਾਹੀਦਾ। ਕੋਈ ਜਿਹੀਆਂ ਗੱਲਾਂ ਹੋਣ ਲੱਗ ਪੈਣਗੀਆਂ। ਔਰ ਜਿਹੜੀ ਜੋ ਕੁਛ ਵੀ ਹੈ ਇੱਕ ਪਰਿਵਾਰ ਦੇ ਇੰਨੇ ਜੀਆਂ ਦਾ ਇਕੱਠੇ ਚਲੇ ਜਾਣਾ, ਖਾਸ ਕਰਕੇ ਨੰਨੀਆਂ ਜਾਨਾਂ ਦਾ ਜਾਣਾ ਜੀ, ਜਿਨ੍ਹਾਂ ਨੇ ਹਰੇ ਜ਼ਿੰਦਗੀ ਦੇਖਣੀ ਸੀਗੀ, ਜ਼ਿੰਦਗੀ ਇੰਜੋਏ ਕਰਨੀ ਸੀਗੀ, ਉਹਨਾਂ ਦਾ ਦੁਨੀਆ ਤੋਂ ਬਿਨਾਂ ਕਿਸੇ ਗੱਲ ਤੋਂ ਚਲੇ ਜਾਣਾ, ਇੱਕ ਬੰਦੇ ਦੀ ਬੇਵਕੂਫੀ ਕਰਕੇ ਚਲੇ ਜਾਣਾ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੀ ਚਰਨਾਂ 'ਚ ਨਿਵਾਸ ਦੇਵੇ ਜੀ। ਆਪਾਂ ਇੰਨਾ ਹੀ ਕਹਿ ਸਕਦੇ ਹਾਂ। ਹੋਰ ਤਾਂ ਸਿਰਫ ਅਸਲ ਸ਼ਰਧਾਂਜਲੀ ਦਾ ਇਹ ਹੋਵੇਗੀ ਕਿ ਅਸੀਂ ਅੱਗੇ ਨੂੰ ਸੋਚੀਏ ਕਿ ਅਜਿਹੀਆਂ ਜਿਹੜੀ ਗੱਲਾਂ ਘਟਨਾਵਾਂ ਕਰਕੇ ਇਹ ਗੱਲ ਵਾਪਰੀ ਹੈ ਉਹ ਘਟਨਾਵਾਂ ਨਾ ਵਾਪਰਨ। ਜੇ ਕੋਈ ਕਰਦਾ ਅਸੀਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੀਏ। ਬਿਲਕੁਲ ਜੀ, ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇਖਣ ਲਈ, ਆਪਣੇ ਵਿਚਾਰ ਰੱਖਣ ਲਈ ਸਰ। ਇਸ ਤੋਂ ਬਾਅਦ ਹੁਣ ਸਮਾਂ ਹੋ ਗਿਆ ਤੁਹਾਡੇ ਇੰਟਰਸਟਿੰਗ ਫੈਕਟ ਦਾ। ਤੇ ਸਭ ਤੋਂ ਪਹਿਲਾਂ ਮੈਂ ਇੱਕ ਸਰ ਜਾਣ ਤੋਂ ਪਹਿਲਾਂ ਜ਼ਰੂਰ ਕਹਿਣਾ ਚਾਹਾਂਗੀ, ਕਿਉਂਕਿ ਫਾਦਰਸ ਡੇ ਆ ਰਿਹਾ 21 ਤਰੀਕ ਨੂੰ, ਤੇ ਉਸ ਟਾਈਮ ਦੇ ਵਿੱਚ ਆਪਣਾ ਪ੍ਰੋਗਰਾਮ ਨਹੀਂ ਚੱਲ ਰਿਹਾ ਹੋਏਗਾ। ਸੋ ਸਭ ਨੂੰ ਫਾਦਰਸ ਡੇ ਦੀ ਬਹੁਤ ਬਹੁਤ ਮੁਬਾਰਕਬਾਦ ਸਰ, ਤੁਹਾਨੂੰ ਵੀ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਵੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਮੈਂ ਸ਼ਖਸੀਅਤ ਦੀ ਗੱਲ ਕਰਨ ਜਾ ਰਿਹਾ ਜੀ। ਇਸ ਸ਼ਖਸੀਅਤ ਦਾ ਜਨਮ ਹੋਇਆ ਸੀਗਾ ਜੀ 1833 ਦੇ ਵਿੱਚ। ਇਹਨਾਂ ਦੇ ਨਾਂ ਦੇ ਉੱਤੇ ਜੀ 355 ਡਿਫਰੈਂਟ ਪੈਟੈਂਟਸ ਨੇ। ਪੈਟੈਂਟ ਰਜਿਸਟਰ ਕਰਾਉਣਾ ਬੜੀ ਵੱਡੀ ਗੱਲ ਹੁੰਦੀ ਹੈ, ਕਿਸੇ ਦਾ ਇੱਕ ਹੀ ਨਹੀਂ ਹੁੰਦਾ, ਮੇਰੇ ਵਰਗੇ ਦਾ 355 ਸੀਗੇ ਜੀ। ਔਰ ਇਹਨਾਂ ਨੇ ਜਿਹੜੇ ਕਈਆਂ ਜ਼ੁਬਾਨਾਂ ਦੇ ਵਿੱਚ ਇਹਨਾਂ ਦੀ ਫਲੂਐਂਸੀ ਸੀਗੀ, ਇੰਗਲਿਸ਼ ਵਿੱਚ, ਫਰੈਂਚ ਵਿੱਚ, ਜਰਮਨ ਵਿੱਚ, ਰਸ਼ੀਅਨ ਦੇ ਵਿੱਚ। ਮੈਂ ਲਿੰਕ ਦੇ ਦਿੰਦਾ ਜੀ, ਇਹ ਸਵੀਡਨ ਤੋਂ ਸੀਗੇ। ਔਰ ਇਹਨਾਂ ਨੇ ਇੱਕ ਐਸੀ ਚੀਜ਼ ਦਾ ਅਵਿਸ਼ਕਾਰ ਕੀਤਾ ਸੀਗਾ ਜਿਹਦੇ ਨਾਲ ਕਿ ਜਿਹੜਾ ਗਨ ਪਾਊਡਰ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਬਹੁਤ ਸੌਖਾ ਹੋ ਗਿਆ ਸੀ, ਅੱਗੇ ਬੜਾ ਮੁਸ਼ਕਲ ਹੁੰਦਾ ਸੀਗਾ। ਇਹ ਬੋਫੋਰਸ ਕੰਪਨੀ, ਬੋਫੋਰਸ ਕੰਪਨੀ ਨੂੰ ਯਾਦ ਹੋਏਗਾ, ਆਪਣੇ ਇੰਡੀਅਨ ਲੋਕਾਂ ਨੂੰ ਯਾਦ ਹੋਣਾ ਚਾਹੀਦਾ। ਬੋਫੋਰਸ ਕੰਪਨੀ ਇਹਨਾਂ ਨੇ ਇਹਦੇ ਮਾਲਕ ਰਹੇ ਨੇ ਜੀ। ਔਰ ਇਹਨਾਂ ਨੇ ਉਸ ਵੇਲੇ ਜਿਹੜਾ ਲੋਹੇ ਦਾ ਕੰਮ ਉਹ ਹੁੰਦਾ ਸੀ, ਉਸ ਨੂੰ ਬਦਲ ਕੇ ਇਹਨਾਂ ਨੇ ਤੋਪਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਟਾਕਿੰਗ ਅਬਾਊਟ 1833। ਉਦੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਜੀ। ਲਿੰਕ ਤੁਹਾਨੂੰ ਇੱਕ ਹੋਰ ਦਿੱਤਾ, ਬੋਫੋਰਸ ਕੰਪਨੀ ਸੀ ਨਾਲ ਰਿਲੇਟਡ ਸੀਗਾ ਜੀ। ਆਇਆ ਜੀ ਜਵਾਬ ਕੋਈ ਕਿ ਨਹੀਂ? ਅਜੇ ਤੱਕ ਤਾਂ ਕੋਈ ਨਹੀਂ ਆਇਆ। ਓਕੇ, ਫਿਰ ਐਸੀ ਗੱਲ ਸੀਗੀ ਜੀ ਇਹਨਾਂ ਦੀ, ਜਦੋਂ ਇਹ ਇੱਕ ਐਸੇ ਇਨਸਾਨ ਸੀਗੇ ਜਿਨ੍ਹਾਂ ਨੇ ਆਪਦੀ ਓਬਿਚੁਰੀ ਆਪ ਪੜ੍ਹੀ ਹੈ। ਓਬਿਚੁਰੀ ਇਹ ਹੁੰਦਾ ਜਿਹੜਾ ਥੋੜਾ ਡੈਥ ਨੋਟਿਸ ਹੁੰਦਾ, ਉਹ ਤੇ ਥੋੜੇ ਬਾਰੇ ਲੋਕੀ ਗੱਲਾਂ ਕਰੀ ਜਾਂਦੇ। ਇਸ ਨੇ ਆਪਦੀ ਡੈਥ ਦੀ ਨੋਟਿਸ ਆਪ ਪੜ੍ਹਿਆ ਹੈ ਨਾ, ਹੈਰਾਨੀ ਦੀ ਗੱਲ। ਉਹ ਗੱਲ ਇਹ ਹੋ ਗਈ ਸੀਗੀ, ਇਹਨਾਂ ਦੀ ਓਬਿਚੁਰੀ 'ਚ ਇਹ ਲਿਖਿਆ ਗਿਆ ਸੀਗਾ ਕਿ ਲੋਕਾਂ ਨੂੰ ਤਬਾਹ ਕਰਨ ਵਾਲਾ, ਲੋਕਾਂ ਨੂੰ ਮਾਰਨ ਵਾਲਾ ਬੰਦਾ ਅੱਜ ਮਰ ਗਿਆ ਹੈ। ਐਕਚੁਅਲੀ ਇਹਨਾਂ ਦੀ ਡੈਥ ਨਹੀਂ ਸੀ ਹੋਈ, ਇਹਨਾਂ ਦੇ ਬ੍ਰਦਰ ਦੀ ਡੈਥ ਹੋਈ ਸੀ, ਲਾਸਟ ਨੇਮ ਸੇਮ ਹੈ। ਜਦੋਂ ਇਹਨੇ ਆਪਦੀ ਓਬਿਚੁਰੀ ਪੜ੍ਹੀ, ਇਹ ਤੇ ਇੰਨਾ ਜ਼ਿਆਦਾ ਅਸਰ ਹੋਇਆ। ਇਹ ਉਸ ਵੇਲੇ ਦਾ ਬਹੁਤ ਅਮੀਰ ਆਦਮੀ ਸੀਗਾ। ਇਹਨੇ ਜਿੰਨੇ ਆਪਦੇ ਪੈਸੇ ਸੀਗੇ ਸਾਰੇ ਦੇ ਸਾਰੇ ਦਾਨ ਕਰ ਦਿੱਤੇ। ਇਹਨੇ ਇੱਕ ਹੋਰ ਹਿੰਟ ਦਿੰਦਾ ਜੀ, ਇਹਨਾਂ ਨੇ ਡਾਇਨਾਮਾਈਟ ਦੀ ਕਾਰਡ ਕੀਤੀ ਸੀ। ਆਉਂਦਾ ਜਵਾਬ ਤਾਂ ਨਹੀਂ, ਤਾਂ ਮੈਂ ਦੱਸ ਦਿੰਦਾ ਜੀ। ਨਹੀਂ ਜੀ, ਬਿਲਕੁਲ ਹਜੇ ਤੱਕ ਕੋਈ ਇਹਨਾਂ ਕੋਲੇ ਇੰਨੇ ਪੈਸੇ ਸੀਗੇ, ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਮੇਰੀ ਮੌਤ ਪਿੱਛੋਂ ਲੋਕੀ ਮੈਨੂੰ ਇੰਨਾ ਗਲਤ ਢੰਗ ਦੇ ਨਾਲ ਸਮਝਣਗੇ, ਇਹਨੇ ਆਪਣੇ ਜਿਹੜਾ ਪੈਸਾ ਸੀਗਾ ਸਾਰਾ ਪੈਸਾ ਟਰਸਟ ਦੇ ਨਾਂ ਕਰਵਾ ਦਿੱਤਾ। ਉਹਦੇ ਵੱਖਰੇ ਵੱਖਰੇ ਇਨਾਮ ਸ਼ੁਰੂ ਕੀਤੇ, ਸਾਇੰਸ ਵਿੱਚ, ਫਿਜ਼ੀਕਲ ਸਾਇੰਸ, ਕੈਮਿਸਟਰੀ 'ਚ, ਮੈਡੀਕਲ ਸਾਇੰਸ, ਫਿਲਾਸਫੀ, ਲਿਟਰੇਰੀ ਵਿੱਚ, ਤੇ ਇੱਕ ਪੰਜਵਾਂ ਜਿਹੜਾ ਇਨਾਮ ਹੈ ਜੀ, ਉਹ ਜਿਹੜੀ ਦੁਨੀਆ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਉਹਦਾ ਸੀਗਾ ਜੀ। ਨਹੀਂ, ਕੋਈ ਜਵਾਬ ਨਹੀਂ ਆਇਆ। ਪੀਸ ਅਵਾਰਡ ਹੈ ਜੀ, ਉਹ ਨੋਬਲ ਪੀਸ ਪ੍ਰਾਈਜ਼। ਐਲਫਰਡ ਨੋਬਲ ਦੀ ਗੱਲ ਕਰ ਰਹੇ ਜੀ, ਜਿਹਨੇ ਆਪਣੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਪੈਟੈਂਟਸ, ਇੰਨਾ ਪੈਸਾ ਬਣਾਇਆ, ਇੱਕ ਗੱਲ ਦੇ ਉੱਤੇ ਉਹਨੂੰ ਇਹਨੇ ਟੁੰਬਿਆ ਕਿ ਅਖੀਰ ਸਾਰੇ ਦਾ ਸਾਰਾ ਪੈਸਾ ਉਹ ਦਾਨ ਕਰ ਗਿਆ। ਅੱਜ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਜਾਂ ਨੋਬਲ ਦੇ ਉੱਤੇ ਬਾਕੀ ਦੇ ਪ੍ਰਾਈਜ਼ਸ ਆ, ਉਹ ਟਰਸਟ ਕੰਪਨੀ ਦੇ ਵਿੱਚ ਇੰਨਾ ਪੈਸਾ ਕਿ ਹਰ ਸਾਲ ਦਰ ਸਾਲ ਉਹ ਵੰਡਿਆ ਜਾਂਦਾ। ਐਲਫਰਡ ਨੋਬਲ। ਬਿਲਕੁਲ ਜੀ, ਮਨਜੋਤ ਸਿੰਘ ਨੇ ਨਾਲ ਹੀ ਤੁਹਾਡੇ ਜਵਾਬ ਦੇ ਦਿੱਤਾ ਕਿ ਐਲਫਰਡ ਨੋਬਲ ਉਹ ਹੋ ਸਕਦੇ ਨੇ। ਤੇ ਥੈਂਕ ਯੂ ਸੋ ਮਚ ਸਰ, ਪ੍ਰੋਗਰਾਮ 'ਚ ਬਣਨ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਅੱਜ ਇੰਨਾ ਹੀ ਕਾਫੀ ਜੀ, ਮੰਡੇ ਨੂੰ ਫੇਰ ਮਿਲਾਂਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸੀ ਸਾਡਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਹੁਣ ਸੋਮਵਾਰ ਨੂੰ ਹੋਏਗੀ ਮੁਲਾਕਾਤ, ਤੇ ਮਾਫੀ ਚਾਹਾਂਗੇ ਕਿ ਕਾਲਸ ਅਸੀਂ ਅਟੈਂਡ ਨਹੀਂ ਕਰ ਪਾਏ ਹੈਗੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।